ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਨਵੀਂ ਗੱਲ ਦੇ ਵਿੱਚ। ਤੇ ਅੱਜ ਸਾਡੇ ਨਾਲ ਬਹੁਤ ਹੀ ਸੀਨੀਅਰ ਡਾਕਟਰ ਤੇ ਸੁਲਝੇ ਹੋਏ ਸਮਾਜ ਸੇਵਕ, ਜਿਨ੍ਹਾਂ ਨੇ ਸਰਕਾਰੀ ਨੌਕਰੀ ਦੇ ਵਿੱਚ ਵੀ ਤੇ ਬਾਅਦ ਦੇ ਵਿੱਚ ਵੀ ਜਿੱਥੇ ਸਮਾਜ ਦੀ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ, ਉੱਥੇ ਸਮੇਂ-ਸਮੇਂ ਤੇ ਸਰਕਾਰਾਂ ਦੇ ਨਾਲ ਟੱਕਰਾ ਵੀ ਲਿਆ ਤੇ ਉਹਨਾਂ ਨੂੰ ਆਪਣੀ ਬੇਬਾਕੀ ਦੇ ਨਾਲ ਜਾਣਿਆ ਜਾਂਦਾ ਕਿ ਉਹ ਕਿਵੇਂ ਆਪਣੀ ਗੱਲ ਬੇਬਾਕੀ ਢੰਗ ਦੇ ਨਾਲ ਰੱਖਦੇ ਨੇ। ਸਾਡੇ ਨਾਲ ਅੱਜ ਦੇਸ਼ ਸੇਵ ਦੇ ਸਟੂਡੀਓ 'ਚ ਨੇ ਸੀਨੀਅਰ ਮੈਡੀਕਲ ਆਫਿਸਰ ਰਹੇ ਤੇ ਸਿਵਲ ਸਰਜਨ ਰਿਟਾਇਰਡ ਸਰਦਾਰ ਡਾਕਟਰ ਦਲੇਰ ਸਿੰਘ ਜੀ ਮੁਲਤਾਨੀ ਸਾਹਿਬ। ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਕਿਵੇਂ ਸਿਸਟਮ ਦੇ ਵਿੱਚ ਰਹਿ ਕੇ ਜਾਂ ਸਿਸਟਮ ਤੋਂ ਬਾਹਰ ਦੇ ਜਿਹੜੇ ਲੋਕ ਨੇ ਉਹ ਕਿਵੇਂ ਸਰਕਾਰਾਂ ਤੱਕ ਆਪਣੀ ਗੱਲ ਰੱਖਣ, ਤੇ ਸਿਹਤ ਦੇ ਸੰਬੰਧਿਤ ਵੀ ਉਹਨਾਂ ਦੇ ਨਾਲ ਗੱਲ ਕਰਾਂਗੇ। ਤੇ ਸਰਕਾਰੀ ਨੌਕਰੀ ਕਰਦਿਆਂ ਕੀ ਖੱਟੀਆਂ ਮਿੱਠੀਆਂ ਯਾਦਾਂ ਰਹੀਆਂ ਨੇ, ਔਰ ਉਹਨਾਂ ਨਾਲ ਗੱਲ ਕਰਦੇ ਹਾਂ ਡਾਕਟਰ ਦਲੇਰ ਸਿੰਘ ਜੀ ਮੁਲਤਾਨੀ। ਡਾਕਟਰ ਸਾਹਿਬ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਤੁਹਾਡਾ। ਤੇ ਨਾਲ ਹੀ ਤੁਹਾਡਾ ਧੰਨਵਾਦ ਕਿ ਤੁਸੀਂ ਬਹੁਤ ਰੁਝੇਵੇਂ ਭਰਿਆਂ ਦੇ ਵਿੱਚ ਸਾਡੇ ਕੋਲ ਇੱਥੇ ਆਏ ਹੋ। ਧੰਨਵਾਦ ਤਾਂ ਬਲਕਿ ਤੁਹਾਡਾ ਚੈਨਲ ਵਾਲਿਆਂ ਦਾ ਕਿ ਮੈਨੂੰ ਮੌਕਾ ਮਿਲਿਆ ਕਿ ਲੋਕਾਂ ਦੇ ਨਾਲ ਕੋਈ ਗੱਲ ਜਿਹੜੀ ਹੈਗੀ ਹੈ। ਸ਼ੁਕਰੀਆ ਜੀ। ਤੁਹਾਡੇ ਨਾਲ ਪੁਰਾਣਾ ਪਿਆਰ ਵੀ ਹੈ, ਨਾਲੇ ਕੁਝ ਸਾਂਝਾ ਕਰ ਲਿਆ। ਬਿਲਕੁਲ ਜੀ। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਬਹੁਤ ਭਲੀ ਭਾਂਤ ਤੁਹਾਨੂੰ ਜਾਣਦੇ ਹਾਂ ਵੀ ਤੁਸੀਂ ਗਰਾਊਂਡ ਲੈਵਲ 'ਤੇ ਕੰਮ ਬਹੁਤ ਕੀਤਾ ਤੇ ਨੌਕਰੀ ਦੇ ਸਮੇਂ ਬੜੇ ਦਿੱਕਤਾਂ ਵੀ ਸਰਕਾਰਾਂ ਨੂੰ ਵੀ, ਤੁਹਾਡੇ ਤੋਂ ਖਾਸ ਕਰ ਤੁਹਾਨੂੰ, ਮੇਰੇ ਹਿਸਾਬ ਦੇ ਨਾਲ ਮੈਂ ਜਿੰਨਾ ਕੁ ਤੁਹਾਨੂੰ ਜਾਣਦਾ, ਵੀ ਤੁਸੀਂ ਕਦੇ ਵੀ ਆਪਣੀ ਸਿਰਦਰਦੀ ਨਹੀਂ ਸਮਝਿਆ, ਤੁਸੀਂ ਆਪਣੇ ਕੰਮ ਨੂੰ ਪੂਜਾ ਸਮਝਿਆ, ਪਰ ਤੁਸੀਂ ਕਦੇ ਸਰਕਾਰਾਂ ਦੀ ਜਾਂ ਅਫਸਰਾਂ ਦੀ ਪਰਵਾਹ ਨਹੀਂ ਮਾਰੀ। ਫਿਰ ਕਿਵੇਂ ਦਾ, ਕਿਸ ਤਰ੍ਹਾਂ ਲੱਗਿਆ ਸਾਰਾ ਕੁਝ? ਫਿਰ ਤੁਸੀਂ ਬਹੁਤ ਵਧੀਆ ਬੇਦਾਗ ਤੁਸੀਂ ਸਰਵਿਸ ਨੂੰ ਪੂਰਿਆਂ ਵੀ ਕੀਤਾ, ਤੇ ਇਹਦੇ ਬਾਰੇ ਕੁਝ ਸਾਡੇ ਨਾਲ। ਸਭ ਤੋਂ ਪਹਿਲਾਂ ਤਾਂ ਅਵਤਾਰ ਜੀ, ਸ਼ੁਕਰੀਆ ਤੁਹਾਡਾ ਕਿ ਤੁਸੀਂ ਸਟੂਡੀਓ 'ਚ ਅੱਜ ਗੱਲ ਕਰਨ ਵਾਸਤੇ, ਔਰ ਲੋਕਾਂ ਦੇ ਨਾਲ ਵੀ ਆਪਾਂ ਇਹ ਗੱਲ ਜਿਹੜੀ ਹੈਗੀ ਹੈ ਸਾਰੇ ਸਰੋਤਿਆਂ ਨਾਲ ਕੁਝ ਗੱਲਾਂ ਸਾਂਝੀਆਂ ਵੀ ਕਰ ਸਕਦੇ ਹਾਂ। ਦੂਸਰਾ, ਤੁਹਾਡਾ ਪਰਸਨਲ ਤੌਰ 'ਤੇ ਥੈਂਕਸ ਕਿ ਤੁਸੀਂ ਕਈ ਸਾਰੇ ਐਡਜੈਕਟਿਵ ਹੋਣ ਦੀ ਘੜੀ ਵੀ ਸਰਕਾਰ ਨਾਲ ਪੰਗਾ ਤੇ ਲੋਕਾਂ ਨਾਲ ਸਮਾਜ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ। ਮੈਂ ਇਹ ਗੱਲ ਕਹਾਂਗਾ ਕਿ ਅਗਰ ਤੁਸੀਂ ਸਰਵਿਸ ਕਰਦੇ ਹੋ ਤਾਂ, ਅਗਰ ਤੁਸੀਂ ਜ਼ਿੰਮੇਵਾਰੀ ਸਮਝਦੇ ਹੋ ਤਾਂ ਫਿਰ ਇਹ ਸਾਰੀਆਂ ਦਿੱਕਤਾਂ ਨਹੀਂ ਆਉਂਦੀਆਂ ਵਿੱਚ। ਬਿਲਕੁਲ, ਇਹ ਦਿੱਕਤਾਂ ਉਦੋਂ ਆਉਂਦੀਆਂ ਨੇ ਜਦੋਂ ਕੋਈ ਵੀ, ਚਾਹੇ ਆਫਿਸਰ ਹੋਵੇ ਜਾਂ ਆਪਾਂ ਆਪਣੇ ਘਰ 'ਚ ਵੀ ਹੋਈਏ ਜਾਂ ਤੁਸੀਂ ਪ੍ਰਾਈਵੇਟ ਜੋਬ ਵਿੱਚ ਵੀ ਹੋਵੋ ਨਾ, ਜੇ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਗਿਵਨ ਹੈਗੀ ਹੈ, ਤੁਹਾਨੂੰ ਇੱਕ ਡਿਊਟੀ ਅਸਾਈਨ ਕੀਤੀ ਹੁੰਦੀ ਹੈ, ਉਹ ਡਿਊਟੀ ਅਗਰ ਤੁਸੀਂ ਨਹੀਂ ਨਿਭਾਉਂਦੇ ਤਾਂ ਫਿਰ ਤੁਸੀਂ ਮੁਸ਼ਕਲ 'ਚ ਹੋ। ਜੇ ਤੁਸੀਂ ਉਸ ਡਿਊਟੀ ਨਿਭਾਉਂਦੇ ਹੋ ਤਾਂ ਤੁਹਾਡੀਆਂ ਮੌਜਾਂ ਨੇ। ਮੈਂ ਤਾਂ 33 ਸਾਲ ਦੀ ਨੌਕਰੀ ਕੀਤੀ ਹੈ, ਮੈਨੂੰ ਇਸ ਨੌਕਰੀ ਨੂੰ ਮੈਂ ਕਦੀ ਬਰਡਨ ਨਹੀਂ ਸਮਝਿਆ। ਬਿਲਕੁਲ ਬਰਡਨ ਨਾ ਸਮਝਦੇ ਹੋਏ ਫਿਰ ਉਹਦਾ ਇਹ ਆਪਾਂ ਨੂੰ ਫਾਇਦਾ ਇਹ ਹੋਇਆ ਕਿ ਬਹੁਤ ਸਾਰੀਆਂ ਐਸੀਆਂ ਸਿਹਤ ਦੇ ਪ੍ਰਤੀ ਵੀ, ਹੋਰ ਸਮਾਜ ਦੀਆਂ ਵੀ ਕਈ ਸਾਰੀਆਂ ਐਸੀਆਂ ਗੱਲਾਂ ਸੀ ਜਿਹਦੇ 'ਚ ਮੈਂ ਪਾਰਟੀਸਪੇਟ ਕਰ ਪਾਇਆ। ਬਿਲਕੁਲ। ਔਰ ਜਿਸ ਤਰ੍ਹਾਂ ਤੁਸੀਂ ਹੁਣ ਬੂਥਗੜ੍ਹ ਏਰੀਆ ਨੂੰ ਬਿਲੋਂਗ ਕਰਦੇ ਹੋ, ਮੈਨੂੰ ਯਾਦ ਹੈ ਜਦੋਂ ਮੈਂ ਉੱਥੇ ਜੁਆਇਨ ਕੀਤਾ ਸੀਗਾ ਤਾਂ ਮੈਨੂੰ ਕਹਿੰਦੇ ਸੀ ਜੀ ਉਹ ਤਾਂ ਇੱਕ ਝਾੜ ਜਿਹਾ ਵਾਲਾ ਹਸਪਤਾਲ ਹੈ, ਪਰ ਉਹ ਆਪਾਂ, ਤੁਹਾਨੂੰ ਯਾਦ ਹੈ ਕਿ ਉਦੋਂ ਕਵਰੇਜ ਕਰਦੇ ਸੀਗੇ ਕਿ 50 ਦਿਨਾਂ 'ਚ ਉਹਦੀ ਕਾਇਆਕਲਪ ਜਿਹੜੀ ਹੈਗੀ ਹੈ ਹੋ ਕੇ, ਤੇ ਅਵਾਰਡ ਵੀ ਮਿਲਿਆ ਸੀਗਾ ਤੁਹਾਨੂੰ ਉਹਦਾ। ਅਵਾਰਡ ਤਾਂ ਕਈ ਵਾਰੀ ਮਿਲੇ, ਅਵਾਰਡ ਹੋਰ ਵੀ ਮਿਲੇ ਮੈਨੂੰ, 25 ਵਾਰੀ ਮੇਰੀਆਂ ਬਦਲੀਆਂ ਵੀ ਕੀਤੀਆਂ ਫਿਰ। ਬਿਲਕੁਲ। ਹਾਂ, ਸੋ ਇਸ ਕਰਕੇ ਹੈਗਾ ਕਿ ਮੈਂ ਤਾਂ ਹਰ ਇੱਕ ਬੰਦੇ ਨੂੰ ਇਹੀ ਹਮੇਸ਼ਾ ਇਹ ਗੱਲ ਕਹਿੰਦਾ ਵੀ ਜਿਹੜੀ ਤੁਹਾਡੀ ਬੰਦੀ ਡਿਊਟੀ ਆ ਉਹ ਅਗਰ ਤੁਸੀਂ ਪੂਰੀ ਕਰਦੇ ਹੋ ਫਿਰ ਕੋਈ ਬਰਡਨ ਨਹੀਂ ਹੈ। ਜੇ ਤੁਸੀਂ ਆਪਣੀ ਡਿਊਟੀ ਨਹੀਂ ਕਰਦੇ ਫਿਰ ਤੁਹਾਡੇ ਵਾਸਤੇ ਬਰਡਨ ਹੀ ਬਰਡਨ ਹੈ। ਇਕੱਲਾ ਤੁਹਾਡੇ ਆਪਣੇ ਵਾਸਤੇ ਨਹੀਂ ਹੈਗਾ, ਫਿਰ ਤੁਹਾਡੇ ਨਾਲ ਵਾਲਿਆਂ ਵਾਸਤੇ ਵੀ ਹੈਗਾ। ਜਿਵੇਂ ਮੈਂ ਆਪਣੇ ਇੰਪਲਾਈਜ਼ ਨੂੰ ਹਮੇਸ਼ਾ ਇੱਕ ਗੱਲ ਕਹਿੰਦਾ ਸੀਗਾ, ਸਪੋਜ਼ ਮੈਂ 9 ਵਜੇ ਮੀਟਿੰਗ ਰੱਖ ਲਈ ਤੇ 9 ਵਜੇ ਅਗਰ ਤੁਸੀਂ ਹਾਜ਼ਰ ਨਹੀਂ ਹੋਏ ਤਾਂ ਤੁਹਾਡੇ ਤੇ ਬਰਡਨ ਵੀ ਐਸਐਮਓ ਜਿਹੜਾ ਹੈਗਾ ਮੀਟਿੰਗ ਲੈ ਰਿਹਾ ਹੋਣਾ, ਤੇ ਉਹ ਤੁਹਾਡਾ ਬਲੱਡ ਪ੍ਰੈਸ਼ਰ ਹਾਈ। ਬਿਲਕੁਲ। ਉੱਧਰੋਂ ਮੇਰਾ ਇਸ ਕਰਕੇ ਹਾਈ ਕਿ ਮੈਂ ਇਹਨਾਂ ਨੂੰ ਕਿਹਾ ਸੀ 9 ਵਜੇ ਆਉਣਾ, ਇਹ ਆਉਂਦੇ ਨਹੀਂ, ਡਿਊਟੀ 'ਤੇ ਨਹੀਂ ਆਉਂਦੇ। ਇਹਦਾ ਮਤਲਬ ਹੈਗਾ ਕਿ ਦੋ ਬੰਦੇ ਜਿਹੜੇ ਆਪਾਂ ਲਾਈਫ ਸਟਾਈਲ ਡਿਸੀਜ਼ਸ ਦੀ ਗੱਲਾਂ ਕਰਦੇ ਨਾ, ਜਿਹਦੇ 'ਚ ਬਲੱਡ ਪ੍ਰੈਸ਼ਰ, ਸ਼ੂਗਰ, ਹੋਰ ਮੈਂਟਲ ਜਿਹੜੀਆਂ ਡਿਸੀਜ਼ਸ ਹੈਗੀਆਂ ਨੇ, ਉਹ ਐਕਚੁਅਲੀ ਕਾਰਨ ਵਾਈਸ ਵਰਸਾ ਹੀ ਬਣਿਆ ਹੋਇਆ, ਆਪਾਂ ਹੀ ਬਣਾਇਆ ਹੋਇਆ। ਜੇ ਆਪਾਂ ਨਿਕਲ ਸਕਦੇ ਹਾਂ ਉਹਦੇ 'ਚੋਂ, ਸ਼ਾਂਤੀ ਨਾਲ ਵੀ ਰਹਿ ਸਕਦੇ ਹਾਂ ਤੇ ਦੁਖੀ ਵੀ ਰਹਿ ਸਕਦੇ ਹਾਂ, ਜਿਵੇਂ ਆਪਣਾ ਮਨ ਕਰਦਾ ਉਹਦੇ 'ਚ। ਉਹ ਸਾਡੇ 'ਤੇ ਡਿਪੈਂਡ ਕਰਦਾ ਵੀ ਅਸੀਂ ਲੈਣਾ ਕਿਵੇਂ। ਹਾਂ, ਉਸਨੂੰ ਕਿਸ ਤਰ੍ਹਾਂ ਲੈਣਾ ਵਿੱਚ। ਡਾਕਟਰ ਸਾਹਿਬ, ਜਿਵੇਂ ਚਲੋ ਨੌਕਰੀ ਵੇਲੇ ਤੁਸੀਂ ਡਿਊਟੀ ਕਰਦੇ ਰਹੇ, ਫਿਰ ਹੁਣ ਕਿਵੇਂ ਦੇ ਰੁਝੇਵੇਂ ਨੇ ਤੁਹਾਡੇ? ਅਕਸਰ ਅਸੀਂ ਅਖਬਾਰਾਂ 'ਚ, ਚੈਨਲਾਂ ਤੁਹਾਨੂੰ ਦੇਖਦੇ ਹਾਂ, ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ, ਸਮਾਜਿਕ ਤੌਰ 'ਤੇ ਵਿਚਰਦੇ ਹੋ। ਹੁਣ ਵੀ ਤੁਸੀਂ ਇੱਕ OPD ਕਰਕੇ ਤੁਸੀਂ ਆਏ ਰਹੋ, ਫਿਰ ਕਿਸ ਤਰ੍ਹਾਂ ਕਰਦੇ ਹੋ ਸਾਰਾ? ਦੇਖੋ, ਮੇਰੇ ਵਾਸਤੇ ਇਹ ਗੱਲ ਕਹਾਂਗਾ ਕਿ ਜਿਵੇਂ ਹੁਣ ਇਹ ਮਹਾਮਾਰੀ 'ਚ ਚੱਲ ਵੀ ਰਹੀ ਹੈ ਜਿਹੜੀ, ਇਸ ਮਹਾਮਾਰੀ ਦੇ ਵਿੱਚ 58 ਸਾਲ ਦੀ ਨੌਕਰੀ ਮੈਨੇ ਜਦੋਂ 30/11 ਨੂੰ ਅਜੇ 2019 ਨੂੰ ਰਿਟਾਇਰ ਹੋਇਆ, ਤਾਂ ਆਉਂਦੇ ਹੀ ਰੁਝੇਵਾਂ ਤੇ ਇਹੀ ਸੀਗਾ ਵੀ ਲੋਕਾਂ ਦੇ ਨਾਲ ਕੁਝ ਚੀਜ਼ਾਂ ਸਾਂਝੀਆਂ ਕਰਨੀਆਂ ਨੇ।
ਮੇਰਾ ਇੱਕ ਜਿਹੜਾ ਮੈਡੀਕਲ ਸੈਂਟਰ ਚੱਲਦਾ ਜਿਹਦਾ ਅਸੀਂ ਨਾਂ ਰੱਖਿਆ ਹੋਇਆ ਸਿਹਤ ਜਾਗਰੂਕਤਾ ਤੇ ਟ੍ਰੀਟਮੈਂਟ ਸੈਂਟਰ ਲਾਲਪੁਰ ਦੇ ਵਿੱਚ। ਉਹ ਚੱਲ ਰਿਹਾ ਸੀਗਾ, ਅਚਾਨਕ ਕਰੋਨਾ ਆ ਗਿਆ। ਥੋੜੀ ਦੇਰ ਵਾਸਤੇ ਉਹਨੂੰ ਜਿਹੜਾ ਹੈਗਾ ਮਹੀਨਾ ਕੋ ਵਿੱਚ ਬੰਦ ਰਿਹਾ, ਲੇਕਿਨ ਹੁਣ ਪਿਛਲੇ 5-6 ਮਹੀਨਿਆਂ ਤੋਂ ਲਗਾਤਾਰ ਚੱਲਦਾ ਆ ਰਿਹਾ। ਸੋ ਮੇਰੇ ਵਾਸਤੇ ਕਰੋਨਾ ਔਰ ਨੋ ਕਰੋਨਾ ਇੱਕੋ ਗੱਲ ਹੀ ਹੈ ਵਿੱਚ ਜਿਹੜੀ ਹੈਗੀ ਹੈ, ਕਿਉਂਕਿ ਅੱਜ ਅਗਰ ਮੈਂ ਰਿਟਾਇਰਮੈਂਟ ਹੋਣ ਤੋਂ ਬਾਅਦ ਆਪਣੇ ਘਰ ਬੈਠ ਜਾਵਾਂ ਤਾਂ ਮੈਨੂੰ ਇਹ ਲੱਗਦਾ ਕਿ ਫਿਰ ਮੈंने ਡਾਕਟਰੀ ਨਹੀਂ ਕੀਤੀ। ਜੇ ਡਾਕਟਰੀ ਕੀਤੀ ਹੈ ਤਾਂ ਫਿਰ ਇਹ ਔਖਾ ਸਮਾਂ ਹੁੰਦੀ ਘੜੀ, ਐਕਸਟਰਾਆਰਡੀਨਰੀ ਸਿਚੁਏਸ਼ਨ ਹੈ ਜਿਹਦੇ 'ਚ ਮੈਂ ਘਰ ਬੈਠ ਗਿਆ, ਤੇ ਇਹਦਾ ਮਤਲਬ ਫਿਰ ਤਾਂ ਮੈਂ ਆਪਣੀ ਮौज ਮਸਤੀ ਕੀਤੀ। ਉਦੋਂ ਮੈਨੂੰ ਤਨਖਾਹ ਮਿਲਦੀ ਸੀ। ਇਹ ਸੈਂਟਰ ਜਿਹੜਾ ਹੈਗਾ ਇਹ ਫ੍ਰੀ ਸੈਂਟਰ ਹੈ ਵਿੱਚ, ਇਹਦੇ 'ਚ ਅਸੀਂ ਲੋਕਾਂ ਕੋਲ ਪੈਸੇ ਨਹੀਂ ਲੈਂਦੇ ਕੁਝ ਵੀ, ਪਰ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਮੈंने ਡਾਕਟਰੀ ਕੀਤੀ ਹੋਈ ਹੈ। ਤਾਂ ਉਸ ਡਾਕਟਰੀ ਦਾ ਜਿਹੜਾ ਮੈਂ ਚਾਹੁੰਦਾ ਕਿ ਇਸ ਮਹਾਮਾਰੀ ਦੇ ਵਿੱਚ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਫਾਇਦਾ ਜਿਹੜਾ ਹੈਗਾ ਹੋ ਸਕੇ। ਤੁਸੀਂ ਸ਼ਾਇਦ ਮੇਰੇ ਨਾਲ ਕਨੈਕਟਡ ਹੀ ਹੋ, ਜਿਵੇਂ ਜਰਾ ਸੋਚੋ ਟਾਈਟਲ ਦੇ ਨਾਂ ਤੇ ਮੇਰੇ ਵੱਲੋਂ ਹੁੰਦਾ, ਉਹਦੇ 'ਚ ਮੈਂ ਕੋਵਿਡ ਬਿਮਾਰੀ ਬਾਰੇ ਵੀ ਕਾਫੀ ਕੁਝ ਲੋਕਾਂ ਦੀਆਂ ਜਿਹੜੀਆਂ ਕੁਝ ਇੱਦਾਂ ਦੀਆਂ ਸ਼ੰਕਾਵਾਂ ਸੀਗੀਆਂ, ਜੋ ਕੁਝ ਹੋਣ ਦੀ ਘੜੀ ਹੋਇਆ, ਜਾਂ ਸਰਕਾਰ ਕੀ ਕਰ ਰਹੀ ਹੈ, ਜਾਂ ਕਿਵੇਂ ਆਪਾਂ ਇਲਾਜ ਕਰਨਾ, ਬਹੁਤ ਕੁਝ ਲਿਖਿਆ ਤੇ ਬਹੁਤ ਕੁਝ ਬੋਲਿਆ ਵੀ ਹੈ। ਸੋ ਮੀਡੀਆ ਦਾ ਖਾਸ ਕਰਕੇ ਮੈਂ ਜ਼ਿਆਦਾ ਥੈਂਕਸ ਕਰਾਂਗਾ, ਕਿਉਂਕਿ ਮੀਡੀਆ ਨੇ ਕਾਫੀ ਸਾਰੀਆਂ ਚੈਨਲਸ ਜਿਹੜੀਆਂ ਹੈਗੀਆਂ ਨੇ, ਜਿਵੇਂ ਅੱਜ ਵੀ ਆਪਾਂ ਗੱਲ ਕੀਤੀ ਹੈ, ਕੋਵਿਡ ਦੀ ਗੱਲ ਸਟਾਰਟ ਹੋ ਗਈ ਬਾਈ ਚਾਂਸ। ਸੋ ਲੋਕਾਂ ਤੱਕ ਇੱਕ ਚੰਗਾ ਮੈਸੇਜ, ਅਵੇਅਰਨੈਸ ਮੈਸੇਜ ਜਿਹੜਾ ਹੈਗਾ, ਕੋਸ਼ਿਸ਼ ਮੇਰੀ ਰਹੀ ਹੈ। ਔਰ ਜਿੱਥੇ ਜਿੱਥੇ ਸਰਕਾਰ ਨੇ ਗਲਤੀਆਂ ਕੀਤੀਆਂ ਨੇ, ਵੈਸੇ ਇਸ ਸਿਸਟਮ ਦੇ ਦੌਰਾਨ ਸਰਕਾਰ ਨੇ ਰੱਜ ਕੇ ਗਲਤੀਆਂ ਕੀਤੀਆਂ ਹੋਈਆਂ ਨੇ ਔਰ ਇਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਅੱਜ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਕਿ ਇਹਨਾਂ ਨੂੰ ਮੈਂ ਡੇ 1 ਤੋਂ ਅਵੇਅਰ ਕਰਦਾ ਆ ਰਿਹਾ ਸੀਗਾ ਵੀ ਤੁਸੀਂ ਇਹ ਕੰਮ ਨਾ ਕਰੋ, ਇਹ ਗਲਤ ਹੈਗਾ, ਇਹ ਕੰਮ ਨਾ ਕਰੋ, ਇਹ ਗਲਤ ਹੈਗਾ। ਪਰ ਉਹ ਸਰਕਾਰੀ ਜਿਸ ਤਰ੍ਹਾਂ ਦਾ ਢੰਗ ਬਣਿਆ ਹੋਇਆ, ਕਿਉਂਕਿ ਉਹਦਾ ਕਾਰਨ ਸਭ ਤੋਂ ਵੱਡਾ ਹੈਗਾ ਕਿ ਜਿਹੜਾ ਆਪਣਾ ਕਮਾਂਡਰ ਹੈ ਨਾ, ਉਹ ਕਮਾਂਡਰ ਹੀ ਗਲਤ ਹੈ ਅਸਲ 'ਚ। ਜੇ ਕਮਾਂਡਰ ਗਲਤ ਹੈਗਾ ਤੇ ਫੌਜਾਂ ਨੇ ਤੇ ਫਿਰ ਕੁਛ ਨਾ ਕੁਛ ਉਲਟ ਕਰ ਹੀ ਦੇਣਾ ਹੁੰਦਾ ਵਿੱਚ ਜਿਹੜਾ ਹੈਗਾ। ਸੋ ਕਮਾਂਡਰ ਤੁਹਾਨੂੰ ਪਤਾ ਹੀ ਅੱਜ ਦੀ ਡੇਟ 'ਚ ਕੌਣ, ਹੈਲਥ ਮਿਨਿਸਟਰ। ਮੈਂ ਤੁਹਾਨੂੰ ਇਹ ਸਵਾਲ ਜ਼ਰੂਰ ਕਰਨਾ ਸੀਗਾ ਕਿਉਂਕਿ ਕਰੋਨਾ ਨੇ ਸਾਰੇ ਦੁਨੀਆ ਦੇ ਵਿੱਚ ਸਿਸਟਮ ਨੂੰ ਇੱਕ ਤਰ੍ਹਾਂ ਹਾਲਾਤ, ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਸਿਸਟਮ ਹੀ ਠੀਕ ਨਹੀਂ ਹੈਗਾ, ਕਿੱਥੇ ਕਿੱਥੇ ਕਿਵੇਂ ਕਮੀਆਂ ਰਹਿ ਗਈਆਂ ਜੀ? ਨਹੀਂ, ਸਭ ਤੋਂ ਪਹਿਲਾਂ ਵੱਡੀ ਗੱਲ ਜਿਹੜੀ ਹੈਗੀ ਨਾ, ਉਹ ਤਾਂ ਨੰਬਰ 1 ਕਮਾਂਡਰ ਜਿਹੜਾ ਉਹ ਹੈਲਥ ਮਿਨਿਸਟਰ ਆਏਗਾ ਜੀ। ਭਾਵੇਂ ਚੀਫ ਮਿਨਿਸਟਰ ਓਵਰਆਲ ਸਟੇਟ ਦਾ ਇੰਚਾਰਜ ਹੁੰਦਾ ਹੈ ਜਾਂ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਦੇਸ਼ ਦਾ ਇੰਚਾਰਜ, ਲੇਕਿਨ ਹੈਲਥ ਮਿਨਿਸਟਰ ਬਹੁਤ ਇੰਪੋਰਟੈਂਟ ਹੈ, ਕਿਉਂਕਿ ਹੈਲਥ ਮਿਨਿਸਟਰ ਦੇ ਨਾਲ ਡਾਇਰੈਕਟ ਕੰਟੈਕਟ ਆਉਣਾ, ਜਿੰਨੇ ਵੀ ਆਫੀਸਰਸ ਦਾ ਆਉਣਾ ਜਾਂ ਲੋਕਾਂ ਦਾ ਵੀ ਆਉਣਾ ਵਿੱਚ ਜਿਹੜੀ ਹੈਗੀ। ਪ੍ਰਧਾਨ ਮੰਤਰੀ ਦਾ ਤੇ ਚੀਫ ਮਿਨਿਸਟਰ ਦਾ, ਉਹਨਾਂ ਦਾ ਰੋਲ ਆਉਣਾ ਵਿੱਚ, ਕਿਉਂਕਿ ਓਵਰਆਲ ਤਾਂ ਜਿਹੜੇ ਹੈਗੇ ਨੇ ਸਟੇਟ ਦੇ ਜਾਂ ਦੇਸ਼ ਦੇ ਇੰਚਾਰਜ ਨੇ, ਲੇਕਿਨ ਉਹ ਨੰਬਰ 2 ਤੇ ਆਉਣੇ ਨੇ। ਨੰਬਰ 1 ਤੇ ਹੈਲਥ ਮਿਨਿਸਟਰ ਆਉਣੇ ਨੇ। ਹੁਣ ਸੈਂਟਰ ਗਵਰਨਮੈਂਟ ਦੇ ਹੈਲਥ ਮਿਨਿਸਟਰ ਜਿਹੜੇ ਹੈਗੇ ਨੇ, ਉਹ ਬੀਇੰਗ ਏ ਡਾਕਟਰ, ਉਹਨਾਂ ਕੋਲੋਂ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਉਹਨਾਂ ਕੋਲੋਂ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਜ਼ਿਆਦਾ ਸੁਣੀ ਹੋਵੇ ਜਿਹੜੀ ਮੈਡੀਕਲ ਸਾਇੰਸ ਦੇ ਨਾਲ ਰਿਲੇਟਡ ਨਾ ਹੋਵੇ। ਪੋਲੀਟੀਕਲ ਕੰਪਲਸ਼ਨਸ ਉਹਨਾਂ ਦੀਆਂ ਵੀ ਹੈਗੇ ਨੇ, ਕਿਉਂਕਿ ਕਈ ਸਾਰੀਆਂ ਸਟੇਟਮੈਂਟਸ ਉਹਨਾਂ ਦੀਆਂ ਵੀ ਇਸ ਤਰ੍ਹਾਂ ਦੀਆਂ ਆਈਆਂ ਜਿਹੜੀਆਂ ਲੱਗਦਾ ਸੀਗਾ ਕਿ ਪੋਲੀਟੀਕਲ ਮੋਟੀਵੇਟਡ ਨੇ। ਲੇਕਿਨ ਜੇ ਆਪਾਂ, ਕਿਉਂਕਿ ਆਪਾਂ ਪੰਜਾਬ ਵਿੱਚ ਬੈਠੇ ਹਾਂ, ਇਸ ਕਰਕੇ ਆਪਾਂ ਪੰਜਾਬ ਦੀ ਗੱਲ ਹੀ ਕਰਾਂਗੇ ਵਿੱਚ। ਬਿਲਕੁਲ। ਪੰਜਾਬ ਦੇ ਹੈਲਥ ਮਿਨਿਸਟਰ ਤਾਂ ਪੰਜਾਬੀ 'ਚ ਤਾਂ ਅਸੀਂ ਕਹਾਂਗੇ ਉਹਨਾਂ ਨੂੰ ਊੜਾ ਨਹੀਂ ਪਤਾ ਵਿੱਚ, ਕਿਉਂਕਿ ਉਹਨਾਂ ਦੀ ਕੋਈ ਇਨਵੋਲਵਮੈਂਟ ਹੀ ਨਹੀਂ ਹੈ। ਮੈਂ ਤਾਂ ਵੈਸੇ ਉਹਨਾਂ ਵਾਸਤੇ ਵਰਡ ਇੱਕ ਯੂਜ਼ ਕਰਦਾ ਹਾਂ ਕਿ ਬਦਲੀ ਮੰਤਰੀ ਨੇ। ਉਹ 1.5 ਸਾਲ ਹੋ ਗਿਆ ਉਹਨਾਂ ਨੂੰ ਹੈਲਥ ਮਿਨਿਸਟਰ ਬਣਿਆ ਨੂੰ, ਅੱਜ ਤੱਕ ਇੱਕ ਵੀ ਐਸੀ ਐਕਟੀਵਿਟੀ ਔਨ ਰਿਕਾਰਡ ਹੈ ਨਹੀਂ, ਸਿਰਫ ਬਦਲੀਆਂ ਤੋਂ ਇਲਾਵਾ। ਕਦੀ ਐਮਓ ਬਦਲੀ ਕਰਤਾ, ਕਦੀ ਐਸਐਮਓ ਬਦਲੀ ਕਰਤਾ, ਕਦੀ ਸਿਵਲ ਸਰਜਨ ਬਦਲੀ ਕਰਤੇ, ਔਰ ਝੂਠੇ ਤੇ ਠੱਗ ਡਾਇਰੈਕਟਰ ਲਗਾਏ ਹੋਏ, ਝੂਠੇ ਔਰ ਠੱਗ ਰਿਸ਼ਵਤਖੋਰ ਡਾਇਰੈਕਟਰ ਲੱਗੇ ਹੋਏ ਆ। ਤੁਸੀਂ ਦੇਖੋ ਸਾਡੀ ਜਿਹੜੀ ਸਾਰੀ ਹੈਲਥ ਸਰਵਿਸਿਜ਼ ਨੇ, ਉਹਦਾ ਬਹੁਤਾ ਸਾਰਾ ਫੰਡਿੰਗ ਜਿਹੜੀ ਹੈਗੀ ਹੈ ਨਾ, ਉਹ NHM ਦੇ ਥਰੂ ਆਉਂਦੀ ਹੈ ਜੀ, ਨੈਸ਼ਨਲ ਹੈਲਥ ਮਿਸ਼ਨ ਜਿਹਨੂੰ ਆਪਾਂ ਕਹਿੰਦੇ। ਉਹਦੇ ਜਿਹੜਾ ਡਾਇਰੈਕਟਰ ਹੈਗੇ ਆ, ਉਹਨਾਂ 'ਤੇ ਪਤਾ ਨਹੀਂ ਕਿੰਨੇ ਸਾਰੇ ਚਾਰਜਸ ਲੱਗੇ ਹੋਏ ਆ ਵਿੱਚ, ਵਾਅਦੇ 'ਤੇ ਉਹ ਚੱਲ ਰਹੇ ਆ। ਮੈਨੂੰ ਪਤਾ ਨਹੀਂ ਇਹਨਾਂ ਦੀ ਕਿਹੜੀ ਕੰਪਲਸ਼ਨ ਹੈ ਵੀ ਉਹਨੂੰ ਡਾਇਰੈਕਟਰ ਲਗਾਇਆ ਹੋਇਆ। ਫਿਰ ਸਾਡਾ ਜਿਹੜਾ ਸਭ ਤੋਂ ਅੱਗੇ ਫਰੰਟ ਲਾਈਨ ਵਰਕਰਸ ਹੁੰਦੇ ਆ, ਸਟਾਫ, ਜਿਹਨੂੰ ਆਪਾਂ ਫੈਮਿਲੀ ਪਲੈਨਿੰਗ ਵਾਲਾ ਸਟਾਫ ਕਹਿੰਦੇ, ਉਹਦੇ ਜਿਹੜੇ ਡਾਇਰੈਕਟਰ ਨੇ, ਉਹ ਡਾਇਰੈਕਟਰ ਸਭ ਤੋਂ ਜੂਨੀਅਰ ਮੋਸਟ ਹੈ। ਅੱਛਾ ਜੀ। ਹਾਂ, ਡਾਕਟਰ ਪ੍ਰਭਦੀਪ ਕੌਰ ਜੌਹਲ ਜਿਹੜੇ ਹੈਗੇ ਆ, ਸਭ ਤੋਂ ਜੂਨੀਅਰ ਮੋਸਟ ਨੇ। ਪਹਿਲਾਂ ਤਾਂ ਉਹਨਾਂ ਨੂੰ ਲੋਕਾਂ ਨੂੰ, ਦੂਜਿਆਂ ਹੋਰ ਨੂੰ ਪਿੱਛੇ ਛੱਡ ਕੇ ਤੇ ਉਹਨਾਂ ਨੂੰ ਪ੍ਰਮੋਸ਼ਨ ਦਿੱਤੀ ਲਾਸਟ ਡੇ 'ਤੇ, ਜਦੋਂ ਉਹਨਾਂ ਦੀ ਐਕਸਟੈਂਸ਼ਨ ਸਟਾਰਟ ਹੋਣੀ ਸੀਗੀ, ਰਿਟਾਇਰਮੈਂਟ ਏਜ ਸੀਗੀ। ਉਸ ਤੋਂ ਪਹਿਲਾਂ ਐਕਸਟੈਂਸ਼ਨ ਦੇ ਕੇ ਫਿਰ ਉਹਨਾਂ ਨੂੰ ਡਾਇਰੈਕਟਰ ਲਗਾਇਆ ਹੋਇਆ। ਮਤਲਬ ਜਿਹੜਾ ਸਾਡਾ ਹੁਣ ਦੀ ਘੜੀ ਥੱਲੇ ਵਾਲਾ ਸਟਾਫ, ਜਿਹਨੂੰ ਆਪਾਂ ਫਰੰਟ ਲਾਈਨ ਵਾਰੀਅਰ ਦੀ ਗੱਲਾਂ ਕਰਦੇ ਹਾਂ ਆਪਾਂ, ਠੀਕ ਹੈ, ਜਿਹਦੇ ਵਿੱਚ ਖਾਸ ਕਰਕੇ ਤੁਹਾਡੇ ਜਿਹੜੇ ਹੈਗੇ ਇਹ ਵਰਕਰਸ ਆਪਣੇ ਮੇਲ ਐਂਡ ਫੀਮੇਲ ਆਸ਼ਾ ਵਰਕਰਸ ਤੇ ਚਲੋ NHM ਦੇ ਵਿੱਚ ਆਉਂਦੇ ਆ, ਲੇਕਿਨ ਇਹ ANMs ਜਿਹੜੇ ਹੈਗੇ ਨੇ ਤੇ ਮਲਟੀਪਰਪਸ ਮੇਲ ਤੇ ਫੀਮੇਲ ਦੋਨੇ, ਹੁਣ ਤੁਸੀਂ ਦੇਖਿਆ ਹੋਣਾ ਡੰਡੇ ਖਾ ਰਹੇ ਆ ਵਿੱਚ। ਬਿਲਕੁਲ।
ਠੀਕ ਹੈ, ਉਦੋਂ ਜੋ ਬਠਿੰਡੇ ਦੇ ਜਿਨ੍ਹਾਂ ਦਾ ਸਿੱਧਾ ਰਾਬਤਾ ਹੁੰਦਾ ਲੋਕਾਂ ਦੇ ਨਾਲ ਹੁੰਦਾ ਔਰ ਉਹਨਾਂ ਦਾ ਡਾਇਰੈਕਟਰ ਆਪ ਜਿਹੜਾ ਸਭ ਤੋਂ ਜੂਨੀਅਰ ਮੋਸਟ ਹੈਗਾ, ਜਿਹਦਾ ਕੋਈ ਵੀ ਐਕਸਪੀਰੀਅੰਸ ਨਾ ਹੋਵੇ, ਉਹ ਲਗਾਇਆ। ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਆਪਾਂ ਕਿਸੇ, ਤੁਸੀਂ ਪੁੱਛਿਆ ਨਾ ਕਿੱਥੇ ਕਿੱਥੇ ਗਲਤੀ ਹੋਈਆਂ, ਗਲਤੀਆਂ ਤਾਂ ਉੱਥੇ ਸਟਾਰਟ ਹੋ ਗਈਆਂ, ਟੌਪ ਤੋਂ ਸਟਾਰਟ ਹੋ ਗਈਆਂ। ਮੰਤਰੀ ਹੈ ਨਹੀਂ ਕੁਝ ਵੀ, ਜ਼ੀਰੋ, ਕੋਈ ਇੰਟਰੈਕਸ਼ਨ ਨਹੀਂ ਲੋਕਾਂ ਦੇ ਨਾਲ ਐਕਸੈਪਟ ਬਦਲੀਆਂ ਕਰਨ ਤੋਂ ਇਲਾਵਾ। ਨੰਬਰ 2 ਜਿਹੜੇ ਡਾਇਰੈਕਟਰ ਹੁੰਦੇ ਆ ਜਿਨ੍ਹਾਂ ਨੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਸੀਗਾ, ਉਹ ਇਸ ਤਰ੍ਹਾਂ ਦੇ ਲਗਾਏ ਹੋਏ ਆ ਕਿ ਜਿਹੜੇ ਦਾਗੀ ਹੈਗੇ ਆ ਵਿੱਚੋਂ। ਨੰਬਰ 3 ਕਿ ਐਕਚੁਅਲੀ ਇਹ ਜਿਹੜੀ ਹੈਲਥ ਹੈ ਨਾ, ਇਹ ਕੰਪਲਿਕੇਟਡ ਸਬਜੈਕਟ ਹੈ, ਇੰਨਾ ਸੌਖਾ ਸਿੱਧਾ ਨਹੀਂ ਹੈ ਵਿੱਚ ਜਿਹੜਾ ਹੈਗਾ। ਇਸ ਨੂੰ ਸਮਝਣ ਲੱਗਿਆ ਟਾਈਮ ਲੱਗਦਾ ਹੈ। ਇਸ ਕਰੋਨਾ ਦੇ ਦੌਰਾਨ ਇਹ ਜਿਹੜਾ ਐਪੀਡੈਮਿਕ ਡਿਜ਼ੀਜ਼ ਕੰਟਰੋਲ ਐਕਟ ਹੈਗਾ ਜਿਹੜਾ, ਉਹਦੇ ਅੰਡਰ ਤੇ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਸਾਰੀਆਂ ਪਾਵਰਾਂ ਜਿਹੜੀਆਂ ਹੈਗੀਆਂ ਨੇ ਉਹ ਸਿਵਲ ਐਡਮਿਨਿਸਟ੍ਰੇਸ਼ਨ ਕੋਲ ਨੇ, ਜਦੋਂ ਕਿ ਚਾਹੀਦਾ ਉਲਟ ਸੀਗਾ। ਇਹ ਸਾਰੀਆਂ ਪਾਵਰਾਂ ਡਿਸਟ੍ਰਿਕਟ ਲੈਵਲ ਦੇ ਉੱਤੇ ਡੀਸੀ, ਬਲਾਕ ਲੈਵਲ ਦੇ ਉੱਤੇ ਜਾਂ ਸਬ ਡਿਵੀਜ਼ਨ ਲੈਵਲ ਦੇ ਉੱਤੇ ਐਸਡੀਐਮ, ਇਹ ਆਰਡਰ ਕਰਦੇ ਆ ਡਾਕਟਰਾਂ ਨੂੰ, ਬਜਾਏ ਕਿ ਚਾਹੀਦਾ ਸੀਗਾ ਉਲਟ। ਡਾਕਟਰਾਂ ਦੀ ਗੱਲ ਸੁਣੀ ਜਾਂਦੀ ਤੇ ਫਿਰ ਉਸ ਨੂੰ, ਚਲੋ ਮੈਂ ਕਹਿੰਦਾ ਵੀ ਇੱਕ ਕੋਆਰਡੀਨੇਟਰ ਹੋ ਸਕਦੇ, ਮੈਂ ਨਹੀਂ ਉਸ ਗੱਲ ਤੋਂ ਨਹੀਂ ਮੁਕਰਦਾ, ਲੇਕਿਨ ਸਿਸਟਮ ਹੀ ਗਲਤ ਹੋ ਗਿਆ ਸਾਰਾ। ਮੈਂ ਕਿ ਤੁਹਾਨੂੰ ਛੋਟੀ ਜਿਹੀ ਗੱਲ ਦੱਸਾਂ ਕਿ ਅੱਜ ਜਦੋਂ ਕਰੋਨਾ ਸਟਾਰਟ ਹੋਇਆ, ਤੁਸੀਂ ਵੀ ਸੁਣਿਆ ਹੋਣਾ, ਸਪਰੇਅ ਨਾ ਸੁਣਿਆ ਸੀਗਾ, ਉਦੋਂ ਲੋਕਾਂ 'ਚ ਸਪਰੇਅ ਹੋ ਰਹੀ ਸੀ। ਕੋਈ ਬੰਦਾ ਹੁਣ ਦੀ ਘੜੀ ਮੈਨੂੰ ਗਵਰਨਮੈਂਟ ਦਾ ਕੋਈ ਵੀ ਆਫੀਸਰ ਇਹ 10 ਕਰੋੜ ਰੁਪਏ ਖਰਚ ਕੀਤੇ ਇਹਨਾਂ ਨੇ, ਦੱਸ ਸਕਦਾ ਵੀ ਇਹਨਾਂ ਨੇ ਸਪਰੇਅ ਕਿਸ ਕੰਮ ਵਾਸਤੇ ਕਰਾਈ ਸੀ। ਉਹ ਜਿਹੜੀ ਸਪਰੇਅ ਸੀਗੀ ਜਿਹਨੂੰ ਸੋਡੀਅਮ ਹਾਈਪੋਕਲੋਰਾਈਡ ਕਹਿੰਦੇ ਆ, ਬਲੀਚਿੰਗ ਪਾਊਡਰ ਹੁੰਦਾ ਜਿਹੜਾ, ਉਹ 2 ਘੰਟੇ ਅਸਰ ਹੁੰਦਾ ਉਹਦਾ। ਨਾਲੇ ਉਹ ਹੁੰਦਾ ਉੱਥੇ ਹੁੰਦਾ ਜਿੱਥੇ ਤੁਸੀਂ ਵਾਇਰਸ ਪਈ ਆ ਉਹਦੇ ਉੱਤੇ ਪਾਤਾ, ਇੱਦਾਂ ਥੋੜ੍ਹੀ ਟਿਕ ਕਰਦੇ ਕਰੋ। ਆਹ ਸਾਡੇ ਮੰਤਰੀ ਜੀ ਨੇ ਤਾਂ ਡਰੋਨ ਜਿਹੜੇ ਵਿੱਚ ਪਾ ਕੇ 11 ਫੇਜ਼ 'ਚ ਫੋਟੋ ਖਿਚਾਈਆਂ, ਲੋਕਾਂ ਦੇ ਸਿਰ 'ਚ ਸੋਡੀਅਮ ਹਾਈਪੋਕਲੋਰਾਈਡ ਪਾਇਆ। ਦੱਸੋ ਕਿਹੜੇ ਮੰਤਰੀ ਦੀਆਂ ਆਪਾਂ ਗੱਲਾਂ ਕਰਦੇ ਹਾਂ। ਇੱਥੇ ਮੈंने ਦੇਖਿਆ ਸੀਗਾ ਕਿ ਕੰਧਾਂ ਉੱਤੇ ਸਪਰੇਅ ਕਰਦੇ ਤਾਂ ਫੋਟੋ ਖਿਚਾ ਕੇ ਜਿਹੜੀ ਹੈਗੀ ਕਿ ਮੈਂ ਬਹੁਤ ਜ਼ਿਆਦਾ ਲੋਕ ਸੇਵਾ ਕਰ ਰਿਹਾ। ਇਹੋ ਜਿਹੇ ਮੰਤਰੀ ਕੋਲ ਜੇ ਤੁਸੀਂ ਲੋਕ ਸੇਵਾ ਕਰਾਓਗੇ ਤੇ ਆਪਾਂ ਲੋਕਾਂ ਦਾ ਭਲਾ ਕਿੱਥੋਂ ਕਰ ਸਕਦੇ। ਸਰ ਇਹਦਾ ਇਹ ਲੱਗਦਾ ਵੀ ਕਰੋਨਾ ਨੂੰ ਐਡਾ ਸੀਰੀਅਸ ਨਹੀਂ ਲਿਆ ਸਰਕਾਰ ਨੇ, ਉਲਟਾ ਸਿਆਸਤ ਵਰਤੀ, ਬਸ ਨਾ ਸਿਆਸਤ ਕੀਤੀ। ਨਹੀਂ, ਸਿਆਸਤ ਫਿਰ ਇਹਦੇ 'ਚ ਬਹੁਤ ਹੀ ਜ਼ਿਆਦਾ ਹੋਈ ਨਾ, ਸਿਆਸਤ ਵੀ ਹੋਈ, ਠੱਗੀ ਵੀ ਹੋਈ। ਆ ਲੇਟੈਸਟ ਮੈਂ ਤੁਹਾਨੂੰ ਦੱਸਾਂ ਕਿਵੇਂ ਇਹਨਾਂ ਨੇ ਆਕਸੀਜਨ ਸਿਲੰਡਰ ਖਰੀਦੇ ਸੀ ਪਿਛਲੇ ਮਹੀਨੇ 'ਚ। ਅੱਛਾ ਜੀ। ਇਹਨਾਂ ਨੇ ਸਿਲੰਡਰ ਖਰੀਦਿਆ 16,850 ਰੁਪਏ ਦਾ ਸਿਲੰਡਰ ਸਮੇਤ ਭਰਿਆ ਹੋਇਆ ਸਿਲੰਡਰ ਜੀ, ਉਹਨੂੰ ਟਾਈਪ ਡੀ ਕਿਹਾ ਗਿਆ। 47 ਲੀਟਰ ਵਾਟਰ ਕਪੈਸਿਟੀ ਦੀ ਆਪਾਂ ਉਹਦੀ ਗੱਲ ਕਰਦੇ ਹਾਂ, ਮੈਕਸਿਮਮ ਹੁੰਦੀ ਆ ਉਹ। ਜਦੋਂ ਮੈਨੂੰ ਪਤਾ ਲੱਗਿਆ ਵੀ ਕਿਉਂਕਿ ਆਮ ਉਹਦਾ ਚੱਲਦਾ ਸੀਗਾ ਕੋਈ 8-10 ਹਜ਼ਾਰ ਰੁਪਏ ਦਾ ਪੈਂਦਾ, ਪਰ ਚਲੋ ਮੈਂ 2 ਹੋਰ ਕਿਸੇ ਸੰਸਥਾਵਾਂ ਤੋਂ, ਇੰਸਟੀਟਿਊਸ਼ਨ ਤੋਂ ਲਈਆਂ, ਉਹਦੀ ਕੋਟੇਸ਼ਨਸ ਲੈ ਕੇ ਦੇਖੀਆਂ। ਇੱਕ ਦੇ ਵਿੱਚ 12,800 ਰੁਪਏ ਔਰ ਦੂਸਰੇ ਦੇ ਵਿੱਚ 11,000, ਮਤਲਬ 4,000 ਤੋਂ ਲੈ ਕੇ 5,000 ਰੁਪਏ ਤੱਕ ਪਰ ਸਿਲੰਡਰ ਜਿਹੜਾ ਹੈਗਾ ਉਹ ਸਰਕਾਰ ਇਹਨੂੰ ਚੂਨਾ ਲਾ ਗਈ। ਮੈਂ ਅੱਗੇ ਕਹਿੰਦਾ ਵੀ ਰੇਤਾ ਖਾ ਗਏ ਸੀਗੇ, ਬਜਰੀ ਖਾ ਗਏ ਸੀਗੇ, ਠੀਕ ਹੈ, ਤੁਹਾਡਾ ਖਰਾਬਾ ਖਾ ਗਏ ਸੀਗੇ, ਐਕਸਾਈਜ਼ ਖਾ ਗਏ ਸੀਗੇ, ਹੁਣ ਤਾਂ ਆਕਸੀਜਨ ਵੀ ਖਾ ਗਏ। ਤਾਂ ਤੁਸੀਂ ਕਿਹੜੇ ਆਪਾਂ ਸਰਕਾਰ ਦੀ ਗੱਲ ਕਰਦੇ ਹਾਂ, ਜਿਹੜੀ ਸਰਕਾਰ ਸਭ ਤੋਂ ਇੰਪੋਰਟੈਂਟ ਇੰਗਰੀਡੀਐਂਟ ਸੀਗਾ ਕਿ ਅਗਰ ਆਪਾਂ ਸੁਣਿਆ ਹੀ ਹੈ ਵੀ ਜੇ ਕੋਈ ਮਰੀਜ਼ ਸੀਰੀਅਸ ਹੋਏ ਉਹਨੂੰ ਆਕਸੀਜਨ ਚਾਹੀਦੀ ਜੀ, ਆਕਸੀਜਨ ਚਾਹੀਦੀ, ਇਸੇ ਗੱਲ ਦਾ ਹੀ ਰੌਲਾ ਸਾਰੇ ਪਾਸੇ ਹੈ ਨਾ। ਤੇ ਆਕਸੀਜਨ ਦਾ ਇੱਕ ਸਿਲੰਡਰ ਦਾ 4,000 ਰੁਪਏ ਤੋਂ ਲੈ ਕੇ ਔਰ 5,000 5,500 ਤੱਕ ਇੱਕ ਸਿਲੰਡਰ ਪਿੱਛੇ ਇਹਨਾਂ ਨੇ ਘਾਟਾ ਪਾਇਆ। ਮੈਂ ਚੀਫ ਮਿਨਿਸਟਰ ਨੂੰ ਇਹ ਲੈਟਰ ਲਿਖ ਚੁੱਕਿਆ, ਨਿਊਜ਼ ਵੀ ਲੱਗੀ, ਠੀਕ ਹੈ, ਲੇਕਿਨ ਮੈਨੂੰ ਨਹੀਂ ਲੱਗਦਾ ਉੱਤੇ ਕੋਈ ਐਕਸ਼ਨ ਹੋਏਗਾ ਕਿ ਨਹੀਂ ਹੋਏਗਾ, ਕਿਉਂਕਿ ਠੱਗ ਨੇ ਸਾਰੇ ਰਲੇ ਹੋਏ ਵਿੱਚ ਜਿਹੜੇ ਹੈਗੇ। ਸੋ ਇਹਦੇ 'ਤੇ ਸਿਆਸਤ ਤਾਂ ਜਿੰਨੀ ਹੋਈ ਉਹ ਤੋਂ ਤੁਸੀਂ ਵੈਸੇ ਛੱਡ ਦਿਓ। ਜਿਹੜੀ ਇਹਦੇ 'ਚ ਘਪਲੇਬਾਜ਼ੀਆਂ ਸੀ, ਹੁਣੇ ਪਹਿਲਾਂ ਮੈंने ਕਿਹਾ ਕਿ ਮੇਰੇ ਕਰੋੜਾਂ ਰੁਪਏ ਇਹਨਾਂ ਨੇ ਸਪਰੇਅ 'ਤੇ ਖਰਚ ਕੀਤੇ। ਆ ਤੁਹਾਨੂੰ ਹੁਣੇ ਹੁਣ ਦੱਸਿਆ ਵੀ ਜਿਹੜਾ ਹੈਗਾ ਹੋਰ ਵੀ ਬਹੁਤ ਸਾਰੇ ਥਾਵਾਂ 'ਤੇ ਤੁਸੀਂ ਦੇਖੋ ਇਹਨਾਂ ਦਾ ਪੀਪੀ ਕਿਟਸ ਦਾ ਰੌਲਾ ਸਟਾਰਟ 'ਚ ਹੀ ਪੈ ਗਿਆ ਸੀਗਾ। ਅੰਮ੍ਰਿਤਸਰ ਮੈਡੀਕਲ ਕਾਲਜ ਦਾ ਪਿਆ ਸੀ, ਉਹਦੇ ਵਿੱਚ ਡਾਕਟਰਾਂ ਨੇ ਬਹੁਤ ਜ਼ਿਆਦਾ ਆਬਜੈਕਟ ਕੀਤਾ ਸੀਗਾ। ਫਿਰ ਇਹਨਾਂ ਨੇ ਕੀ ਕੀਤਾ, ਜਿਹੜੇ ਬੰਦੇ ਮਰੇ ਸੀਗੇ ਤਰਨਤਾਰਨ ਤੇ ਅੰਮ੍ਰਿਤਸਰ ਐਂਡ ਸ਼ਰਾਬ ਵਾਲੇ, ਉਦੋਂ ਵੀ ਉਹ ਜਿਹੜੀ ਸੀ ਨਾ ਸਪਿਰਿਟ ਜਿਹੜੀ ਹੈਗੀ ਆ ਬੇਸਿਕਲੀ, ਜਦੋਂ ਇਹਨਾਂ ਨੇ ਸੈਨੀਟਾਈਜ਼ਰ ਬਣਾਉਣ ਵਾਸਤੇ ਸਾਰਿਆਂ ਨੂੰ ਅਲਾਉ ਕਰਤਾ ਸੀਗਾ। ਜੋ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਸੀ ਉਹਦਾ ਇਹ ਸੀਗਾ ਕਿ ਉਹ ਸ਼ਾਇਦ ਉਹ ਵੀ ਉਸੇ ਚੱਕਰ 'ਚ ਹੀ ਹੋਇਆ। ਅੱਛਾ, ਚੱਲੀ ਇੱਥੋਂ ਇੱਧਰ ਕੋਈ ਲੁਧਿਆਣੇ ਦੇ ਨੇੜੇ ਕਿਤੇ ਚੱਲੀ ਸੀਗੀ, ਲੋਕਾਂ ਨੇ ਜਿਹੜੀ ਹੈਗੀ ਆ ਉਹਦੇ ਏਵਜ ਦੇ ਵਿੱਚ ਉਹ ਪੈਸੇ ਜਿਹੜੇ ਹੈਗੇ ਆ ਸਪਿਰਿਟ ਦੇ ਖੰਨੇ ਵੀ ਕੁਝ ਖੰਨੇ, ਹਾਂ, ਉਹ ਤੋਂ ਲੁਧਿਆਣੇ ਡਿਸਟ੍ਰਿਕਟਸ ਤੋਂ ਵਿੱਚੋਂ। ਸੋ ਇਹਨਾਂ ਨੇ ਤਾਂ ਲੋਕਾਂ ਨੂੰ ਰੱਜ ਕੇ ਮਾਰਿਆ ਤੇ ਰੱਜ ਕੇ ਲੁੱਟਿਆ, ਦੋਵੇਂ ਗੱਲਾਂ ਨੇ। ਮੈਂ ਕਹੂੰਗਾ ਮਾਸਕ ਆਪਾਂ ਜਿਹੜੇ ਹੈਗੇ ਆ, ਮੈਂ ਥੋੜ੍ਹਾ ਬੋਲਣ ਕਰਕੇ ਇਸ ਕਰਕੇ ਮੈਂ ਮਾਸਕ ਨਹੀਂ ਪਾਇਆ ਹੋਇਆ, ਨਹੀਂ ਤਾਂ ਆਪਾਂ ਕਹਿੰਦੇ ਹਾਂ ਕਿ ਨੋਰਮਲੀ ਹਾਂ ਥੋੜ੍ਹਾ ਮਾਸਕ ਰੱਖਣਾ ਹੈ। ਲੇਕਿਨ ਉਹਦੇ ਵਿੱਚ ਚਲੋ ਕਾਫੀ ਲੰਬੀ ਡਿਟੇਲ ਹੈਗੀ ਹੈ, ਜੇ ਆਪਾਂ ਉਸ 'ਤੇ ਗੱਲ ਕਰਾਂਗੇ। ਮਾਸਕ 2 ਜਾਂ 3 ਰੁਪਏ ਦਾ ਮਾਸਕ, 15 ਰੁਪਏ ਦਾ ਤਾਂ ਮੇਰੇ ਕੋਲੋਂ 1500 ਦਾ ਤਾਂ ਮੈਨੂੰ ਚੂਨਾ ਲੱਗ ਗਿਆ। ਔਰ ਮੈਂ ਸਰਕਾਰ ਕੋਲ ਇਸ ਗੱਲ ਦੀ ਕੰਪਲੇਂਟ ਕੀਤੀ ਸੀ, ਲੇਕਿਨ ਨੋ ਐਕਸ਼ਨ।
ਬੈਠੇ ਆ ਸਾਰੇ, ਸੁੱਤੇ ਪਏ ਆ ਸਾਰੇ ਜਿਹੜੇ ਜੋ ਕੁਛ ਵੀ ਹੈਗਾ। ਸੋ ਇਹ ਸਾਰੇ ਪੰਜਾਬੀ 'ਚ ਤਾਂ ਕਹਿੰਦੇ ਨੇ ਚੋਰ ਕੁੱਤੀ ਰਲੇ ਹੋਏ ਆ ਸਾਰੇ ਵਿੱਚ ਜਿਹੜੇ ਹੈਗੇ, ਲੋਕਾਂ ਨੂੰ ਮਾਰਨ ਦਾ ਚੰਗਾ ਮਸਾਲਾ ਜਿਹੜਾ ਇਹਨਾਂ ਲੋਕਾਂ ਨੇ ਤਿਆਰ ਕੀਤਾ ਹੋਇਆ ਜਿਹੜੀ ਹੈਗੀ। ਸੋ ਇਸ ਕਰਕੇ ਕੱਲੀ ਸਿਆਸਤ ਹੀ ਹੁੰਦੀ ਚੱਲ ਮੇਰੇ ਨਾਲ ਸ਼ਾਇਦ ਉਹ ਵੋਟਾਂ ਵਾਲੀ ਸਿਆਸਤ ਹੋਣੀ ਸੀ, ਇਹ ਤਾਂ ਲੋਕਾਂ ਨੂੰ ਮਾਰਨ ਵਾਲੀ ਸਿਆਸਤ ਹੈ, ਲੁੱਟ ਵਾਲੀ ਸਿਆਸਤ ਹੈ ਨਾ ਸਾਰੀ ਜਿਹੜੀ ਹੈਗੀ ਹੈ। ਸੋ ਇਹ ਹੁਣ ਦੀ ਘੜੀ ਪੰਜਾਬ ਗਵਰਨਮੈਂਟ ਹੋਵੇ ਚਾਹੇ ਸੈਂਟਰ ਗਵਰਨਮੈਂਟ ਹੋਵੇ, ਸਾਰਾ ਕੁਝ ਠੀਕ ਨਹੀਂ ਹੈ। ਸਰਕਾਰ ਜੇ ਪੰਜਾਬ ਦੀ ਗੱਲ ਕਰਦੀ ਹੈ, ਵੈਸੇ ਤਾਂ ਖਜ਼ਾਨਾ ਖਾਲੀ ਹੁੰਦਾ, ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ, ਪਰ ਇੰਨੇ ਘਪਲੇ ਕਰਨ ਦੇ ਬਾਵਜੂਦ ਵੀ ਕੁਝ ਰਾਹਤ ਨਹੀਂ ਮਿਲਦੀ ਵੀ ਚਲੋ ਵੀ ਇਧਰੋਂ ਪੈਸਿਆਂ ਦੀ ਕੋਈ ਕਟੌਤੀ ਕਰਕੇ ਮੰਨ ਲਓ ਕੋਈ ਵੱਧ ਸਿਲੰਡਰ ਰੇਟ ਵੱਧ ਵੀ ਲਾਤਾ, ਤੁਸੀਂ ਮੁਲਾਜ਼ਮਾਂ ਨੂੰ ਵੀ ਤਨਖਾਹਾਂ ਦੇ ਦਿਓ, ਹਰ ਇੱਕ ਤੁਹਾਡੇ ਸਾਹਮਣੇ ਹਰ ਇੱਕ ਮੁਲਾਜ਼ਮ ਤਾਂ ਹੁਣ ਤੁਸੀਂ ਦੇਖੋ ਨਾ, ਜਿੰਨੇ ਵੀ ਇਹ ਵਾਰੀਅਰਸ ਦੀ ਗੱਲ ਕਰਦੇ ਆ, ਕੱਲ੍ਹ ਪਰਸੋਂ ਮੈਂ ਇਹ ਗੱਲ ਕਰ ਰਿਹਾ ਸੀ, ਮੈंने ਲਿਖਿਆ ਅੱਜ ਵੀ ਚੀਫ ਮਿਨਿਸਟਰ ਨੂੰ ਕਿ ਚੀਫ ਮਿਨਿਸਟਰ ਸਾਹਿਬ ਕਿ ਲੋਕਾਂ ਨੂੰ ਡੰਡੇ ਨਾ ਮਾਰੋ, ਉਹਨਾਂ ਨੂੰ ਦਿਲਾਸਾ ਦਿਓ, ਜੇ ਮੰਨ ਵੀ ਲਓ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਤੁਸੀਂ ਘੱਟੋ ਘੱਟ ਉਹਨਾਂ ਨੂੰ ਇਹ ਗੱਲ ਤਾਂ ਕਹਿ ਸਕਦੇ ਹੋ ਵੀ ਜਿੱਧਰ ਸਾਡੇ ਕੋਲ ਪੈਸੇ ਹੈਗੇ ਅਸੀਂ ਤੁਹਾਨੂੰ ਦੇ ਦਿਆਂਗੇ। ਇਹ ਤਾਂ ਡੰਡੇ ਚਲਾਉਣਾ ਜਿਹੜਾ ਹੈਗਾ, ਇਹ ਕਿਹੜਾ ਕਰੋਨਾ ਵਾਰੀਅਰ ਦੀ ਗੱਲ ਕਰਦੇ ਆ। ਫਿਰ ਤੁਸੀਂ ਦੇਖੋ ਆ 15 ਅਗਸਤ ਨੂੰ ਕਿੰਨੇ ਸਾਰੇ ਬੰਦੇ ਜਿਹੜੇ ਹੈਗਾ ਉਹਨਾਂ ਨੂੰ ਕਰੋਨਾ ਵਾਰੀਅਰ ਨੂੰ ਤੁਸੀਂ ਸਰਟੀਫਿਕੇਟ ਦੇ ਰਹੇ ਸੀ, ਚੰਗਾ ਕੰਮ ਕਰਦੇ ਹੋ। ਹਸਪਤਾਲਾਂ ਦੇ ਉੱਤੇ ਫੁੱਲ ਵਰਸਾਏ ਜਿਹੜੇ ਹੈਗੇ ਆ, ਤੁਸੀਂ ਉਹਨਾਂ ਤੇ ਆਪਣੀ ਤੁਸੀਂ ਜਿਹੜਾ ਹੈਗਾ ਵੱਡੇ ਵੱਡੇ ਬੈਨਰ ਲਾਏ ਹੋਏ ਆ ਮਿਸ਼ਨ ਫਤਿਹ ਦੀਆਂ, ਮਿਸ਼ਨ ਫਤਿਹ ਦੀ ਬਿਮਾਰੀ ਖਤਮ ਜਿਹੜਾ ਹੈਗਾ ਤੰਦਰੁਸਤ ਪੰਜਾਬ ਦੀ ਗੱਲ ਕਰਦੇ ਹੋ। ਸਾਰੇ ਪਹਿਲਾਂ ਸ਼ੁਰੂ ਚ ਰੌਲਾ ਪਾਲਿਆ, ਪਤਾ ਨਹੀਂ ਇਹਨਾਂ ਨੇ ਕਿਹੜਾ ਚੰਗਾ ਕੰਮ ਕੀਤਾ ਸੀਗਾ, ਜਿਹੜਾ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਕਹਿਤਾ ਕਿ ਤੁਸੀਂ ਜਿਹੜਾ ਹੈਗਾ ਜੀ ਉਹ ਚੰਗਾ ਕੰਮ ਕੀਤਾ, ਉਹਦੀ ਆਪਣੀ ਪਿੱਠ ਵੀ ਤੁਸੀਂ ਆਪੇ ਥਪਥਪਾਉਂਦੇ ਹੋ, ਤੇ ਫਿਰ ਜਿਹੜਾ ਹੈਗਾ ਅਲਟੀਮੇਟਲੀ ਜਿਹੜਾ ਤੁਹਾਡਾ ਕੰਮ ਕਰ ਰਹੇ ਉਹਨਾਂ ਨੂੰ ਤੁਸੀਂ ਡੰਡੇ ਮਾਰਦੇ ਹੋ। ਆਪਾਂ ਮਤਲਬ ਕਿਹੜੀ ਸਰਕਾਰਾਂ ਦੀਆਂ ਗੱਲਾਂ ਕਰਦੇ ਹਾਂ? ਸਰਕਾਰ ਤਾਂ ਹੁਣ ਦੀ ਘੜੀ ਜ਼ੀਰੋ ਸਰਕਾਰ, ਲੁੱਟ ਖਸੁੱਟ, ਬਸ ਇੰਨਾ ਕਿ ਮੈਂ ਕਹਿ ਸਕਦਾ, ਇਸ ਤੋਂ ਜ਼ਿਆਦਾ ਤਾਂ ਮੈਨੂੰ ਲੱਗਦਾ ਹੋਰ ਵਰਡਸ ਨਹੀਂ। ਸਰ ਜਿਵੇਂ ਸਰਕਾਰਾਂ ਦੀ ਬੜੀ ਹੈਰਾਨੀਜਨਕ ਤੁਸੀਂ ਤੱਥ ਸਾਹਮਣੇ ਲਿਆਉਂਦੇ ਨੇ, ਪਰ ਅਸੀਂ ਦੇਖਦੇ ਹਾਂ ਮੀਡੀਆ 'ਚ ਵੀ ਰੌਲਾ ਪੈਂਦਾ ਸੀ ਵੀ ਹਸਪੀਟਲਾਂ ਦੇ ਵਿੱਚ ਇੱਦਾਂ ਵੀ ਕੋਈ ਅੰਗ ਕੱਢ ਲਿਆ, ਕੋਈ ਇਹ ਵੀ ਸੱਚਾਈ ਹੈ ਕਿਸੇ ਹੱਦ ਤੱਕ? ਨਹੀਂ, ਇਹ ਸੱਚਾਈ ਨਹੀਂ ਹੈ, ਕਿਉਂਕਿ ਉਹਦੀ ਇਸ ਗੱਲ ਨੂੰ ਸਮਝਣ ਵਾਲੀ ਜ਼ਰੂਰਤ ਹੁੰਦੀ ਹੈ ਕਿ ਪਹਿਲੀ ਗੱਲ ਤਾਂ ਇਹ ਜਿਹੜਾ ਅੰਗ ਜਦੋਂ ਆਪਾਂ ਟਰਾਂਸਪਲਾਂਟ ਕਰਦੇ ਹਾਂ, ਜਿਸ ਤੱਕ ਲੈਣਾ ਹੁੰਦਾ ਅੰਗ ਉਹਦਾ, ਤੇ ਜਿਹਨੂੰ ਆਪਾਂ ਦੇਣਾ ਹੁੰਦਾ ਉਹਦੇ ਬਹੁਤ ਸਾਰੇ ਟੈਸਟ ਹੁੰਦੇ ਨੇ, ਉਹ ਹੁੰਦੇ ਨੇ ਪਲਾਨ, ਇੱਕ ਸਰਜਰੀ ਹੁੰਦੀ ਹੈ। ਇੱਦਾਂ ਨਹੀਂ ਹੈਗਾ ਕਿ ਤੁਰੇ ਜਾਂਦੇ ਆਪਾਂ ਜਾ ਕੇ ਇੱਧਰੋਂ ਕੱਢਿਆ ਤੇ ਇੱਧਰੋਂ ਪਾਤਾ, ਠੀਕ ਹੈ। ਇੱਕ ਤਾਂ ਇਹ ਨਹੀਂ ਪੋਸੀਬਲ ਹੀ ਨਹੀਂ ਹੁੰਦਾ। ਨੰਬਰ 2, ਬੜੇ ਸਪੈਸੀਫਿਕ ਹਸਪੀਟਲਸ ਨੇ ਵਿੱਚ ਜਿਨ੍ਹਾਂ 'ਚ ਇਹ ਟਰਾਂਸਪਲਾਂਟ ਹੁੰਦੀ ਹੈ ਵਿੱਚ ਜੀ। ਨੰਬਰ 3 ਉਹਦੇ 'ਚ ਇਹ ਹੈਗਾ ਕਿ ਜਦੋਂ ਇੱਕ ਵਾਰੀ ਬੋਡੀ ਦੇ ਵਿੱਚ ਇਨਫੈਕਸ਼ਨ ਹੋਈ ਹੁੰਦੀ ਹੈ, ਕਰੋਨਾ ਨੂੰ ਤੁਸੀਂ ਵੈਸੇ ਤਾਂ ਸਾੜ ਤਾਂ ਆਪਾਂ ਰਹੇ ਨਹੀਂ, ਆਪਾਂ ਉਹਦੇ ਅੰਗ ਕੱਢ ਕੇ ਦੂਜੇ 'ਚ ਕਿਵੇਂ ਪਾ ਦਾਂਗੇ? ਸੋ ਇਹ ਸਾਰਾ ਹੀ ਝੂਠ ਸੀਗਾ, ਔਰ ਇਸ ਝੂਠ ਦੇ ਪਿੱਛੇ ਵੀ ਸਰਕਾਰ ਜਿਹੜੀ ਹੈਗੀ ਹੈ ਉਹ ਬੇਈਮਾਨੀ ਹੈ ਸਰਕਾਰ ਦੀ। ਸਰਕਾਰ ਨੇ ਜਿਹੜੇ ਪਿੱਛੇ ਜੇ ਨਾ ਸੈਂਟਰ ਗਵਰਨਮੈਂਟ ਦੀ ਇੱਕ ਟੀਮ ਵੀ ਆਈ ਸੀ, ਉਸ ਨੇ ਵੀ ਇਹ ਗੱਲ ਕਹੀ ਕਿ ਇਹ ਜਿਹੜੀਆਂ ਰਿਊਮਰਸ ਫੈਲੀਆਂ ਹੋਈਆਂ ਸੀਗੀਆਂ, ਸਰਕਾਰ ਉਹਦੇ 'ਚ ਕਾਮਯਾਬ ਨਹੀਂ ਹੋਈ ਉਹਨਾਂ ਨੂੰ। ਕਿਉਂਕਿ ਦੇਖੋ ਮੈਂ ਵੀ ਹੁਣ ਆਫੀਸਰ ਇੰਚਾਰਜ ਰਿਹਾ, ਮੈਡੀਕਲ ਅਫਸਰ ਵੀ ਰਿਹਾ, SMO ਵੀ ਰਿਹਾ, ਸਿਵਲ ਸਰਜਨ ਵੀ ਰਿਹਾ। ਉਹਦੇ 'ਚ ਹੁੰਦਾ ਕਿ ਮੰਨ ਲਓ ਤੁਹਾਡੇ ਦਿਮਾਗ 'ਚ ਕੋਈ ਡਾਊਟ ਆ ਗਿਆ, ਤੁਸੀਂ ਕੋਈ ਵੀ ਕੰਪਲੇਂਟ ਕੀਤੀ ਜਾਂ ਸ਼ਿਕਾਇਤ ਕੀਤੀ, ਜਾਂ ਤੁਹਾਨੂੰ ਡਾਊਟ ਆ ਗਿਆ, ਤੁਸੀਂ ਕਹੋ ਜੀ ਆਹ ਚੀਜ਼ ਫਲਾਣੀ ਜਗ੍ਹਾ 'ਤੇ ਵਾਪਰ ਰਹੀ ਹੈ, ਕਿ ਐਜ਼ ਏ ਮੈਡੀਕਲ ਅਫਸਰ, ਐਜ਼ ਏ SMO, ਐਜ਼ ਏ ਸਿਵਲ ਸਰਜਨ ਮੇਰੀ ਡਿਊਟੀ ਨਹੀਂ ਬਣਦੀ ਕਿ ਮੈਂ ਤੁਹਾਡੇ ਜਿਹੜਾ ਸ਼ੱਕ ਕੱਢਾਂ ਵਿੱਚੋਂ? ਆਪਣੇ ਕਿੰਨੇ ਡਾਕਟਰ ਸੀਗੇ ਜਿਨ੍ਹਾਂ ਨੇ ਉੱਥੇ ਜਾ ਕੇ ਸ਼ੱਕ ਕੱਢਣ ਦੀ ਕੋਸ਼ਿਸ਼ ਕੀਤੀ? ਨੋ, ਚੁੱਪ ਕਰਕੇ ਬੈਠੇ ਹੋਏ। ਔਰ ਫਿਰ ਸਰਕਾਰ ਨੂੰ ਮੈंने ਬਾਰ-ਬਾਰ ਇਹ ਗੱਲ ਕਹੀ ਕਿ ਜਿਨ੍ਹਾਂ ਬੰਦਿਆਂ ਨੇ ਰੂਮਰਸ ਫਲਾਈ ਹੈ ਉਹਨਾਂ ਨੂੰ ਤੁਸੀਂ ਬਾਉਂਡ ਕਰੋ, ਜਾਂ ਤਾਂ ਤੁਸੀਂ ਮੰਨ ਜਾਓ। ਜਿਵੇਂ ਹੁਣ ਸਾਡੇ ਇੱਕ ਸੀਨੀਅਰ ਡਾਕਟਰ ਰਿਟਾਇਰਡ ਹੋਇਆ, ਡਾਕਟਰ ਅਮਰ ਸਿੰਘ ਆਜ਼ਾਦ ਦੀ ਗੱਲ ਕਰਦੇ ਹਾਂ, 2-3 ਡਾਕਟਰ ਹੋਰ ਵੀ ਹੈਗੇ, ਇੱਕ ਡਾਕਟਰ ਬਖਾਰੀ ਦੀ ਗੱਲ ਹੁੰਦੀ ਸੀ, ਇੱਕ ਵਿਸ਼ਵਰਾਏ ਚੌਧਰੀ ਹੈ, ਇੱਕ ਡਾਕਟਰ ਮਿਸ਼ਰਾ ਸੀਗਾ, ਇਹ 4-5 ਡਾਕਟਰ ਸੀਗੇ ਜਿਨ੍ਹਾਂ ਨੇ ਕਾਫੀ ਕੜਵਾਸ ਜਿਹਾ ਮਚਾਇਆ ਵਿੱਚ ਜਿਹੜੀ ਹੈਗੀ। ਮੈਂ ਸਰਕਾਰ ਨੂੰ ਬਾਰ-ਬਾਰ ਕਹਿੰਦਾ ਵੀ ਜਾਂ ਤਾਂ ਆਪਾਂ ਉਹਨਾਂ ਦੀ ਗੱਲ ਮੰਨ ਜਾਈਏ ਜੀ, ਤੇ ਜੇ ਆਪਾਂ ਨਹੀਂ ਮੰਨਦੇ, ਆਪਾਂ ਕਹਿੰਦੇ ਵੀ ਉਹ ਗਲਤ ਨੇ, ਫਿਰ ਉਹਨਾਂ ਦੇ ਅਗੇਂਸਟ ਕੇਸ ਕਰੋ। ਇੱਕ ਟੁੱਟਾ ਜਿਹਾ ਬੰਦਾ ਮਾੜਾ ਮੋਟਾ ਜੀ ਤੁਸੀਂ ਸੁਣਿਆ, ਇੱਕ ਨੀਟੂ ਸ਼ਟਰਾ ਵਾਲਾ ਜਿਹੜਾ ਪਿਛਲੇ ਜੇ ਮਸ਼ਹੂਰ ਹੋ ਗਿਆ ਸੀਗਾ, ਚਲੋ ਉਹਦੀ ਅਸੀਂ ਵੀ ਸ਼ਿਕਾਇਤ ਕੀਤੀ ਜਿਹੜੀ ਹੈਗੀ ਹੈ ਵਿੱਚ, ਦਵਾਈ ਬਣਾਤੀ ਸੀ ਉਹਨੇ, ਉਹਨੇ ਦਵਾਈ ਬਣਾਤੀ ਤੇ ਚੱਕ ਕੇ ਅੰਦਰ ਕਰਾਤਾ, ਤੇ ਦਵਾਈ ਤਾਂ ਫਿਰ ਜਿਹੜੀ ਹੈਗੀ ਆ ਉਹਨੇ ਰਾਮਦੇਵ ਨੇ ਵੀ ਬਣਾਈ ਸੀ, ਸਵਾਮੀ ਰਾਮਦੇਵ ਨੇ। ਉਹ ਕਿੱਥੇ ਗਿਆ? ਆ ਇੱਕ ਸਾਡਾ ਪਿੱਛੇ ਜੇ ਇੱਕ ਵੀਡੀਓ ਵੱਡੀ ਵਾਇਰਲ ਹੋਈ ਸੀ, ਸੰਗਰੂਰ ਤੋਂ ਡਸਕਾ ਪਿੰਡ ਹੈ, ਉੱਥੇ ਅਸੀਂ ਜੂਨ ਦੇ ਮਹੀਨੇ ਸ਼ਿਕਾਇਤ ਕਰਦੀ ਸੀਗੀ। ਉਹ ਗੁਰਦੁਆਰੇ ਦਾ ਭਾਈ ਹੈ, ਔਰ ਉਹ ਦੇ ਰਿਹਾ ਸੀ ਇਹ ਕਰੋਨਾ ਦੀ ਦਵਾਈ। ਸਰਕਾਰ ਨੂੰ ਲਿਖ ਲਿਆ, DGP ਨੂੰ ਲਿਖ ਲਿਆ, ਚੀਫ ਮਿਨਿਸਟਰ ਨੂੰ ਲਿਖ ਲਿਆ, ਸਿਵਲ ਸਰਜਨ ਨੂੰ ਲਿਖ ਲਿਆ, ਡਾਇਰੈਕਟਰ ਨੂੰ ਲਿਖ ਲਿਆ, ਸੈਕਟਰੀ ਨੂੰ ਲਿਖ ਲਿਆ, ਸੁੱਤੇ ਪਏ ਸਾਰੇ। ਜੇ ਇਹਨਾਂ ਬੰਦਿਆਂ ਨੂੰ ਉਹ ਸਰਕਾਰ, ਇਹੀ ਗੱਲ ਉਹਨਾਂ ਨੇ ਸੈਂਟਰ ਗਵਰਨਮੈਂਟ ਦੀ ਟੀਮ ਨੇ ਵੀ ਕਹੀ ਹੈ, ਮੈਂ ਤਾਂ ਪਹਿਲੇ ਦਿਨ ਇਹ ਗੱਲ ਕਹੀ ਸੀ ਕਿ ਜੇ ਲੋਕਾਂ ਦੇ ਦਿਮਾਗ ਦੇ ਵਿੱਚੋਂ ਡਾਊਟ ਕੱਢਣੇ ਨੇ, ਫਿਰ ਆਪਾਂ ਨੂੰ ਐਕਸ਼ਨ ਲੈਣਾ ਪਊਗਾ, ਜਾਂ ਫਿਰ ਆਪਾਂ ਨੂੰ ਕਹਿਣਾ ਪਊਗਾ ਵੀ ਉਹ ਠੀਕ ਹੈ। ਬਿਲਕੁਲ, ਤੁਹਾਨੂੰ ਯਾਦ ਹੈ ਜਿਹੜਾ ਹੈਗਾ ਮਰੋਲੀਆ ਪਿੰਡ ਦੇ ਵਿੱਚ ਇੱਕ ਕੈਂਸਰ ਵਾਲਾ ਬਾਬਾ ਸੀਗਾ, ਤੁਹਾਨੂੰ ਯਾਦ ਸੀਗਾ? ਬਿਲਕੁਲ, ਹਾਂ, ਮੈਂ ਉਹਦੇ ਕੋਲ ਗਿਆ ਸੀਗਾ, ਚਲੋ ਬਜ਼ੁਰਗ ਹੋਣ ਦੇ ਨਾਤੇ ਮੈਂ ਉਹਨੂੰ ਛੱਡਤਾ ਸੀ, ਪਰ ਇਹ ਗੱਲ ਜਦੋਂ ਮਿਨਿਸਟਰ ਦੇ ਨਾਲ ਹੋਈ, ਮਿਨਿਸਟਰ ਹੀ ਕਹੀ ਜਾਂਦਾ ਜੀ ਕੀ ਫਰਕ ਪੈਂਦਾ, ਲੋਕੀ ਦਵਾਈਆਂ ਦਿੰਦੇ ਹੀ ਆ। ਜੇ ਸਟੇਟ ਦਾ ਹੈਲਥ ਮਿਨਿਸਟਰ
ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰਦਾ ਹੈ, ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਆਪਾਂ ਕਿਸੇ ਚੰਗੇ ਡਾਇਰੈਕਸ਼ਨ ਦੇ ਵਿੱਚ ਚੱਲ ਰਹੇ ਹਾਂ ਜਾਂ ਆਪਣਾ ਕਮਾਂਡਰ ਜਿਹੜਾ ਹੈਗਾ ਚੰਗਾ। ਮੇਰਾ ਇਸ ਕਰਕੇ ਮੈਂ ਕਹਿੰਦਾ ਕਮਾਂਡਰ ਹੀ ਗਲਤ ਹੈ ਜਾਂ ਕਮਾਂਡਰ ਹੀ ਫੇਲ ਹੈ, ਤਾਂ ਥੱਲੇ ਫੌਜਾਂ ਤਾਂ ਫਿਰ ਆਪੇ ਫੇਲ ਹੋ ਜਾਣੀਆਂ ਇਸ ਵਿੱਚ। ਅੱਜ ਆਪਾਂ ਫੇਲ ਵਾਲੀ ਸਥਿਤੀ 'ਚ ਕੋਈ ਬਹੁਤ ਵਧੀਆ ਸਥਿਤੀ ਆਪਣੀ ਹੈ ਨਹੀਂ ਵਿੱਚ ਜਿਹੜੀ ਹੈ। ਸਰਕਾਰਾਂ ਦਾ ਹਰ ਵਾਰੀ ਸਰਕਾਰਾਂ ਐਵੇਂ ਹੀ ਕਰਦੀਆਂ ਜੀ, ਵੱਡੇ ਵੱਡੇ ਘਪਲੇ ਜਾਂ ਵੱਡੇ ਫਿਰ ਲੋਕਾਂ ਨੂੰ ਕਿਵੇਂ ਜਾਗਰੂਕ, ਲੋਕਾਂ ਦੀ ਜ਼ਿੰਮੇਵਾਰੀ ਕਿੰਨੀ ਕੁ ਬਣਦੀ ਹੈ? ਨਹੀਂ, ਲੋਕਾਂ ਦੀ ਜ਼ਿੰਮੇਵਾਰੀ ਜਿਸ ਤੱਕ ਬਣਨੀ ਹੈ ਉਹ ਤਾਂ ਇੱਕ ਵੱਖਰਾ ਸੁਭਾਅ ਹੈ ਨਾ। ਲੋਕ ਇਹ ਤਾਂ ਗੱਲ ਠੀਕ ਹੈ ਕਿ ਜੇ ਆਪਾਂ ਕਿਸੇ ਬਿਮਾਰੀ ਦੇ ਉੱਤੇ ਕਾਬੂ ਪਾਉਣਾ ਹੋਵੇ ਨਾ, ਕੱਲੀਆਂ ਸਰਕਾਰਾਂ ਦੇ ਸਿਰ 'ਤੇ ਸਿਸਟਮ ਨਹੀਂ ਚੱਲਦਾ। ਲੋਕਾਂ ਦੀ ਜ਼ਿੰਮੇਵਾਰੀ ਵੀ ਬਣਨੀ ਹੈ ਵਿੱਚ, ਤੇ ਲੋਕ ਤਾਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੀ ਨਹੀਂ। ਉਹ ਤਾਂ ਹਰ ਗੱਲ ਲੋਕਾਂ ਦੇ ਹਿਸਾਬ ਨਾਲ ਤੇ ਜਿਹੜਾ ਹੈਗਾ ਨੋਟ ਵੀ ਬਣਦੇ ਆ, ਸਰਕਾਰ ਕੋਲ ਕੋਈ ਮਸ਼ੀਨ ਲੱਗੀ ਹੈ, ਜਿੰਨੀ ਮਰਜ਼ੀ ਕੱਟ ਲਓ, ਜਿੰਨੀ ਮਰਜ਼ੀ ਪਾ ਲਓ ਵਿੱਚ। ਇੱਦਾਂ ਨਹੀਂ ਹੈਗਾ ਵਿੱਚ ਜਿਹੜੀ ਹੈਗੀ ਹੈ ਬਿਮਾਰੀ ਜਿਹੜੀ ਹੈਗੀ ਹੈ ਉਸ ਨੂੰ। ਅਗਰ ਕਿਉਂਕਿ ਸਰਕਾਰ ਦਾ ਬਹੁਤੇ ਸਾਰਾ ਜਿਹੜਾ ਹਿੱਸਾ, ਜਦੋਂ ਗਵਰਨਮੈਂਟ ਨੌਕਰੀ ਦੀ ਆਪਾਂ ਗੱਲਾਂ ਕਰਦੇ ਨਾ ਵਿੱਚ, ਜਦੋਂ ਜੀ ਉਹਦਾ ਫਸਟ ਪਾਰਟ ਹੁੰਦਾ ਕਿ ਲੋਕਾਂ ਨੂੰ ਬਿਮਾਰੀਆਂ ਨਾ ਲੱਗਣ ਤੇ ਲੋਕ ਤੰਦਰੁਸਤ ਰਹਿਣ। ਤੁਸੀਂ ਦੇਖਿਆ ਇੱਕ ਜਿਹੜੇ ਹੈਗੇ ਆ ਹੈਲਥ ਐਂਡ ਵੈਲਨੈਸ ਸੈਂਟਰ ਵੀ ਖੁੱਲ੍ਹੇ ਵਿੱਚ, ਜਿਹੜੀ ਹੈਗੀ ਨਾ ਸਿਹਤ ਅਤੇ ਤੰਦਰੁਸਤੀ ਸੈਂਟਰਸ ਉਹਨਾਂ ਨੂੰ ਕਿਹਾ ਗਿਆ, ਭਾਵੇਂ ਉਹਦੇ 'ਚ ਬੜੀ ਲੰਬੀ ਡਿਸਕਸ਼ਨ ਵੀ ਹੋਵੇ। ਵੈਸੇ ਮੈਂ ਆਈ ਵੁੱਡ ਲਾਈਕ ਟੂ ਐਡ ਕਿ ਕੀ ਹੋਇਆ ਉਹਦੇ 'ਚ, ਪਰ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਲੋਕਾਂ ਨੂੰ ਬਿਮਾਰੀਆਂ ਨਾ ਲੱਗਣ ਤੇ ਲੋਕ ਤੰਦਰੁਸਤ ਰਹਿਣ ਵਿੱਚ। ਪਰ ਜਿੰਨੀ ਦੇਰ ਤੱਕ ਲੋਕ ਇਸ ਗੱਲ ਨੂੰ ਨਹੀਂ ਸਮਝਦੇ, ਉਨੀ ਦੇਰ ਤੱਕ ਸਰਕਾਰ ਜਿਹੜੀ ਹੈਗੀ ਆ ਉਹ ਕਿਸੇ, ਜੇ ਆਪਾਂ ਸੋਚੀਏ ਵੀ ਹਰ ਘਰ ਦੇ ਅੱਗੇ ਇੱਕ ਠਾਂਦਾ ਤੇ ਇੱਕ ਡਾਕਟਰ ਤੇ ਇੱਕ ਮਾਸਟਰ ਬਿਠਾ ਲਊਗੀ, ਇਹ ਪੋਸੀਬਲ ਨਹੀਂ ਹੈ ਵਿੱਚ। ਲੋਕਾਂ ਨੂੰ ਵੀ ਜ਼ਿੰਮੇਵਾਰੀ ਲੈਣੀ ਪਏਗੀ ਵਿੱਚ। ਪਰ ਮੈਂ ਦੇਖਿਆ ਕਿ ਜਦੋਂ ਸਿਹਤ ਦੀ ਗੱਲ ਆਉਂਦੀ ਹੈ, ਬਹੁਤ ਸਾਰੇ ਲੋਕ ਜ਼ਿੰਮੇਵਾਰੀ ਨਹੀਂ ਲੈਂਦੇ। ਉਹ ਇਸੇ ਗੱਲ ਤੇ ਠੁੱਕੀ ਬੈਠੇ ਆ ਕਿ ਇਹ ਤਾਂ ਸਾਰੀ ਸਰਕਾਰ ਦੀ ਜ਼ਿੰਮੇਵਾਰੀ। ਤਾਂ ਸਰਕਾਰ ਜੋ ਕਰਦੀ ਹੈ, ਮੇਰੇ ਖਿਆਲ ਮੈਂ ਤੁਹਾਨੂੰ ਕੁਝ ਦੱਸ ਹੀ ਦਿੱਤਾ। ਹੁਣ ਆਪਾਂ ਇੱਕੋ ਵਰਡ ਯੂਜ਼ ਕੀਤਾ ਕਿ ਪ੍ਰੀਵੈਂਟਿਵ ਤੇ ਪ੍ਰਮੋਟਿਵ ਸਰਵਿਸਿਜ਼ ਜਿਹੜੀ ਹੈ, ਜਿਹਦੇ 'ਚ ਪੰਜਾਬ ਦੇ ਕੋਲ ਹੁਣ ਦੀ ਘੜੀ 2200 ਸੈਂਟਰ ਤਾਂ ਚਾਲੂ ਹੋ ਗਏ। ਉਹਨਾਂ ਨੂੰ ਆਪਾਂ ਕਹਿੰਦੇ ਹੈਲਥ ਐਂਡ ਵੈਲਨੈਸ ਸੈਂਟਰ, ਸਿਹਤ ਤੇ ਤੰਦਰੁਸਤੀ ਸੈਂਟਰ ਜਿਹੜੇ ਹੈਗੇ ਨੇ। ਮੇਰਾ ਸਰਕਾਰ ਨੂੰ ਇਹ ਮਤਲਬ ਸੀਗਾ ਕਹਿਣ ਦਾ ਕਿ ਜਿਹੜੀਆਂ ਇਹ ਸੀਗਾ ਬੇਸਿਕਲੀ ਉਹਨਾਂ ਬਿਮਾਰੀਆਂ ਵਾਸਤੇ ਜਿਹੜੀਆਂ ਬਿਮਾਰੀਆਂ ਨਾਨ ਕੌਮਪਲਿਕੇਬਲ ਹੁੰਦੀਆਂ ਨੇ, ਜਿਵੇਂ ਆਪਾਂ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ ਹੈ, ਸ਼ੂਗਰ ਦੀ ਗੱਲ ਕੀਤੀ ਹੈ, ਕੈਂਸਰ ਦੀ ਗੱਲ ਕੀਤੀ ਹੈ, ਮੈਂਟਲ ਸਰਵਿਸਿਜ਼ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੀ ਗੱਲ ਕੀਤੀ ਹੈ, ਕਿ ਉਹ ਲੋਕ ਜਿਨ੍ਹਾਂ ਨੂੰ ਇਹ ਕੰਟਰੋਲ 'ਚ ਆ ਸਕਦੀਆਂ ਨੇ ਬਿਮਾਰੀਆਂ, ਲਾਈਫ ਸਟਾਈਲ ਡਿਜ਼ੀਜ਼ ਆਪਾਂ ਵਰਡ ਵੀ ਯੂਜ਼ ਕਰਦੇ ਹਾਂ, ਨਾਨ ਕਮਿਊਨੀਕੇਬਲ ਡਿਜ਼ੀਜ਼ ਵੀ ਯੂਜ਼ ਕਰਦੇ ਹਾਂ, ਉਹਨਾਂ ਵਾਸਤੇ ਇਹ ਸੈਂਟਰ ਖੁੱਲ੍ਹੇ ਸੀਗੇ ਬੇਸਿਕਲੀ। ਉਹਨਾਂ ਨੂੰ ਸਬ ਸੈਂਟਰ ਜਿਹੜੇ ਪਹਿਲਾਂ ਬਣੇ ਹੋਏ ਸੀਗੇ ਉਹਨਾਂ ਦੇ ਵਿੱਚ ਵਾੜਤਾ। ਹੁਣ ਉਹ ਦੋਵੇਂ ਲੜੀ ਜਾਂਦੇ ਆਪਸ ਵਿੱਚ, ਜਿਹੜੇ ਉੱਥੇ ਕਮਿਊਨਿਟੀ ਹੈਲਥ ਆਫੀਸਰ ਉਹ ਤੇ ਸਬ ਸੈਂਟਰ 'ਚ ਪਹਿਲਾਂ ਜਿਹੜੇ ਮਲਟੀਪਰਪਜ਼ ਵਰਕਰ ਸੀਗੇ ਮੇਲ ਤੇ ਫੀਮੇਲਸ, ਉਹ ਲੜੀ ਜਾਂਦੇ ਆਪਸ ਵਿੱਚ, ਕਿਉਂਕਿ ਸਰਕਾਰ ਦੀ ਪਾਲਿਸੀ ਕੋਈ ਨਹੀਂ। ਤੁਸੀਂ ਦੇਖੋ ਪੰਜਾਬ ਦੇ ਵਿੱਚ ਕੋਈ ਇਹ ਤਕਰੀਬਨ ਸੈਂਟਰ ਜਿਹੜੇ ਨਾ 4200 ਦੇ ਕਰੀਬ ਮੇਰੀ ਨੌਲੇਜ 'ਚ ਹੈਗਾ, 4000 ਦੇ ਕਰੀਬ ਇਹ ਸੈਂਟਰ ਆਣੇ ਆ, ਔਰ 2200 ਤਾਂ ਪਹਿਲਾਂ ਹੋ ਚੁੱਕੇ ਹੋਏ ਆ, 800 ਮੈਂ ਹੋਰ ਸੁਣਿਆ ਸੀ ਸ਼ਾਇਦ ਹੋਰ ਸੈਂਟਰ। ਜਿਹੜੀ ਸਰਕਾਰ ਇੱਕ ਪੰਜਾਬ ਦੇ ਵਿੱਚ 12,500 ਪਿੰਡ ਨੇ ਪੰਜਾਬ ਦੇ ਵਿੱਚ, ਹੈ ਨਾ, 12,500 ਪਿੰਡਾਂ ਦੇ ਵਿੱਚ ਜੇ 4000 ਨਵੇਂ ਸੈਂਟਰ ਖੋਲ੍ਹ ਦੇਵੇ ਤਾਂ ਸਰਕਾਰ ਦੀ ਬੱਲੇ ਬੱਲੇ ਹੁੰਦੀ। ਬਿਲਕੁਲ। ਪਰ ਸਰਕਾਰ ਆਪਣੀ ਬੱਲੇ ਬੱਲੇ ਵੀ ਕਰਾਉਣ ਨੂੰ ਤਿਆਰ ਨਹੀਂ। ਮੈਂ ਡੇ 1 ਤੋਂ ਰੌਲਾ ਪਾ ਰਿਹਾ, ਇਹ 2018 ਦੀ ਸਕੀਮ 'ਚ ਸ਼ੁਰੂ ਹੋਈ ਹੈ। 2018 ਤੋਂ ਹੀ ਮੈਂ ਸਰਕਾਰ ਨੂੰ ਮੀਡੀਆ ਰਾਹੀਂ ਵੀ ਸਰਕਾਰ ਪੰਜਾਬ ਦੀ ਸਰਕਾਰ ਦੀ ਸਕੀਮ ਹੈ, ਕੇਂਦਰ ਸਰਕਾਰ ਦੀ ਨਹੀਂ, ਇਹ ਸੈਂਟਰ ਸਰਕਾਰ ਦੀ ਸਕੀਮ ਹੈ ਨਾ, ਸੈਂਟਰ ਦੀ ਸਕੀਮ ਹੈ। ਇਹਨਾਂ ਨੂੰ ਫਿੱਟ ਨਹੀਂ ਨਾ ਬੈਠਦੀ। ਪਹਿਲਾਂ ਤਾਂ ਤੁਸੀਂ ਦੇਖੋ ਇਹਨਾਂ ਨੇ ਨਾ ਸਾਲਕ ਤਾਂ ਉਹਦੇ ਰੰਗ ਦਾ ਹੀ ਰੌਲਾ ਪਾਈ ਰੱਖਿਆ। ਅੱਛਾ ਜੀ। ਹਾਂ, ਉਹ ਜੀ ਇਹਦਾ ਰੰਗ ਕਿਵੇਂ ਦਾ ਹੋਊਗਾ, ਉਹਨਾਂ ਨੇ ਜੇ ਥੋੜ੍ਹਾ ਜਿਹਾ ਵਿੱਚ ਜੋ ਵੀ ਉਹਨਾਂ ਨੂੰ ਭਗਵਾਨ ਕਰਨ ਕਹਿੰਦੇ, ਚਲੋ ਮੈਂ ਨਹੀਂ ਕਹਿੰਦਾ ਵੀ ਉਹ ਗਲਤ ਨੇ ਕਿ ਠੀਕ ਨਹੀਂ ਜਾਈ, ਪਰ ਇੱਕ ਐਡਾ ਵੀ ਵੱਡਾ ਕੋਈ ਉਹਦੇ 'ਚ ਭਗਵਾਨ ਕਰਨ ਹੈ ਨਹੀਂ ਸੀ। ਇੱਕ ਸਕੀਮ ਹੈ, ਲੋਕਾਂ ਨੂੰ ਫਾਇਦਾ ਹੋ ਸਕਦਾ। ਸੈਂਟਰ ਜਿਹੜਾ ਹੈਗਾ ਪੈਸੇ ਵੀ ਉਹਨਾਂ ਦੇ ਆਉਣੇ ਆ, ਪੈਸੇ ਆਏ ਵੀ ਹੋਏ ਆ, ਪਰ ਨਹੀਂ ਕੰਮ ਕਰਨ ਦੇਣਾ। ਸਾਲ ਤਾਂ ਉਹਦੇ 'ਚ ਭਕਾਈ ਕਰਾਉਂਦੇ ਰਹੇ ਕਿ ਇਹਦਾ ਆਹ ਰੰਗ ਹੋਏਗਾ ਜੀ, ਇਹਦਾ ਇਹ ਰੰਗ ਹੋਏਗਾ ਜੀ, ਇਹਦਾ ਇਹ ਲੋਕਾਂ ਨੂੰ ਲੈ ਕੇ ਖੱਜਲ ਖੁਆਰੀ ਕਰਦੇ ਰਹੇ, ਉਹਦੇ 'ਤੇ ਵੀ ਖੱਜਲ ਖੁਆਰੀ ਕਰਦੇ ਰਹੇ। ਜਿਹੜੀ ਹੈਗੀ ਹੈ, ਮਤਲਬ ਲੋਕਾਂ ਨੂੰ ਸਰਵਿਸਿਜ਼ ਦੇਣ ਦੀ ਬਜਾਏ ਉਹਨਾਂ ਨੂੰ ਆਪਣੀ ਸਿਆਸਤ ਦੇ ਵਿੱਚ ਹੀ ਫਸਾਈ ਰੱਖਦੇ ਨੇ। ਅੱਜ ਵੀ ਸਿਆਸਤ 'ਚ ਫਸਾਇਆ ਹੋਇਆ। ਦੇਖੋ ਇਹ ਨਵੇਂ ਜਿਹੜੇ ਹੈਗੇ ਆ ਉਹਦੇ 'ਚ ਇਹ ਚੰਗੇ ਕੁਆਲੀਫਾਈਡ ਬੰਦੇ ਆ ਨਾ, ਇਹਦੇ 'ਚ ਜਿਹੜੀ ਹੈਗੇ ਜਨਰਲ ਨਰਸਿੰਗ ਵਾਲੇ, BSc ਨਰਸਿੰਗ ਵਾਲੇ, ਹੁਣ ਤਾਂ BAMS ਵਾਲੇ ਵੀ ਵਿੱਚ ਜਿਹੜੇ ਹੈਗੇ ਆ, ਉਹਨਾਂ ਨੂੰ CHO ਜਿਹੜਾ ਕਮਿਊਨਿਟੀ ਹੈਲਥ ਆਫੀਸਰ ਦਾ ਨਾਮ ਦੇ ਕੇ, ਅਤੇ ਆਪਾਂ ਇਹ ਬਿਮਾਰੀਆਂ ਨੂੰ ਜਦੋਂ ਆਪਾਂ ਹੁਣ ਕਹਿੰਦੇ ਆ ਕਿ ਪਿੰਡਾਂ ਦੇ ਵਿੱਚ ਕੋਈ ਨੀਮ ਕੀਮ ਇਕੱਠੇ ਉਹਨਾਂ ਨੂੰ ਆਪਾਂ ਹਟਾਉਣਾ, ਅਤੇ ਇਹ ਇੱਕ ਬਹੁਤ ਵਧੀਆ ਤਰੀਕਾ ਸੀਗਾ। ਨਾਲੇ ਖਾਸ ਕਰਕੇ ਕਿਉਂਕਿ ਮੈਂ ਤਾਂ ਸਾਰਾ ਪੰਜਾਬ ਦੇਖਿਆ ਹੋਇਆ, ਨਾਲੇ ਗਰਾਊਂਡ ਲੈਵਲ 'ਤੇ ਦੇਖਿਆ ਹੋਇਆ। ਬਿਲਕੁਲ। ਬਹੁਤ ਸਾਰੇ ਪਿੰਡਾਂ ਦੇ ਵਿੱਚ ਨਾ ਸਿਆਸੀਕਰਨ ਪਹਿਲਾਂ ਹੀ ਹੋਇਆ ਸੀਗਾ। ਸਬ ਸੈਂਟਰ ਬਣਿਆ ਹੋਇਆ ਉਸ ਪਿੰਡ 'ਚ ਬਣਿਆ ਜਿੱਥੇ 100-200 ਘਰ ਹੈ, ਉਸ ਪਿੰਡ 'ਚ ਨਹੀਂ ਹੈਗਾ ਜਿੱਥੇ 1000 ਘਰ ਹੈ। ਬਿਲਕੁਲ ਠੀਕ ਹੈ। ਮੈਂ ਸਰਕਾਰ ਨੂੰ ਕਹਿੰਦਾ ਸੀਗਾ ਕਿ ਜਿਨ੍ਹਾਂ ਪਿੰਡਾਂ 'ਚ ਚਲੋ ਤੁਸੀਂ ਸਿਆਸੀਕਰਨ ਪਹਿਲਾਂ ਕਰ ਲਿਆ, ਅੱਜ ਆਪਾਂ
ਇਸ ਗੱਲ ਤੋਂ ਕਹਿੰਦੇ ਆ ਵੀ ਪੰਜਾਬ ਦੀ ਸਿਹਤ ਬਹੁਤ ਹੀ ਵਧੀਆ, ਮੈਂ ਤਾਂ ਵਰਡ ਯੂਜ਼ ਕਰਦਾ ਪੰਜਾਬ ਦੀ ਸਿਹਤ ਖਰਾਬ ਹੈ। ਉੱਪਰੋਂ ਮੈਂ ਕਹਿੰਦਾ ਨਾ ਪੰਜਾਬ ਸਿਹਤ ਮਹਿਕਮੇ ਦੀ ਸਿਹਤ ਖਰਾਬ ਹੈ ਵਿੱਚ ਕਿ ਤੁਹਾਡੇ ਕੋਲ ਸੈਂਟਰ ਗਵਰਨਮੈਂਟ ਦਾ ਪੈਸਾ, ਉੱਥੋਂ ਸਟਾਫ ਹੋਣਾ, ਪੈਸੇ, ਤੁਸੀਂ ਲੋਕਾਂ ਨੂੰ ਖੁਸ਼ ਕਰੋ, ਨਾਲੇ ਤੁਸੀਂ ਉਹਦਾ ਸਿਆਸੀ ਲਾਹਾ ਲੈ ਲਓ। ਬਿਲਕੁਲ ਠੀਕ ਹੈ। ਜੇ ਤੁਸੀਂ ਪਹਿਲਾਂ ਇੱਕ ਸੈਂਟਰ ਬਣਿਆ ਹੋਇਆ ਉਹਦੇ ਵਿੱਚ ਹੀ ਤੁਸੀਂ ਹੋਰ ਸਟਾਫ ਵਾੜਤਾ, ਕਿਸੇ ਨੂੰ ਥੋੜ੍ਹੀ ਪਤਾ ਲੱਗਣਾ ਵੀ ਉਹਦੇ 'ਚ ਕਿੰਨੇ ਕੋਈ ਨਵੀਂ ਚੀਜ਼ ਬਣੀ ਹੈ। ਤੁਸੀਂ ਨਵਾਂ ਪਿੰਡ ਜਿਹੜਾ ਹੈਗਾ ਜਿਹਦੇ 'ਚ ਸਪੈਸੀਫਿਕਲੀ ਤੁਹਾਡਾ ਅੱਗੇ ਕੋਈ ਹੈਲਥ ਸਰਵਿਸਿਜ਼ ਨਹੀਂ ਹੈਗੀਆਂ, ਉੱਥੇ ਤੁਸੀਂ ਇਹ ਹੈਲਥ ਐਂਡ ਵੈਲਨੈਸ ਸੈਂਟਰ ਬਣਾਓ ਔਰ ਲੋਕ ਤੁਹਾਨੂੰ ਬਿਲਡਿੰਗ ਦੇਣ ਨੂੰ ਤਿਆਰ ਨੇ, ਸਟਾਫ ਤੁਸੀਂ ਦੇਣਾ, ਪੈਸੇ ਜਿਹੜੇ ਹੈਗੇ ਆ ਉਹ ਸੈਂਟਰ ਗਵਰਨਮੈਂਟ ਤੋਂ ਆਉਣੇ ਆ, ਫਿਰ ਆਪਾਂ ਨੂੰ ਕੀ ਮੁਸ਼ਕਿਲ ਹੈ ਵਿੱਚ। ਪਰ ਇਹ ਨਿਕੰਮੇਪਨ ਦੀ ਨਿਸ਼ਾਨੀ ਹੁੰਦੀ ਹੈ, ਨਾਨ ਪਲੈਨਿੰਗ ਦੀ ਨਿਸ਼ਾਨੀ ਹੁੰਦੀ ਹੈ। ਲੋਕ ਮਾਰੂ ਜਿਹੜੀ ਨੀਤੀ ਹੈ ਇਹਨਾਂ ਸਿਆਸਤਦਾਨਾਂ ਦੀ, ਉਹਦੀ ਨਿਸ਼ਾਨੀ ਹੈ ਬੇਸਿਕਲੀ ਜਿਹੜੀ ਹੈਗੀ ਵਿੱਚ। ਸੋ ਹਰ ਢੰਗ ਨਾਲ ਮਤਲਬ ਲੋਕਾਂ ਨੂੰ ਮਾਰਦੇ ਆ। ਜੂਨ ਦਾ ਤਾਂ ਤਰੀਕਾ ਸਿਖਾਉਣ ਦਾ ਤਾਂ ਇਹਨਾਂ ਦਾ ਬਹੁਤ ਹੀ ਦੂਰ ਹੈ ਵਿੱਚ ਜਿਹੜੀ ਹੈਗੀ। ਇੱਟਾਂ ਖਵਾ ਦਿੰਦੇ ਆ ਵਿੱਚ ਲੋਕਾਂ ਨੂੰ ਵਿੱਚ। ਤੁਸੀਂ ਦੇਖਿਆ, ਤੁਸੀਂ ਤਾਂ ਸ਼ਾਇਦ ਜਿਵੇਂ ਹੁਣ ਪ੍ਰੈਸ ਨਾਲ ਰਿਲੇਟਡ ਪਿੰਡਾਂ 'ਚ ਕਈ ਵਾਰੀ ਆਪਣੀ ਛੋਟੀਆਂ ਡਿਸਪੈਂਸਰੀਆਂ ਜਿਹੜੀਆਂ ਹੈਗੀਆਂ, ਜਿਨ੍ਹਾਂ 'ਚ ਅੱਜ ਕੱਲ੍ਹ ਜਿਹਨਾਂ ਰੂਰਲ ਮੈਡੀਕਲ ਆਫਿਸਰਸ ਵਾਲੀਆਂ ਡਿਸਪੈਂਸਰੀਆਂ ਸੀਗੀਆਂ ਜਿਹੜੀਆਂ ਆਪਣੀਆਂ ਪੁਰਾਣੀਆਂ, ਉਹਦੇ 'ਚ ਇੱਕ ਛੋਟੀ ਜਿਹੀ ਬਿਲਡਿੰਗ ਇੱਕ ਹੋਰ ਵੀ ਖੜੀ ਹੈ, ਜਿਵੇਂ 8x10 ਜਾਂ 8x8 ਵਾਲੀਆਂ। ਤਾਂ ਬੂਥਗੜ੍ਹ ਜਿਹੜੇ ਹੈਗੇ ਆਪਾਂ ਦੇਖਣ ਵਾਲੇ ਵਿੱਚ ਇੱਕ ਖੜੀ ਹੈ, ਉਹ 1800 ਬਿਲਡਿੰਗ ਨੇ। ਉਹਨਾਂ ਨੂੰ ਮੈਂ ਚਿੱਟੇ ਹਾਥੀ ਦੇ ਬੱਚੇ ਕਹਿੰਦਾ। ਉਹਨਾਂ ਵਿੱਚ ਚਿੱਟੇ ਹਾਥੀ ਦੇ ਵੱਡੇ ਨੇ ਨਾ ਇਹਨਾਂ ਦੇ ਵਿੱਚ ਜਿਹੜੀ ਹੈਗੀ ਹੈ। ਜੇ ਕਦੀ ਲਾਡੂ ਆਓ ਤੁਹਾਨੂੰ ਦਿਖਾਊਂਗਾ ਵੱਡਾ ਹਾਥੀ ਅਤੇ ਫਿਰ ਉਹਦਾ ਬੱਚਾ ਵੀ ਨਾਲ ਖੜਾ ਵਿੱਚ। ਇੱਥੇ ਵੀ ਇੱਦਾਂ ਹੀ ਹੈਗਾ ਕਿ ਛੋਟੇ ਹਾਥੀ ਬੱਚੇ ਖੜੇ ਆ ਵਿੱਚ। 150 ਕਰੋੜ ਰੁਪਇਆ ਉਹਨਾਂ 'ਤੇ ਖਰਚ ਕੀਤਾ ਹੋਇਆ, ਜਦੋਂ ਕਿ 133 ਕਰੋੜ ਸਾਰਾ ਬਜਟ ਹੈ ਜਿਹਦਾ ਬੈਨੀਫਿਟ ਹਾਂ, ਮਤਲਬ ਇੱਕ ਸਾਲ ਦੀ ਸਾਰੇ ਸਾਲ ਦੀ ਮੈਡੀਸਿਨ 133 ਕਰੋੜ ਦੇ ਕਰੀਬ ਆਉਂਦੀ ਹੈ। ਇਹ 150 ਕਰੋੜ ਦੀਆਂ ਇੱਟਾਂ ਹੀ ਖੜੀਆਂ ਹੋਈਆਂ, ਲੋਕਾਂ ਨੂੰ ਇੱਟਾਂ ਹੀ ਖਵਾਈ ਜਾਂਦੇ ਮੈਡੀਸਿਨ ਦੀ ਜਗ੍ਹਾ ਦੇ ਵਿੱਚ। ਇਹ ਤਾਂ ਹਾਲਾਤ ਨੇ ਇਹਨਾਂ ਲੋਕਾਂ ਦੇ। ਸਰ ਇੱਕੋ ਇਹਨਾਂ ਨੇ ਮੈਡੀਕਲ ਸਟੋਰ ਵੀ ਬਣਵਾਏ ਸੀਗੇ, ਜਿਵੇਂ ਬੂਥਗੜ੍ਹ ਵੀ ਬਣਿਆ ਹੋਇਆ ਤੁਹਾਡੇ ਸਮੇਂ ਉਹ ਬਣਿਆ ਸੀਗਾ, ਮੁੜ ਕੇ ਬਸ ਉੱਦਾਂ ਹੀ ਪਿਆ ਉਹ ਬਸ ਉਹੀ ਮੈਂ ਕਹਿ ਰਿਹਾ। ਉਹਦੇ ਉੱਤੇ ਲਿਖਿਆ ਹੋਇਆ ਸੀਗਾ ਫ੍ਰੀ ਡਾਇਗਨੋਸਟਿਕ ਐਂਡ ਫ੍ਰੀ ਮੈਡੀਸਿਨ। ਨਾ ਉਹਦੇ 'ਚ ਕੋਈ ਮਸ਼ੀਨ ਲੱਗੀ ਟੈਸਟ ਕਰਨ ਵਾਲੀ, ਠੀਕ ਹੈ, ਤੇ ਨਾ ਹੀ ਉਹਦੇ 'ਚ ਦਵਾਈ ਹੈਗੀ ਹੈ। ਇੱਟਾਂ ਹੀ ਹੈਗੀਆਂ। ਲੋਕਾਂ ਨੂੰ ਕੋਈ ਜੀ ਦਵਾਈ ਦੀ ਜਗ੍ਹਾ 'ਤੇ ਇੱਟਾਂ ਖਾਈ ਜਾਓ। ਜਿਵੇਂ ਹੁਣ ਵੀ ਤੁਸੀਂ ਦੇਖੋ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹਨਾਂ ਨੇ ਜਿਹੜੀ ਹੈਗੀ ਆ ਆਕਸੀਜਨ ਦੇ ਸਿਲੰਡਰ ਜਿਹੜੇ ਹੈਗੇ ਆ 4000-5000 ਰੁਪਏ ਮਹਿੰਗੇ ਖਰੀਦੇ ਆ। ਜਿਹੜੇ ਇਕੱਲਾ ਆਕਸੀਜਨ ਸਿਲੰਡਰ ਨਹੀਂ, ਹੋਰ ਵੀ ਬਹੁਤ ਸਾਰੀ ਡਿਟੇਲਸ ਹੈਗੀਆਂ ਨੇ ਇਹਨਾਂ ਦੀਆਂ, ਝੂਠਾਂ ਦੀਆਂ, ਰਿਸ਼ਵਤਖੋਰੀ ਦੀਆਂ ਜਿਹੜੀ ਹੈਗੀਆਂ। ਲੋਕਾਂ ਨੂੰ ਕਿਵੇਂ ਠੱਗਿਆ, ਮਹਾਮਾਰੀ ਦਾ ਨਾਮ ਰੌਲਾ ਪਾਉਂਦੇ ਆ। ਮਹਾਮਾਰੀ ਦੇ ਰੂਪ ਵਿੱਚ ਇਹਨਾਂ ਲੋਕਾਂ ਨੇ ਰੱਜ ਕੇ ਲੋਕਾਂ ਨੂੰ ਠੱਗਿਆ ਜਿਹੜਾ ਹੈਗਾ ਵਿੱਚ। ਡਾਕਟਰ ਸਾਹਿਬ ਤੁਹਾਡੀਆਂ ਗੱਲਾਂ ਤੋਂ ਬਿਲਕੁਲ ਸਪਸ਼ਟ ਹੁੰਦਾ ਵੀ ਜਿਹੜੀਆਂ ਸਰਕਾਰਾਂ ਉਹ ਸੀਰੀਅਸ ਤਾਂ ਹੈ ਨਹੀਂ ਇਸ ਦੇ ਪ੍ਰਤੀ। ਇੱਕ ਧਰਮਾਂ ਦੀ ਆੜ ਦੇ ਥੱਲੇ ਵੀ ਤਾਂ ਲੋਕੀ ਦਵਾਈ ਬੂਟੀਆਂ, ਜਿਵੇਂ ਕਿ ਚਮਕੌਰ ਸਾਹਿਬ ਤੋਂ ਤੁਸੀਂ ਇੱਕ ਬਾਬੇ ਤੇ ਵੀ ਪਰਚਾ ਤੁਸੀਂ ਕਰਵਾਇਆ, ਉਹਨਾਂ ਨਾਲ ਵੱਡਾ ਕਿਵੇਂ ਉਹ ਮਤਲਬ ਸ਼ਰਤੀ ਇਲਾਜ ਕਰਦਾ ਸੀਗਾ। ਇਹ ਤਾਂ ਹੁਣ ਵੀ ਔਖਾ ਲੱਗਦਾ ਵੀ ਜਿਹਦੇ ਸਰਕਾਰ ਨੇ ਤਾਂ ਕਰਨਾ ਕੁਛ ਨਹੀਂ। ਤੁਸੀਂ ਖੁਦ ਕਹਿ ਰਹੇ ਹੋ ਵੀ ਮਿਨਿਸਟਰ ਨੂੰ ਤਾਂ ਆਪ ਕਹਿੰਦਾ ਵੀ ਚਲੋ ਨੀਮ ਹਕੀਮ ਖਤਰਾ ਹੈ ਜਾਂ ਕੋਈ ਹੈ। ਉਹ ਕਹਿੰਦੇ ਜੀ ਮੈਂ ਵੀ ਇੱਕ ਉੱਥੋਂ ਪਤਾ ਨਹੀਂ ਕਹਿੰਦੇ ਆਗਰੇ ਤੋਂ ਦਵਾਈ ਲੈ ਕੇ ਆਉਂਦੇ ਲੀਵਰ ਦੀ। ਕਮਾਲ ਹੈ ਯਾਰ, ਹੈਲਥ ਮਿਨਿਸਟਰ ਜੇ ਇਹ ਗੱਲਾਂ ਕਹੇਗਾ ਤਾਂ ਫਿਰ ਮੈਂ ਤਾਂ ਕੁਝ ਵੀ ਨਹੀਂ ਕਰ ਸਕਦਾ। ਉਹ ਮੀਆਂ ਜੀ ਬਗਲੌਰ ਵਾਲੇ, ਮੀਆਂ ਜੀ ਯੂਪੀ ਵਾਲੇ ਇੱਦਾਂ ਫਿਰ ਇੱਦਾਂ ਹੀ ਵੱਧਦੇ ਫੁੱਲਦੇ ਰਹਿੰਦੇ। ਨਹੀਂ, ਉਹਦੇ 'ਚ ਤੁਸੀਂ ਉਹ ਚਮਕੌਰ ਸਾਹਿਬ ਵਾਲੀ ਗੱਲ ਕੀਤੀ ਹੈ, ਕੈਂਸਰ ਦੀ ਦਵਾਈ ਦਿੰਦਾ ਸੀਗਾ। ਜਦੋਂ ਅਸੀਂ ਇਨਕੁਆਰੀ ਪਾਈ, ਮੀਡੀਆ 'ਚ ਵੀ ਹਾਈਲਾਈਟ ਹੋਇਆ ਵਿੱਚ, ਜਿਹੜਾ ਮੇਰੇ ਵੱਲੋਂ ਬਹੁਤ ਜ਼ਿਆਦਾ ਅੱਗੇ ਆ ਕੇ ਉਸ ਨੂੰ ਹਾਈਲਾਈਟ ਕੀਤਾ ਗਿਆ। ਇਨਕੁਆਰੀ ਨਹੀਂ ਕੀਤੀ ਉਸਦੀ। ਸਿਵਲ ਸਰਜਨ ਰੋਪੜ ਨੇ ਇਨਕੁਆਰੀ 'ਚ ਲਿਖਤਾ ਨਹੀਂ ਜੀ ਇਹ ਤਾਂ ਆਯੁਰਵੈਦਿਕ ਨਾਲ ਸੰਬੰਧਿਤ ਹੈਗੀ ਹੈ, ਅਸੀਂ ਨਹੀਂ ਕਰਨਾ। ਫਿਰ ਤੂੰ ਸਿਵਲ ਸਰਜਨ ਕਰ ਰਹੀ ਹੈ ਫਿਰ, ਠੀਕ ਹੈ, ਛੱਡ ਦੇ। ਵੈਸੇ ਉਹ ਰਿਟਾਇਰ ਹੋ ਗਿਆ, ਵੱਖਰੀ ਗੱਲ ਹੈਗੀ, ਪਰ ਇਹ ਇਹਨਾਂ ਲੋਕਾਂ ਦੀ ਮਾਨਸਿਕਤਾ ਹੈ। ਜਿਹੜਾ ਮੈਂ ਹੁਣੇ ਤੁਹਾਨੂੰ ਦੱਸਿਆ ਸੰਗਰੂਰ ਵਾਲਾ, ਅਸੀਂ ਪਰਸਨਲ ਰਿਕੁਐਸਟ ਵੀ ਕਰ ਲਈ, ਕਿਉਂਕਿ ਹੈ ਤਾਂ ਮੇਰੇ ਕਲੀਗ ਹੀ ਨੇ ਨਾ, ਮੇਰੇ ਲੈਵਲ 'ਚ ਹੀ ਹੈਗੇ ਨੇ। ਮੈਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਂ 58 ਸਾਲ 'ਤੇ ਛੱਡ ਦਿੱਤਾ, ਕਿਉਂਕਿ ਮੈਂ ਤਾਂ ਚਾਹੁੰਦਾ ਸੀਗਾ ਕਿ ਪਿੱਛੇ ਹੋ ਰਹੇ ਨੇ, ਲੰਬੀ ਚੌੜੀ ਲਾਈਨ ਲੱਗੀ ਹੋਈ ਹੈ। ਜਿਹੜੇ ਲੋਕ ਨਹੀਂ ਛੱਡਣਾ ਚਾਹੁੰਦੇ ਉਹ ਬੈਠੇ ਹੋਏ ਕੁਰਸੀਆਂ ਮਲ ਕੇ, ਸੱਪ ਬਣ ਕੇ ਬੈਠੇ ਹੋਏ ਆ। ਔਰ ਸੱਪਾਂ ਨੂੰ ਕਿਹਾ ਸੀਗਾ ਮੇਰੇ ਕਲੀਗ ਕਿ ਆਹ ਕੁਛ ਹੋ ਰਿਹਾ, ਗਲਤ ਹੋ ਰਿਹਾ, ਇਹਨੂੰ ਤੁਸੀਂ ਚੈੱਕ ਕਰੋ। ਪਰ ਨਹੀਂ, ਕਹਿੰਦੇ ਜਿਹੜੀ ਹੈਗੀ ਆ ਇੱਧਰ ਸੁਣੀ ਇੱਧਰੋਂ ਕੱਢ ਦਿੱਤੀ, ਬਸ ਠੀਕ ਹੈ। ਆ ਤੁਹਾਨੂੰ ਮਾਸਕ ਦੀ ਤੁਸੀਂ ਗੱਲ ਕੀਤੀ ਹੈ ਵਿੱਚ, ਜਿਹੜੀ ਹੈਗੀ ਹੈ 2 ਰੁਪਏ ਵਾਲਾ ਮਾਸਕ ਮੈਨੂੰ 15 ਰੁਪਏ 'ਚ ਦਿੱਤਾ, 1500 ਰੁਪਏ ਲੈ ਲਿਆ, 100 ਮਾਸਕ ਮੈਨੇ ਲਿਆ। ਮੈਂ ਸਿਵਲ ਸਰਜਨ ਮੋਹਾਲੀ ਨੂੰ ਰਿਕੁਐਸਟ ਕੀਤੀ, ਕੰਪਲੇਂਟ ਕੀਤੀ, ਕੁਛ ਨਹੀਂ, ਅੱਜ ਤੱਕ ਕੋਈ ਐਕਸ਼ਨ ਨਹੀਂ ਹੈ ਵਿੱਚ ਉਹਦੇ 'ਚ। ਫਿਰ ਆਪਾਂ ਕਿਵੇਂ ਸੋਚ ਸਕਦੇ ਹਾਂ ਵੀ ਆਪਾਂ ਲੋਕਾਂ ਦਾ ਕੁਝ ਭਲਾ ਕਰ ਰਹੇ ਹਾਂ? ਮੈਨੂੰ ਨਹੀਂ ਲੱਗਦਾ ਭਲਾ ਕਰ ਰਹੇ, ਪਤਾ ਐਵੇਂ ਬਸ ਠੀਕ ਹੈ ਟਾਈਮ ਪਾਸ ਕਰ ਰਹੇ ਹਾਂ। ਜਿਹਦਾ ਦਾ ਲੱਗਿਆ ਘੁੰਮਣਾ, ਮੰਤਰੀ ਬਣੇ ਬੈਠਾ, ਕੋਈ ਸੰਤਰੀ ਬਣੇ ਬੈਠਾ, ਬਸ ਆਹੀ ਹੈ ਸਟੋਰੀ। ਬਸ ਜਿਹਦੇ ਪੈਰ ਥੱਲੇ ਬਟੇਰਾ ਆ ਗਿਆ ਮਸਲ ਦੇਣਾ ਜੀ ਬਸ। ਹਾਂ ਬਸ ਸਰ, ਇੱਕ ਅੱਜ ਕੱਲ੍ਹ ਫਿਰ ਸੀਜ਼ਨ ਚੱਲ ਰਿਹਾ ਜੀ, ਬੁਖਾਰ ਦਾ ਆਮ ਹੀ ਹੋ ਰਿਹਾ, ਖੰਘ ਗਲਾ ਜ਼ੁਕਾਮ ਲੋਕਾਂ ਨੂੰ, ਹੈ ਨਾ? ਕੋਈ ਇਹਦੇ ਬਾਰੇ ਲਾਹਾ ਲੈ ਲਈਏ ਤੁਹਾਡੇ ਤੋਂ ਕੁਛ? ਦੇਖੋ, ਇਹ ਜਿਹੜਾ ਆਮ ਜਿਹੜਾ ਖਾਂਸੀ ਜ਼ੁਕਾਮ ਬੁਖਾਰ ਵਾਲੀ ਗੱਲ, ਕੋਈ ਇਸ ਸੀਜ਼ਨ ਦੇ ਵਿੱਚ ਖਾਸ ਕਰਕੇ ਸਪੈਸੀਫਿਕਲੀ ਨਾ, ਹੁਣ ਜਿਹੜਾ ਹੈਗਾ
ਵਾਇਰਲ ਫੀਵਰ ਵੀ ਆਪਾਂ ਕਹਿ ਸਕਦੇ ਕੰਪੈਟਲੀ ਘੱਟ ਹੋ। ਉਸ ਤੋਂ ਇਲਾਵਾ ਜਿਹੜਾ ਟਾਈਫਾਇਡ ਵਾਲਾ ਫੀਵਰ ਜਿਹੜਾ ਹੈਗਾ ਉਹ ਜ਼ਿਆਦਾ, ਡੇਂਗੂ ਫੀਵਰ ਜ਼ਿਆਦਾ ਜਿਹੜਾ ਹੈਗਾ। ਹੁਣ ਡੇਂਗੂ ਤੇ ਵੀ ਲੋਕਾਂ ਨੂੰ ਠੱਗਿਆ ਜਾਣਾ ਵਿੱਚ, ਬੱਕਰੀ ਦਾ ਦੁੱਧ ਪਿਆਈ ਜਾਣਾ ਲੋਕਾਂ ਨੇ, ਕੀਵੀ ਫੈਲ ਖਾਈ ਜਾਣਾ ਵਿੱਚ। ਹਰ ਸੈੱਲ ਘਟੇ ਹੋਏ ਜਿਹੜੇ ਹੈਗੇ ਨੇ ਉਹ ਡੇਂਗੂ ਨਹੀਂ ਹੁੰਦਾ ਵਿੱਚ, ਠੀਕ ਹੈ ਜੀ। ਪਰ ਲੁੱਟਣਾ ਲੋਕਾਂ ਨੇ, ਸਾਰਿਆਂ ਨੇ ਲੁੱਟਣਾ, ਜਿੱਦਾਂ ਜਿੱਦਾਂ ਦਾ ਲੱਗ ਗਿਆ ਉਹਨੇ ਲੁੱਟ ਲੈਣਾ ਵਿੱਚ। ਜਿਹੜੀ ਹੈਗੀ ਬੱਕਰੀ ਦੇ ਦੁੱਧ ਵਾਲੇ ਇਸ ਵੇਲੇ ਰਾਜੇ ਬਣੇ ਹੋਏ ਆ ਵਿੱਚ, ਕਿ ਲੋਕ ਖਾਈ ਜਾਂਦੇ। ਕੀ ਬਚਾ ਕੇ ਰੱਖੇ ਫਿਰ ਅਸੀਂ? ਬਚਾਅ ਦਾ ਤੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਦੋਨੇ, ਜਦੋਂ ਆਪਾਂ ਤੀਜਾ ਵਿੱਚ ਮਲੇਰੀਆ ਦਾ ਵੀ ਆਉਂਦਾ ਵਿੱਚ, ਇਹਨਾਂ ਦੋਨਾਂ ਨੂੰ ਡਿਫਰੈਂਸ਼ੀਏਟ ਕਰਨਾ ਸਭ ਤੋਂ ਵੱਡੀ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਕਿ ਤੁਸੀਂ ਸਾਫ਼ ਸਫਾਈ ਰੱਖਣੀ ਹੈ। ਸਾਫ਼ ਸਫਾਈ ਸਿਰਫ ਆਪਣੀ ਨਹੀਂ ਰੱਖਣੀ, ਆਂਢ ਗੁਆਂਢ ਦੀ ਸਾਫ਼ ਸਫਾਈ ਜ਼ਿਆਦਾ ਜ਼ਰੂਰੀ ਹੈ। ਜਿੱਥੇ ਆਣ ਕੇ ਆਪਾਂ ਲੋਕਾਂ ਦੀ ਇਨਵੋਲਵਮੈਂਟ ਦੀ ਗੱਲ ਕਰਦੇ ਹਾਂ, ਆਪਾਂ ਅੰਦਰੋਂ ਘਰੋਂ ਸਾਫ਼ ਕਰ ਲਿਆ, ਸਾਰਾ ਕੂੜਾ ਕੱਢ ਚੱਕਿਆ, ਗਲੀ ਸੁੱਟ ਦਿੱਤਾ ਵਿੱਚ। ਉਹ ਮੱਛਰ ਜਿਹੜਾ, ਜੇ ਉਹਨਾਂ ਕੋਲ ਪੁੱਛੋਗੇ ਨਾ ਜਾ ਕੇ, ਜਦੋਂ ਅਸੀਂ ਜਾਂਦੇ ਸੀਗੇ, ਆਪ ਇਹ ਸਰਪੰਚ ਦੀ ਡਿਊਟੀ ਹੈ, ਕਿਸੇ ਬੰਦੇ ਕੋਲੋਂ ਪੁੱਛੇ ਵੀ ਇਹ ਮਲੇਰੀਆ, ਟਾਈਫਾਇਡ, ਡੇਂਗੂ ਇਹ ਸਿਰਫ ਸਰਪੰਚ ਨਹੀਂ ਹੁੰਦਾ, ਬਾਕੀ ਦਿਨ ਨਹੀਂ ਹੁੰਦਾ, ਸਾਰਿਆਂ ਵਾਸਤੇ ਹੈ। ਸੋ ਇਸ ਕਰਕੇ ਲੋਕਾਂ ਦੀ ਇਨਵੋਲਵਮੈਂਟ, ਸਾਫ਼ ਸਫਾਈ। ਉਸ ਤੋਂ ਇਲਾਵਾ ਜਿਹੜਾ ਹੈਗਾ ਖਾਸ ਕਰਕੇ ਜਦੋਂ ਹੁਣ ਆਪਾਂ ਜਿਹੜਾ ਮਲੇਰੀਆ ਬਾਰੇ ਤਾਂ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਪਿੰਡਾਂ ਦੇ, ਹਰ ਪਿੰਡ ਦੇ ਵਿੱਚ ਇੱਕ ਛੱਪੜ, ਟੋਏ ਟੱਬੇ ਬਣੇ ਹੋਏ ਆ ਵਿੱਚ, ਛੱਪੜ ਦੇ ਕਿਨਾਰੇ ਬੈਠੇ ਤਾਸ਼ ਖੇਡੀ ਜਾਣਗੇ। ਸਾਰਿਆਂ ਨੂੰ ਪਤਾ ਕਿ ਮੱਛਰ ਜਿਹੜਾ ਹੈਗਾ ਉਹਦੇ ਕਰਕੇ ਮਲੇਰੀਆ ਹੁੰਦਾ, ਤੇ ਮੱਛਰ ਦੀ ਸ਼ਿਕਾਇਤ ਕਰੀ ਜਾਣਗੇ ਤੇ ਮੱਛਰ ਦੇ ਕਿਨਾਰੇ ਬੈਠੇ ਰਹਿਣਗੇ ਵਿੱਚ, ਉਹਨੂੰ ਸਾਫ਼ ਸਫਾਈ ਦੀ ਗੱਲ ਨਹੀਂ ਕਰਦੇ ਵਿੱਚ। ਇਸੇ ਤਰ੍ਹਾਂ ਹੀ ਡੇਂਗੂ ਜਿਹੜਾ ਹੈਗਾ ਵਿੱਚ, ਹੁਣ ਲੋਕਾਂ ਦੇ ਪਿਛਲੀ ਵਾਰੀ, ਕਿਉਂਕਿ ਮੈਂ ਸਿਵਲ ਸਰਜਨ ਜਦੋਂ ਫਾਜ਼ਿਲਕਾ ਸੀ, ਉਦੋਂ ਉੱਥੇ ਕਾਫੀ ਜ਼ਿਆਦਾ ਡੇਂਗੂ ਦੇ ਕੇਸਿਸ ਸੀਗੇ। ਉਦੋਂ ਆਪਾਂ ਸਰਵੇ ਕਰਕੇ ਦੇਖਿਆ ਸੀਗਾ ਕਿ ਫ੍ਰਿਜ ਦੇ ਪਿੱਛੇ ਜਿਹੜੀ ਟਰੇ ਹੁੰਦੀ ਹੈ ਨਾ, ਖਾਸ ਕਰਕੇ ਜਿਹੜੀਆਂ ਛੋਟੀਆਂ ਫਰਿੱਜਾਂ ਹੈਗੀਆਂ ਨੇ, ਉਹਨਾਂ ਦੇ ਪਿੱਛੇ ਇੱਕ ਟਰੇ ਹੁੰਦੀ ਹੈ ਪਾਣੀ ਵਿੱਚ, ਉਹਦੇ 'ਚੋਂ ਬਹੁਤ ਜ਼ਿਆਦਾ ਲਾਰਵਾ ਨਿਕਲਿਆ ਵਿੱਚ। ਫਿਰ ਇਹਨੂੰ ਅਸੀਂ ਜਿਹੜਾ ਡੇਂਗੂ ਹੈਗਾ ਇਹਨੂੰ ਰਿਚਮੈਂਸ ਮਲੇਰੀਆ ਕਹਿੰਦੇ ਆਪਾਂ, ਅਮੀਰਾਂ ਦਾ ਮਲੇਰੀਆ ਹੈ। ਇਹ ਸਾਫ਼ ਪਾਣੀ 'ਤੇ ਬੈਠਦਾ, ਦਿਨ ਦੇ ਟਾਈਮ ਕੱਟੇਗਾ ਔਰ ਕੱਟ ਕੇ ਖਾ ਪੀ ਕੇ ਆਰਾਮ ਨਾਲ ਚੁੱਪ ਕਰਕੇ ਆਰਾਮ ਨਾਲ ਬੈਠ ਜੂਗਾ ਵਿੱਚ ਲਈ ਹੈਗੀ ਹੈ। ਜਦੋਂ ਕਿ ਮਲੇਰੀਆ ਉਹਦੇ ਉਲਟ ਹੈਗਾ ਵਿੱਚ, ਜਿਹੜਾ ਹੈਗਾ ਗੰਦੇ ਪਾਣੀ 'ਤੇ ਬੈਠਦਾ ਵਿੱਚ ਲਈ ਹੈਗੀ ਹੈ। ਇਹਨਾਂ ਦੋਨਾਂ ਦੇ ਵਿੱਚ ਅਸੀਂ ਸਿਰਫ ਇੱਕੋ ਗੱਲ ਜ਼ਰੂਰ ਕਹਿੰਦੇ ਹਾਂ ਕਿ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਹੁਣ ਖਾਸ ਕਰਕੇ ਹੁਣ ਕੋਵਿਡ ਵੀ ਆ ਗਿਆ ਵਿੱਚ ਹੈਗਾ ਨਾ, ਕਿ ਅਗਰ ਆਪਾਂ ਬੁਖਾਰ ਦਾ ਪਤਾ ਕਰਨਾ ਤਾਂ ਆਪਾਂ ਨੂੰ ਖੂਨ ਜ਼ਰੂਰ ਚੈੱਕ ਕਰਾਉਣਾ ਪਏਗਾ। ਇਹ ਜਿਹੜੇ ਓਟਕੇ ਟੋਟਕੇ ਜਿਹੜੇ ਹੈਗੇ ਨੇ ਇਹ ਖਰਾਬ ਕਰ ਜਾਂਦੇ ਨੇ। ਜਿਵੇਂ ਹੁਣ ਤੁਸੀਂ ਦੇਖੋ ਮਲੇਰੀਆ, ਜਿਵੇਂ ਆਪਾਂ ਕਈ ਵਾਰੀ ਕਹਿੰਦੇ ਨਾ ਦਿਮਾਗ ਨੂੰ ਚੜ ਗਿਆ, ਬੰਦਾ ਮਰ ਗਿਆ ਕਿਉਂਕਿ ਆਪਾਂ ਉਹਦਾ ਇਲਾਜ ਨਹੀਂ ਕੀਤਾ। ਡੇਂਗੂ ਹੈਗਾ, ਜਿਹੜਾ ਹੈਗਾ ਡੇਂਗੂ ਨਾਲ ਡੈਥਸ ਹੁੰਦੀਆਂ ਨੇ ਉਹ ਇਸ ਕਰਕੇ ਹੋ ਜਾਂਦੀਆਂ ਕਿ ਤੁਹਾਡੇ ਸੈੱਲ ਵੀ ਘਟ ਗਏ, ਜਾਂ ਉਹ ਜਿਹੜਾ ਹੈਮੋਰੈਜਿਕ ਡੇਂਗੂ ਜਿਹੜਾ ਹੈਗਾ, ਜਿਹੜਾ ਤੁਹਾਡੇ ਅੰਦਰ ਬਲੀਡਿੰਗ ਕਰ ਗਿਆ ਵਿੱਚੋਂ, ਚਾਹੇ ਉਹ ਕਿਡਨੀ 'ਚ ਕਰ ਗਿਆ ਤਾਂ ਕਿਡਨੀ ਫੇਲਰ ਵਾਲਾ ਖਾਤਾ ਤੁਹਾਡਾ ਹੋ ਗਿਆ, ਲੀਵਰ ਹੋ ਗਿਆ ਖਰਾਬ, ਲੰਗ ਖਰਾਬ ਹੋ ਗਿਆ, ਹਾਰਟ ਹੋ ਗਿਆ, ਦਿਮਾਗ ਹੋ ਗਿਆ, ਕੁਝ ਵੀ ਮਤਲਬ ਜਦੋਂ ਉਹਨੇ, ਕਿਉਂਕਿ ਉਹਨੇ ਸੈਲਸ ਜਿਹੜੇ ਹੈਗੇ ਆ ਉਹਨਾਂ ਨੇ ਕੰਟਰੋਲ ਕਰਨੀ ਸੀ ਬਲੀਡਿੰਗ, ਉਹ ਤਾਂ ਘਟ ਜਾਂਦੇ ਆ ਵਿੱਚ ਉਹਦੇ 'ਚੋਂ, ਉਹਦੇ ਨਾਲ ਖਰਾਬੀ ਹੋ ਗਈ ਤੁਸੀਂ ਵਿੱਚ। ਟਾਈਫਾਇਡ ਦੇ ਨਾਲ ਜੇ ਆਪਾਂ ਉਹਦਾ ਨਾ ਕਰੀਏ, ਚੰਗੀ ਤਰ੍ਹਾਂ ਇਲਾਜ ਨਾ ਕੀਤਾ ਜਾਵੇ, ਕਰੋਨਿਕ ਹੋ ਜਾਊਗਾ, ਤੁਹਾਨੂੰ ਹੋਰ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਵਿੱਚ ਪ੍ਰੋਬਲਮ ਕ੍ਰੀਏਟ ਕਰੇਗਾ। ਸੋ ਇਹ ਸਾਰੀਆਂ ਗੱਲਾਂ ਤਾਂ ਹੋ ਸਕਦੀਆਂ ਨੇ ਜੇ ਲੋਕ ਅਵੇਅਰ ਹੋਣ, ਪਲੱਸ ਜਾਗਰੂਕਤਾ ਜ਼ਰੂਰੀ ਹੈ ਜੀ, ਜ਼ਰੂਰੀ ਹੈ। ਐਂਡ ਡਾਕਟਰ ਨਾਲ ਕੰਸਲਟੇਸ਼ਨ ਵੀ ਜ਼ਰੂਰੀ ਹੈ। ਅੱਜ ਇਹ ਜਿਹੜੀ ਜਿਵੇਂ ਤੁਸੀਂ ਫਿਰ ਗੱਲ ਕੀਤੀ ਸੀ ਕਿ ਲੋਕ ਦੇ ਇਸੇ ਗੱਲ ਤੋਂ ਡਰ ਗਏ ਜੀ ਡਾਕਟਰ ਪਤਾ ਨਹੀਂ ਸਾਰੇ ਅੱਗੇ ਕੱਟ ਲੈਂਦੇ ਨੇ, ਨਹੀਂ, ਪਰ ਇਹ ਗਲਤ ਹੈਗੀ ਹੈ। ਇਸ ਵਾਸਤੇ ਸਰਕਾਰ ਇਸ ਕਰਕੇ ਜ਼ਿੰਮੇਵਾਰ ਹੈ ਕਿ ਸਰਕਾਰ ਨੇ ਇਹ ਸਾਰੀਆਂ ਗੱਲਾਂ ਜਾਗਰੂਕ ਕਰਨੀਆਂ ਨੇ, ਜ਼ਿੰਮੇਵਾਰੀ ਹੈ ਸਰਕਾਰ ਦੀ ਜਿਹੜੀ ਹੈਗੀ ਹੈ। ਪਲੱਸ ਲੋਕਾਂ ਨੂੰ ਮੈਂ ਇਹ ਗੱਲ ਕਹਾਂਗਾ ਕਿ ਆਪਾਂ ਨੂੰ ਇਹ ਜਿਹੜੇ ਧਾਗੇ ਤਵੀਤ ਪਿੱਛੇ, ਜੇ ਮੇਰੇ ਇੱਕ ਓਪਨ ਮੇਰੇ ਵੱਲੋਂ ਸਟੇਟਮੈਂਟ ਵੀ ਸੀਗੀ, ਸਾਡੇ ਤਾਂ ਹਸਪੀਟਲ ਦੇ ਬਾਹਰ ਵਿੱਚ ਲਿਖਿਆ ਹੋਇਆ ਵਿੱਚ ਲੜਨ ਨੂੰ। ਵੈਸੇ ਵੀ ਮੈਂ ਪਹਿਲੇ ਵੀ ਬਹੁਤ ਸਾਰੇ ਥਾਵਾਂ 'ਤੇ ਲਿਖਿਆ ਹੁੰਦਾ, ਜਦੋਂ ਮੈਂ ਗਵਰਨਮੈਂਟ ਨੌਕਰੀ ਕਰਦਾ ਸੀ ਉਦੋਂ ਵੀ। ਹੁਣ ਤਾਂ ਚਲੋ ਕਿਉਂਕਿ ਮੇਰੇ ਕੋਲ ਆਪਣਾ ਪ੍ਰਾਈਵੇਟ ਸੈਟਅਪ ਹੈ ਔਰ ਸੋਸ਼ਲ ਸੈਟਅਪ ਹੈ, ਕੋਈ ਕਿਸੇ ਕੋਲ ਲੈਣ ਦੇਣ ਤਾਂ ਹੈ ਨਹੀਂ। ਉੱਥੇ ਲਿਖਿਆ ਹੋਇਆ ਹੈ ਵੀ ਕਿਸੇ ਵੀ ਉਸ ਮਰੀਜ਼ ਨੂੰ ਦਵਾਈ ਨਹੀਂ ਦਿੱਤੀ ਜਾਊਗੀ ਜਿਹੜਾ ਧਾਗੇ ਪਾਏ ਹੋਏ ਆ ਵਿੱਚ ਜਿਹੜੇ ਹੈਗੇ, ਉਹਦੇ ਨਾਲ ਨੁਕਸਾਨ ਬਹੁਤ ਹੁੰਦਾ ਹੈ। ਕਿਉਂਕਿ ਨੁਕਸਾਨ ਸਭ ਤੋਂ ਵੱਡਾ ਇਹ ਹੁੰਦਾ, ਲੋਕ ਕਹਿੰਦੇ ਸਰ ਇਹਦੇ ਨਾਲ ਕੀ ਹੋਇਆ, ਮੈਂ ਕਿਹਾ ਇਹਦੇ ਨਾਲ ਇਹ ਹੋਇਆ ਵੀ 4 ਦਿਨ ਤੋਂ ਲੇਟ ਆਇਆ ਸਾਡੇ ਕੋਲ, ਧਾਗੇ ਵਾਲਿਆਂ ਦੇ ਪਿੱਛੇ ਲੱਗਿਆ ਰਿਹਾ ਨਾ, ਤੇ ਜੇ ਪਹਿਲੇ ਦਿਨ ਹੀ ਜਿਹੜਾ ਹੈਗਾ ਉਹ ਸਹੀ ਜਗ੍ਹਾ ਤੇ ਪਹੁੰਚ ਜਾਂਦਾ ਤਾਂ ਫਿਰ ਇਹ ਬਿਮਾਰੀ ਥੋੜੀ ਜਿਹੜੀ ਹੈਗੀ ਸਮੇਂ ਸਿਰ ਇਲਾਜ ਹੋ ਜਾਂਦਾ। ਇਹ ਬਹੁਤ ਇੰਪੋਰਟੈਂਟ ਪਾਰਟ ਹੈ, ਸਮੇਂ ਸਿਰ ਇਲਾਜ ਕਰਨਾ ਜਿਹੜਾ, ਜਿੰਨਾ ਆਪਾਂ ਡਿਲੇ ਕਰੀ ਜਾਵਾਂਗੇ ਉਦੋਂ ਦੀ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਵਧੀ ਜਾਂਦੀਆਂ ਨੇ। ਸਰ ਜਿਵੇਂ ਕਿ ਸਾਰੀਆਂ ਗੱਲਾਂ ਤੁਸੀਂ ਆਪਣੇ ਸਿਹਤ ਮਹਿਕਮੇ ਦੀਆਂ ਵੀ ਦੱਸੀਆਂ ਹਨ, ਕਈ ਗੱਲਾਂ ਇਹੋ ਜਿਹੀਆਂ ਵੀ ਜਿਹੜੀਆਂ ਆਮ ਲੋਕਾਂ ਨੂੰ ਵੀ ਪਤਾ ਨੇ। ਸਰ ਇੱਕ ਨਵਾਂ ਜਿਵੇਂ ਪੰਜਾਬ ਤੇ ਹਰਿਆਣਾ ਜਾਂ ਹਿੰਦੁਸਤਾਨ ਦੇ ਵਿੱਚ ਵੀ ਬੜਾ ਵਿਰੋਧ ਹੋ ਰਿਹਾ ਸਰਕਾਰ ਦੇ ਕਾਲੇ ਕਾਨੂੰਨਾਂ ਦਾ, ਆਰਡੀਨੈਂਸਾਂ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਜੀ? ਦੇਖੋ ਇਸ ਤਰ੍ਹਾਂ ਹੈਗਾ ਕਿ ਮੈਂ ਆਪ ਇੱਕ ਫਾਰਮਰ ਫੈਮਿਲੀ ਨੂੰ ਬਿਲੋਂਗ ਕਰਦਾ ਜੀ, ਔਰ ਮੈਂ ਇੱਕ ਕਿਸਾਨ ਦਾ ਦੁੱਖ ਜਾਂ ਉਹਦੇ ਕੋਲ ਕਿੰਨੇ ਕੁ ਸੁੱਖ ਨੇ ਮੈਂ ਇਹ ਸਾਰੇ ਹੰਡਾਏ ਹੋਏ ਆ, ਇਸ ਕਰਕੇ ਮੈਨੂੰ ਇਸ ਗੱਲ ਦਾ ਪਤਾ। ਪਰ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਦੇ ਸਾਹਮਣੇ ਤੁਹਾਡੇ ਨਾਲ ਵੀ ਸ਼ੇਅਰ ਕਰਨ ਵਾਸਤੇ ਕਿ ਕਿਸਾਨ ਹੋਣ ਦੀ ਘੜੀ ਮੁਸ਼ਕਲ 'ਚ ਹੈ।
ਕਿਸਾਨ ਦੇ ਪ੍ਰਤੀ ਕੋਈ ਵੀ ਸੁਹਿਰਦ ਹੈ ਨਹੀਂ ਵਿੱਚ। ਨਾਲੇ ਕਿਸਾਨ ਨੂੰ ਆਪਾਂ ਮੰਨ ਕੇ ਚੱਲਦੇ ਹਾਂ ਕਿ ਜਿਵੇਂ ਦੇਖੋ ਖੇਤੀ ਵਾਲਾ ਧੰਦਾ ਜਿਹੜਾ ਹਮੇਸ਼ਾ ਹੀ ਮੰਨਿਆ ਜਾਂਦਾ ਸੀਗਾ ਕਿ ਜਿਹੜਾ ਨਹੀਂ ਪੜ੍ਹਦਾ ਉਹ ਖੇਤੀ ਕਰਦਾ, ਮੀਨਸ ਉਹਦੇ ਕੋਲ ਬਹੁਤਾ ਗਿਆਨ ਤਾਂ ਹੈ ਨਹੀਂ, ਦੂਸਰਾ ਖੁੱਲ੍ਹ ਵੀ ਉਹਦੇ ਕੋਲ ਹੈ ਨਹੀਂ, ਤੇ ਉਹ ਅਗਿਆਨਤਾ ਜਿਹੜੀ ਹੈਗੀ ਹੈ ਜਾਂ ਘੱਟ ਪੜ੍ਹਾਈ ਜਿਹੜੀ ਹੈਗੀ ਹੈ ਜਾਂ ਉਸ ਦੀ ਈਵਨ ਹੁਣ ਅੱਜ ਕੱਲ੍ਹ ਨੌਕਰੀਆਂ ਵੀ ਨਹੀਂ ਹੈ, ਖੇਤੀ ਉਹਦੀ ਭਾਵੇਂ ਮਜਬੂਰੀ ਵੀ ਬਣ ਜਾਂਦੀ ਹੈ, ਲੇਕਿਨ ਉਸ ਦੀ ਠੱਗੀ ਬਹੁਤ ਲੈਵਲਸ ਤੇ ਹੁੰਦੀ ਹੈ। ਅੱਜ ਵੀ ਸਰਕਾਰ ਜਿਹੜੀ ਹੈਗੀ ਆ ਉਸੇ ਘੁੰਮਣ ਘੇਰੀ ਦੇ ਵਿੱਚ ਉਹਨੂੰ ਪਾ ਕੇ ਤੇ ਠੱਗਣਾ ਚਾਹੁੰਦੀ ਹੈ। ਸਰਕਾਰ ਬਾਰ-ਬਾਰ ਤਾਂ ਕਹੀ ਜਾ ਰਹੀ ਹੈ, ਸੈਂਟਰ ਗਵਰਨਮੈਂਟ ਵੀ ਉੱਪਰੋਂ ਕਹੀ ਜਾਂਦੀ ਹੈ, ਕੋਲੂ ਦੇ ਬੈਲ ਵਾਲਾ ਕੰਮ ਕਰ ਰੱਖਿਆ ਕਿਸਾਨ। ਹਾਂ, ਉਹਨਾਂ ਨੂੰ ਮਤਲਬ ਇੰਨਾ ਕੁ ਘੁੰਮਣ ਘੇਰੀਆਂ ਦੇ ਵਿੱਚ ਪਾਉਣਾ। ਜਿਵੇਂ ਆਪਾਂ MSP ਦੀ ਗੱਲ ਕਰਦੇ ਹਾਂ, ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈਗੀ ਆ ਉਹਦੇ ਵਿੱਚ ਜੇ ਸਰਕਾਰ ਇਹ ਗੱਲ ਲਿਖ ਦੇ ਦੇਵੇ ਤਾਂ ਕੀ ਮੁਸ਼ਕਿਲ ਹੈ। ਕਈ ਜਿਉ ਜਾਂਦੇ ਆ ਵਿੱਚ ਕਹਿ ਰਹੇ ਆ ਬਾਰ-ਬਾਰ, ਇਹਦਾ ਮਤਲਬ ਸੱਚੇ ਨਹੀਂ ਹੈ। ਜੇ ਸੱਚੇ ਹੈਗੇ ਤਾਂ ਲਿਖ ਕੇ ਦੇ ਦੇਣ ਕਿ MSP ਜਿਹੜੀ ਹੈਗੀ ਆ ਉਹ ਕਿਸੇ ਵੀ ਹਾਲਤ 'ਚ ਨਹੀਂ ਉਤਰੇਗੀ, ਕਹਿ ਰਹੇ ਆ। ਲੇਕਿਨ ਉਹਦੀ MSP ਦੀ ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਵਿੱਚ ਹੈਗੀ ਹੈ ਵਿੱਚ ਕਿ ਮਿਨੀਮਮ ਸਪੋਰਟਸ ਪ੍ਰਾਈਸ ਤਾਂ ਉਸ ਨੂੰ ਮਿਲ ਜਾਂਦੀ ਹੈ ਜਿਹੜੀ ਮੰਡੀ 'ਚ ਜਿਹੜੀ ਮਿਲਦੀ ਸੀ ਸਰਕਾਰੀ ਮੰਡੀਕਰਨ ਜਦੋਂ ਦਾ ਹੋਇਆ ਹੈ। ਲੇਕਿਨ ਇਹ ਹੈਗਾ ਕਿ ਉਸ ਤੋਂ ਬਾਹਰ ਵੀ ਜਦੋਂ ਇਹ 22-23 ਆਈਟਮਸ ਨੇ ਮੇਰੀ ਨੌਲੇਜ 'ਚ ਹੈਗੇ ਨੇ ਜਿਹੜੀਆਂ MSP ਦੇ ਅੰਡਰ ਆਉਂਦੀਆਂ ਨੇ ਵਿੱਚ ਜਿਹੜੀਆਂ, ਲੇਕਿਨ 1-2 ਫਸਲ ਨੂੰ ਛੱਡ ਕੇ ਬਾਕੀ ਨੂੰ ਤਾਂ ਉਹ ਵਪਾਰੀ ਜਿਹੜਾ ਹੈਗਾ ਆਪਣੀ ਮਰਜ਼ੀ ਨਾਲ ਖਰੀਦੀ ਜਾਂਦਾ। ਸਰਕਾਰ ਫੋਰਸ ਹੀ ਨਹੀਂ ਕਰਦੀ ਉਹਦੇ 'ਚ। ਜੇ ਸਰਕਾਰ ਫੋਰਸ ਹੀ ਨਹੀਂ ਕਰਦੀ ਉਹਦੇ ਵਿੱਚ ਨਹੀਂ ਕਰਦੀ, ਅੱਜ ਇੱਕ ਨਵਾਂ ਕਾਨੂੰਨ ਹੋਰ ਕਰ ਵੀ ਮੰਡੀ ਖੁੱਲੀ ਕਰਤੀ ਆਪਾਂ, ਤੇ ਲੋਕਾਂ ਦੇ ਦਿਮਾਗ 'ਚ ਡਰ ਤਾਂ ਫਿਰ ਬੈਠ ਹੀ ਜਾਣਾ ਨਾ। ਬਿਲਕੁਲ, ਉਹ ਬੰਦਾ ਕਹਿ ਰਿਹਾ ਵੀ ਜਿਹੜੀ ਪਹਿਲਾਂ ਜਦੋਂ ਫਿਕਸਡ ਸੀਗਾ ਉਦੋਂ ਤੁਸੀਂ ਕਿਸਾਨ ਨੂੰ ਬਰਾਬਰ ਮੁੱਲ ਨਹੀਂ ਸੀ ਮਿਲਿਆ, ਜਦੋਂ ਤੁਸੀਂ ਮੰਡੀ ਖੁੱਲੀ ਕਰਤੀ ਤੇ ਫਿਰ ਆਪਾਂ ਨੂੰ ਜਿਹੜਾ ਹੈਗਾ ਉਹ ਮਿਨੀਮਮ ਸਪੋਰਟ ਪ੍ਰਾਈਸ ਕਿਵੇਂ ਮਿਲੇਗੀ। ਮਤਲਬ ਉਹਨਾਂ ਦਾ ਜਿਹੜਾ ਧੰਦਾ ਜਿਹੜਾ ਹੈਗਾ, ਭਾਵੇਂ ਇਹਦੇ 'ਚ ਹੋਰ ਵੀ ਕਈ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਵਿੱਚ। ਇੱਕ ਹੋਰ ਵੀ ਉਹਦੇ 'ਚ ਗੱਲ ਹੈਗੀ ਹੈ ਕਿ ਜਿਹੜਾ ਜਦੋਂ ਕਿਤੇ ਡਿਸਪਿਊਟ ਹੋ ਗਿਆ, ਜਿਵੇਂ ਆਪਾਂ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ, ਚਲੋ ਜ਼ਿਆਦਾ ਲੰਬੀ ਹੋ ਜਾਏਗੀ, ਤੁਹਾਡੇ ਕੋਲ ਟਾਈਮ ਹੋਵੇ ਤਾਂ ਮੈਂ ਗੱਲ ਕਰ ਸਕਦਾ, ਲੇਕਿਨ ਕੰਟਰੈਕਟ ਫਾਰਮਿੰਗ ਦੇ ਵਿੱਚ ਵੀ ਇਹ ਹੋਇਆ ਕਿ ਉਹਦਾ ਨਿਪਟਾਰਾ ਕੌਣ ਕਰੇਗਾ। SDM ਜਾਂ ਉਹਦੀ ਬਣਾਈ ਹੋਈ ਕਮੇਟੀ, ਉੱਪਰ DC ਜਿਹੜੀ ਐਪਲੇਟ 30 ਬੰਦੀ ਹੈ, ਜਾਂ ਉਹਦੀ ਬਣਾਈ ਹੋਈ ਕਮੇਟੀ EDC ਵੀ ਹੋ ਸਕਦੀ ਹੈ ਕਮੇਟੀ ਜਿਹੜੀ 4-5 ਬੰਦਿਆਂ ਦੀ ਉਹਨਾਂ ਨੇ ਪ੍ਰਪੋਜ਼ ਕੀਤੀ ਹੋਈ। ਮੈਂ ਪੜ੍ਹਿਆ ਸਾਰਾ ਆਰਡੀਨੈਂਸ ਜਿਹੜਾ ਹੈਗਾ। ਅੱਜ ਕਿਸੇ ਦਫ਼ਤਰ 'ਚ ਕੋਈ ਬੰਦਾ ਵੜਨ ਨੂੰ ਤਿਆਰ ਹੈ, ਪੜ੍ਹਿਆ ਲਿਖਿਆ ਬੰਦਾ ਉਹੀ ਕਿਸੇ ਆਮ ਦਫ਼ਤਰ 'ਚ ਵੜਨ ਨੂੰ ਤਿਆਰ ਨਹੀਂ, ਤੇ ਇੱਕ ਕਿਸਾਨ ਜਿਹਨੂੰ ਵੈਸੇ ਹੀ ਨਹੀਂ ਪਤਾ ਕੁਝ ਵੀ ਜਿਹੜਾ ਹੈਗਾ, ਉਹ ਕਿਵੇਂ ਆਸ ਕਰ ਸਕਦਾ ਹੈ ਕਿ ਇਹ ਜਿਹੜੀ ਬੇਈਮਾਨੀ ਸਿਸਟਮ ਹੁੰਦੀ ਕੜੀ ਬਣਿਆ ਹੋਇਆ ਵਿੱਚ, ਉਸ ਬੇਈਮਾਨੀ ਸਿਸਟਮ ਦੇ ਵਿੱਚ ਉਸ ਨੂੰ ਜਿਹੜਾ ਪੂਰਾ ਇਨਸਾਫ ਮਿਲੇਗਾ। ਸੋ ਇਹ ਇਸ ਕਰਕੇ ਇਹ ਜਿਹੜਾ ਜਿੰਨਾ ਵੀ ਹੁੰਦੀ ਕੜੀ ਆਰਡੀਨੈਂਸ ਹੈ, ਇਸ ਲੋਕਾਂ ਦੇ ਹਿੱਤ ਵਿੱਚ ਸਾਹਮਣੇ ਨਜ਼ਰ ਆਉਂਦੇ ਜਦੋਂ ਆਪਾਂ ਆਮ ਬੰਦਾ ਜਿਹੜਾ ਹੈਗਾ ਉਸ ਦਾ ਉਹਨੂੰ ਇਹ ਕਾਲਾ ਕਾਨੂੰਨ ਹੀ ਲੱਗਦਾ ਹੈ, ਕਿਉਂਕਿ ਬਣੇ ਹੋਏ ਕਾਨੂੰਨ ਪਹਿਲਾਂ ਤਾਂ ਕਦੇ ਕਾਬੂ ਨਹੀਂ ਆਏ। ਉੱਪਰੋਂ ਦੀ ਹੋਰ ਤੁਸੀਂ ਦੇਖੋ ਕਿ ਜਿਹੜੀਆਂ ਪਾਰਟੀਆਂ 73 ਸਾਲਾਂ ਤੋਂ ਕਿਸਾਨ ਦਾ ਕੁਝ ਵੀ ਨਹੀਂ ਕਰ ਸਕੀਆਂ, ਅੱਜ ਉਹ ਵੀ ਕਹਿੰਦੀਆਂ ਅਸੀਂ ਵੀ ਧਰਨੇ ਲਾਉਂਦੇ ਹਾਂ ਜੀ। ਕੱਲ੍ਹ ਮੈਂ ਦੇਖਿਆ ਮੋਹਾਲੀ 'ਚ ਹੋਇਆ, ਟਰੈਕਟਰ ਲਾ ਕੇ ਜਿਹੜੇ ਹੈਗੇ ਮੁੰਡੇ ਦਾ ਟਰੈਕਟਰ ਰੈਲੀ ਕੱਢੀ। ਟਰੈਕਟਰ ਕਿਸ ਕੰਮ ਵਾਸਤੇ? ਕਿਹੜੀ ਸਰਕਾਰ ਨੇ ਕੱਢੀ? ਜਿਹੜੀ ਸਰਕਾਰ ਹੁੰਦੀ ਕਿਹੜੀ ਪਾਵਰ 'ਚ ਹੈ, ਜਾਂ ਉਹ ਸਰਕਾਰ ਜਿਹੜੀ ਪਹਿਲਾਂ ਉਸ ਦਾ ਸਾਰਾ ਜਿਹੜਾ ਹੈਗਾ ਉਹ ਰਸ ਜਿਹੜਾ ਹੈਗਾ ਚੂਸ ਚੁੱਕੀ ਹੈ, ਉਹ ਸਰਕਾਰ। ਮਤਲਬ ਜਿਹੜੀਆਂ ਸਰਕਾਰਾਂ ਨੇ 73 ਸਾਲਾਂ 'ਚ, ਜਾਂ ਤਾਂ ਇਹ ਜਿਹੜੇ ਪੋਲੀਟੀਕਲ ਪਾਰਟੀਜ਼ ਕੋਈ ਵੀ ਹੈਗੇ ਨੇ ABCD ਸਾਰੇ ਜਿੰਨੀਆਂ ਵੀ ਹੈਗੀਆਂ ਸਾਰੀਆਂ 73 ਸਾਲਾਂ ਵਾਲੇ, ਮੈਂ ਤਾਂ 73 ਸਾਲੇ ਠੱਗ ਹੀ ਕਹਿੰਦਾ ਨਾ ਵੈਸੇ ਬੇਸਿਕ ਕੀਤਾ, ਕਿ ਇਹ ਜਿਹੜੇ 73 ਸਾਲੇ ਠੱਗ ਨੇ ਇਹ ਕਦੀ ਕਹਿ ਦੇਣ ਵੀ ਪੰਜਾਬ ਦਾ ਕਿਸਾਨ ਹੋਵੇ ਜਾਂ ਭਾਰਤ ਦਾ ਕਿਸਾਨ ਹੋਵੇ ਉਹ ਕਦੋਂ ਖੁਸ਼ਹਾਲ ਸੀ ਜਿਹਦੇ ਕਰਕੇ ਇਹਨਾਂ ਨੂੰ ਕ੍ਰੈਡਿਟ ਦਿੱਤਾ ਜਾਵੇ। ਅੱਜ ਸਿਰਫ ਹੋਰ ਉੱਪਰੋਂ ਸਿਆਸੀਕਰਨ ਜਿਹੜਾ ਹੈਗਾ ਵਿੱਚ ਕਰੀ ਜਾ ਰਹੇ ਨੇ ਵਿੱਚ ਜਿਹੜੀ ਹੈਗੀ ਹੈ। ਸੋ ਇਹ ਜਿਹੜੀ ਸਿਆਸੀਕਰਨ ਹੈ ਉਹ ਬੇਸਿਕਲੀ ਜਿਵੇਂ ਮੈਂ ਇੱਕ ਦਿਨ ਲਿਖ ਰਿਹਾ ਸੀਗਾ ਵੀ ਮੋਹਾਲੀ 'ਚ ਤੁਹਾਨੂੰ ਯਾਦ ਹੋਵੇ ਇੱਕ ਵਾਰੀ ਨਾ ਇੱਕ ਮਰਡਰ ਹੋ ਗਿਆ ਸੀਗਾ ਇੱਕ ਬੰਦੇ ਦਾ, ਇੰਜੀਨੀਅਰ ਸੀਗਾ ਬਾਈ ਪ੍ਰੋਫੈਸ਼ਨ, ਕਰਵਾਇਆ ਸੀਗਾ ਉਹਦੀ ਵਾਈਫ ਨੇ, ਔਰ ਧਰਨੇ ਲਾਉਣ 'ਚ ਸਭ ਤੋਂ ਅੱਗੇ ਸੀਗੀ। ਇੱਥੇ ਵੀ ਇਹ ਕੁਛ ਹੋਇਆ, ਲੋਕਾਂ ਨੂੰ 73 ਸਾਲ ਲੁੱਟ ਕੇ ਖਾਂਦੇ ਰਹੇ, ਔਰ ਅੱਜ ਧਰਨੇ ਲਾਉਣ 'ਚ ਅੱਗੇ ਬੈਠੇ ਵੀ ਅਸੀਂ ਵੀ ਧਰਨਾ ਲਾਵਾਂਗੇ। ਹਰ ਪੋਲੀਟੀਕਲ ਪਾਰਟੀ ਉਹਦਾ ਸਿਆਸੀ ਜਿਹੜਾ ਹੈਗਾ ਲਾਉਣ ਪੜਤਾਲ ਕਰਨ ਦੀ ਕੀ ਜ਼ਰੂਰਤ ਹੈ, ਲੋਕਾਂ ਨੂੰ ਪਤਾ ਹੀ ਹੈ ਕਿ 73 ਸਾਲ ਸਾਨੂੰ ਠੱਗਦੇ ਰਹੇ ਆ ਵਿੱਚੋਂ। ਅੱਜ ਇਹ ਕਿਵੇਂ ਕਹਿ ਸਕਦੇ, ਸੱਚੇ ਸੁੱਚੇ ਕਿਵੇਂ ਹੋ ਸਕਦੇ ਆ? ਸੋ ਇਹ ਜਿਹੜਾ ਆਪਣਾ ਆਰਡੀਨੈਂਸਿਸ ਹੋਏ ਹੈ, ਇਹ ਹੁਣ ਦੀ ਘੜੀ ਫੇਸ ਵੈਲਿਊ ਦੇ ਉੱਤੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ। ਸਰਕਾਰ ਅਗਰ ਸੱਚੀ ਬਣਨਾ ਚਾਹੁੰਦੀ ਹੈ, ਅਗਰ ਸੱਚੀ ਹੈ ਤਾਂ ਇਹ ਜਿਹੜਾ MSP ਹੈਗੀ ਇਹਨੂੰ ਰਿਟਰਨ 'ਚ ਕਹਿ ਦੇਵੇ ਕਿ ਇਹ ਨਹੀਂ ਟੁੱਟੇਗੀ। ਔਰ ਨੰਬਰ 2 ਜਿਹੜੀਆਂ ਆਈਟਮਸ ਇਹ MSP ਦੇ ਅੰਡਰ ਆਉਂਦੀਆਂ ਨੇ
ਉਸ MSP ਦੇ ਉੱਤੇ ਲੋਕਾਂ ਨੂੰ ਉਹ ਹਰ ਫਸਲ ਦੇ ਉੱਤੇ MSP ਲੱਗੇਗੀ। ਇਹ ਨਹੀਂ ਹੈਗਾ ਕਿ ਆਪਣੇ ਨਾਰਮਲੀ ਜਿਵੇਂ ਹੈਗੀ ਹੈ ਝੋਨਾ ਤੇ ਕਣਕ ਦੇ ਉੱਤੇ ਲੱਗ ਜਾਂਦੀ ਹੈ, ਬਾਕੀ ਸਾਰੀਆਂ ਆਈਟਮਸ ਉਸ ਤਰ੍ਹਾਂ ਹੀ ਜਾਂਦੀ ਰਹਿੰਦੀ। ਫਿਰ ਇੱਕ ਹੋਰ ਵੱਡੀ ਗੱਲ ਜਿਹੜੀ ਹੈਗੀ ਹੈ ਸਟੋਰੇਜ ਦੀ, ਜਿਹੜੀ ਜਦੋਂ ਗੱਲ ਆ ਰਹੀ ਹੈ ਕਿ ਸਟੋਰੇਜ ਜਿਹੜਾ ਹੈਗਾ ਉਹ ਤੋਂ ਲਿਮਟ ਹਟਾਤੀ ਨਾ, ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਲਓ ਜਦੋਂ ਮਰਜ਼ੀ। ਇਹ ਸਟੋਰੇਜ ਦੀ ਜਿਹੜੀ ਬਣਾ ਕੇ ਦੇਣੀ ਸੀ ਸਹੂਲਤ, ਕਿਸ ਨੇ ਦੇਣੀ ਸੀਗੀ? ਸਰਕਾਰ ਨੇ ਦੇਣੀ ਸੀ। ਸਰਕਾਰ ਨੇ ਆਪਣੇ ਆਪ ਨੂੰ ਤਾਂ ਇਹ ਕਹਿੰਦੇ ਅਸੀਂ ਕਿਸਾਨੀ ਦੇ ਲੀਡਰ। ਅੱਜ ਤੱਕ ਪੰਜਾਬ ਦਾ ਜਿਹੜੀ 73 ਸਾਲ ਹੈਗੇ ਆ, ਕੋਈ ਬੰਦਾ ਐਸਾ ਹੈਗਾ ਜਿਹੜਾ ਨਾਨ ਐਗਰੀਕਲਚਰਿਸਟ ਜਿਹੜਾ ਹੈਗਾ ਉਹ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਹੋਵੇ? ਤੇ ਕਹਿੰਦੇ ਜੀ ਅਸੀਂ ਪੰਜਾਬ ਦੀ ਜਿਹੜੀ ਹੈਗੀ ਹੈ ਐਗਰੀਕਲਚਰ ਜਿਹੜੀ ਗਵਰਨਮੈਂਟ ਹੈ ਉਹ ਐਗਰੀਕਲਚਰ ਆਪਣੇ ਆਪ ਨੂੰ ਫਾਰਮਰ ਕਹਿ ਕੇ, ਔਰ ਹਰ ਵਾਰੀ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਕੁਰਬਾਨੀ ਦੇ ਦਿਆਂਗੇ। ਮੈਂ ਤਾਂ ਅੱਜ ਤੱਕ ਕੁਰਬਾਨੀ ਵਾਲਾ ਦੇਖਿਆ ਨਹੀਂ। ਕਿਹੜਾ ਲੀਡਰ ਹੈ ਜਿਹੜਾ ਹੈਗਾ ਉਹਨੇ ਕੁਰਬਾਨੀ ਦਿੱਤੀ? ਅੱਜ ਵੀ ਰੌਲਾ ਪਾ ਰਹੇ ਆ ਕਿ ਪੰਜਾਬ ਵਾਸਤੇ ਅਸੀਂ ਕੁਰਬਾਨੀ ਦੇ ਦਿਆਂਗੇ, ਸਿਰਫ ਵੋਟਾਂ ਲੈਣ ਵਾਸਤੇ ਕੁਰਬਾਨੀ ਦੇ, ਸਿਰਫ ਗੁੰਮਰਾਹ ਕੀਤਾ ਜਾ ਰਿਹਾ ਵਿੱਚ। ਇਹ ਜਿਹੜੀ ਸਹੂਲਤ ਸੀਗੀ ਲੋਕਾਂ ਨੂੰ ਸਟੋਰ ਕਰਨ ਦੀ, ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਸੀ। ਚੰਗੇ ਬੀਜ ਦੇਣੇ ਆ, ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਸੀ। ਲੋਕਾਂ ਨੂੰ, ਫਾਰਮਰਸ ਨੂੰ ਸਿਖਾਉਣਾ ਕਿ ਤੁਸੀਂ, ਜਿਵੇਂ ਹੁਣ ਮੈਂ ਕਹਿੰਦਾ ਹੁੰਦਾ ਕਿ ਖਾਦ ਜ਼ਿਆਦਾ ਪਾਉਂਦੇ ਆ, ਖਾਦ ਸਿਖਾਉਣਾ, ਖੇਤੀ ਕਿਹੜੀ ਕਰਨੀ ਹੈ, ਕਿਸ ਢੰਗ ਦੀ ਕਰਨੀ ਹੈ, ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਸੀ। ਲੇਕਿਨ ਸਰਕਾਰ ਤਾਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ, ਤੁਸੀਂ ਦੇਖਿਆ ਜਿਵੇਂ ਤੁਸੀਂ ਵੀ ਪਿੰਡ 'ਚ ਹੀ ਰਹਿੰਦੇ ਹੋ, ਕਦੀ ਕੋਈ ਖੇਤੀਬਾੜੀ ਵਾਲਾ ਕਿਸੇ ਪਿੰਡ 'ਚ ਆਣ ਕੇ ਕਿਸੇ ਬੰਦੇ ਨੇ ਸੁਣਿਆ ਕਿ ਉਹ ਤੁਹਾਨੂੰ ਦੱਸਦਾ ਹੋਵੇ ਵੀ ਤੁਹਾਡੇ ਖੇਤ 'ਚ ਆਹ ਫਸਲ ਉਗਾਈ ਜਾ ਸਕਦੀ ਹੈ, ਆਹ ਫਸਲ ਨਹੀਂ ਉਗਾਈ ਜਾ ਸਕਦੀ? ਮੈਂ ਤਾਂ ਕਦੀ ਸੁਣਿਆ ਨਹੀਂ ਵਿਚਲੀ ਹੈਗੀ ਆ। ਫਿਰ ਤੁਸੀਂ ਦੇਖੋ, ਕਦੀ ਤੁਹਾਡੇ ਪਿੰਡ 'ਚ ਕਦੀ ਕੋਈ ਵੀਡੀਓ ਨੇ ਆ ਕੇ ਦੱਸਿਆ ਹੋਵੇ ਵੀ ਇੱਥੇ ਕੋਈ ਸਕੀਮ ਹੈ ਜੀ, ਉਹਦੇ 'ਚ ਦਫ਼ਤਰਾਂ 'ਚ ਬੈਠੇ ਰਹਿੰਦੇ SDM DC ਦਾ ਕਦੀ ਵੀ ਨਹੀਂ ਦੇਖਿਆ ਕਿਸੇ ਨੇ। ਵੀਡੀਓ ਦਾ ਅਜੇ ਤੱਕ ਫਿਰ ਵੀ ਕਦੀ ਕਦਾਈ ਰੌਲਾ ਪੈ ਜਾਵੇ ਤਾਂ ਸ਼ਾਇਦ ਕਿਤੇ ਤੁਰਦਾ ਫਿਰਦਾ ਕਿਤੇ ਦੇਖ ਲਿਆ ਹੋਵੇ। SDM DC ਮੈਂ ਤਾਂ ਦੇਖੇ ਨਹੀਂ ਕਦੀ। ਫਿਰ ਜਿਹੜੇ ਲੋਕਾਂ ਨੂੰ ਜਾਗਰੂਕ ਕਰਨਾ ਸੀਗਾ, ਜਿਹੜੇ ਅੱਜ ਜਿਨ੍ਹਾਂ ਨੂੰ ਅੱਜ ਆਪਾਂ ਕੰਟਰੋਲ ਦਿੱਤਾ ਹੈ, ਮੈਂ ਪਹਿਲਾਂ ਗੱਲ ਕੀਤੀ ਇਹਦੇ 'ਚ ਕੰਟਰੋਲ ਜਿਹੜਾ ਹੈਗਾ ਉਹ ਇਹਨਾਂ ਕੋਲ ਦਿੱਤਾ ਹੈ SDM ਤੇ DC ਕੋਲ। ਤੇ SDM DC ਤੇ ਕਦੀ ਕਿਸੇ ਜਿਹੜਾ ਹੈਗਾ ਪਿੰਡ 'ਚ ਗਿਆ ਹੀ ਨਹੀਂ। ਉਹਨੂੰ ਤਾਂ ਪਤਾ ਹੀ ਨਹੀਂ ਤਕਲੀਫ ਕੀ ਹੈ। ਜਿਹੜੇ ਬੰਦੇ ਨੇ ਕਦੀ ਖੇਤ ਵੇਖਿਆ ਹੀ ਨਹੀਂ, ਖੇਤ ਦੇ ਵਿੱਚ ਖੇਤੀ 'ਚ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਨੇ ਵਿੱਚ। ਇੱਕ ਦਿਨ ਮੈਨੂੰ ਯਾਦ ਹੈ, ਇੱਕ ਦਿਨ ਇੱਕ ADC ਨਾਲ ਮੇਰੀ ਇਸੇ ਗੱਲ ਦੇ ਉੱਤੇ ਬਹਿਸ ਹੋ ਗਈ। ਡਾਕਟਰ ਸਾਹਿਬ ਤੁਸੀਂ ਆ ਨਹੀਂ ਕਰਦੇ ਜੀ, ਡਾਕਟਰ ਸਾਹਿਬ ਤੁਸੀਂ, ਮੈਂ ਕਿਹਾ ਮੇਰੀ ਗੱਲ ਸੁਣੋ ਵੀ ਇਹ ਤੁਹਾਡੇ ਵਾਲਾ ਕੰਮ ਨਹੀਂ ਹੈ ਕਿ ਬੰਦੇ ਬਾਹਰ ਬੈਠੇ ਹੁੰਦੇ ਆ ਤੇ ਸਾਹਿਬ ਜੀ ਦੌਰੇ ਤੇ ਗਏ ਆ, ਸਾਹਿਬ ਅੰਦਰ ਬੈਠਾ ਹੁੰਦਾ, ਬਾਹਰ ਬਿਠਾਏ ਹੁੰਦੇ ਆ, ਸਾਹਿਬ ਦੌਰੇ ਤੇ ਆ। ਡਾਕਟਰੀ ਪ੍ਰੋਫੈਸ਼ਨ ਜਿਹੜਾ ਹੈਗਾ ਇਹ ਔਖਾ ਪ੍ਰੋਫੈਸ਼ਨ ਹੈ ਵਿੱਚ। ਮੈਂ ਕਿਹਾ ਜਾਂ ਤਾਂ ਤੂੰ ਮਰੀਜ਼ ਬਣ ਜਾ ਤੇ ਮੈਂ ਡਾਕਟਰ ਬਣਦਾ, ਫਿਰ ਤੈਨੂੰ ਦੱਸਦਾ ਵੀ ਤੂੰ ਕਿਵੇਂ ਮੈਨੂੰ ਗਾਲਾਂ ਕੱਢਦਾ ਵਿੱਚੋਂ, ਠੀਕ ਹੈ? ਤੁਸੀਂ ਕਹਿੰਦੇ ਮੇਰੇ ਡਾਕਟਰ ਨੇ ਮੇਰੀ ਗੱਲ ਨਹੀਂ ਸੁਣੀ ਜੀ, ਕਿੰਨਾ ਕੰਪਲੀਕੇਟਡ ਹੁੰਦਾ। ਫਿਰ ਤੈਨੂੰ ਐਂਡ 'ਚ ਵੀ ਹੋਣਾ ਕਿ ਡਾਕਟਰ ਮੇਰੀ ਬਿਮਾਰੀ ਨੂੰ ਹੁਣੇ ਠੀਕ ਕਰ ਦੇਵੇ, ਵਿੱਚ ਬੈਠਾ ਹੀ ਇੱਥੇ ਠੀਕ ਕਰ ਦੇਵੇ। ਤੇ ਜਾਂ ਫਿਰ ਮੈਂ ਪੇਸ਼ੈਂਟ ਬਣ ਜਾਂਦਾ ਤਾਂ ਤੂੰ ਡਾਕਟਰ ਬਣ, ਫਿਰ ਤੈਨੂੰ ਜਵਾਬ ਕਿਵੇਂ ਮਰੀਜ਼ ਨੂੰ ਜਵਾਬ ਦੇਣੇ, ਫਿਰ ਪਤਾ ਲੱਗੇਗਾ ਵਿੱਚ। ਸੋ ਅੱਜ ਉਹ ਲੋਕ ਜਿਨ੍ਹਾਂ ਨੇ ਕਿਸਾਨ, ਖਾਸ ਬੇਸਿਕਲੀ ਹੁਣ ਆਪਣਾ ਸਾਰਾ ਇੰਡੀਆ ਵੈਸੇ ਤਾਂ ਐਗਰੀਕਲਚਰ, ਪੰਜਾਬ ਤਾਂ ਬਿਲਕੁਲ ਟੋਟਲੀ ਇੱਥੇ ਤਾਂ ਹੈ ਹੀ ਨਹੀਂ ਕੁਛ ਵੀ ਵਿੱਚ। ਤੁਸੀਂ ਕੋਈ ਵੀ ਐਗਰੀਕਲਚਰ ਬੇਸਡ ਕਾਰਖਾਨਾ ਹੀ ਹੈ ਨਹੀਂ ਕੋਈ ਵਿੱਚ ਤੁਹਾਨੂੰ ਲੱਭਦਾ ਵਿੱਚ। ਸੋ ਇਹਨਾਂ ਨੂੰ ਕਰਨਾ ਕਿੰਨੇ ਸੀਗਾ? ਸਰਕਾਰ ਨੇ। ਤੇ ਸਰਕਾਰ ਤਾਂ ਬੈਠੀ ਬੰਦ ਕਮਰਿਆਂ 'ਚ। ਚੌਧਰੀ ਉਹ ਬਣਾ ਦੇਣੇ, ਉਹ ਜਿਨ੍ਹਾਂ ਨੇ ਕਦੀ ਖੇਤ ਦੇਖਿਆ ਨਹੀਂ। ਤੇ ਆਪਾਂ ਫਿਰ ਕਿਸਾਨ ਦੇ ਹਿੱਤ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ ਵਿੱਚ ਜਿਹੜੀ? ਸੋ ਇਹ ਅੱਜ ਕਿਸਾਨ ਦੁਖੀ ਹੈ, ਦੁਖੀ ਕਿਸਾਨ ਨੂੰ ਹੋਰ ਜ਼ਿਆਦਾ ਦੁਖੀ ਕੀਤਾ ਜਾ ਰਿਹਾ। ਅੱਜ ਕੋਵਿਡ ਦੀ ਐਡੀ ਵੱਡੀ ਬਿਮਾਰੀ, ਉਹਦੇ 'ਚ ਅਜੇ ਨਿਕਲ ਨਹੀਂ ਪਾਏ ਆਪਾਂ, ਹੈ ਨਾ? ਉੱਪਰੋਂ ਇਸ ਤਰ੍ਹਾਂ ਦੇ ਕਾਨੂੰਨ ਲਿਆ ਕੇ ਲੋਕਾਂ ਦੇ ਸਿਰ 'ਚ ਪਾਤੇ ਕਿ ਤੁਸੀਂ ਜਿਉਂਦੇ ਨਾ ਰਹੋ ਜੀ ਬਸ। ਜਿਵੇਂ ਕਹਿੰਦੇ ਸੀ ਨਾ ਗਰੀਬੀ ਹਟਾਓ ਦਾ 1970-71 'ਚ ਨਾਰਾ ਲੱਗਿਆ ਸੀਗਾ। ਤੇ ਉਹ ਗਰੀਬੀ ਦਾ ਹਟੇ ਨਹੀਂ, ਪਰ ਗਰੀਬ ਮਾਰੂ ਨੀਤੀਆਂ ਜਿਹੜੀਆਂ ਨੇ ਉਹ ਜ਼ਰੂਰ ਨੇ। ਸਰ ਤੁਸੀਂ ਜਿਵੇਂ ਗੱਲ ਕਰੀ ਹੈ ਵੀ ਜਿਹੜਾ ਕਿਸਾਨ ਹੈ ਵੀ ਉਹ ਅਨਪੜ੍ਹ ਹੈ ਜ਼ਿਆਦਾਤਰ, ਵੀ ਜਿਹੜਾ ਪੜ੍ਹਦਾ ਨਹੀਂ ਹੈਗਾ, ਕੋਈ ਨੌਕਰੀ ਨਹੀਂ ਮਿਲਦੀ, ਉਹ ਕਿਸਾਨ। ਪਰ ਸਰ ਇੱਥੇ ਤਾਂ ਇਹ ਵੀ ਲੱਗਦਾ ਨਾ ਵੀ ਸਿੱਖਿਆ ਵੀ ਜ਼ਰੂਰੀ ਹੈ। ਜਿਵੇਂ ਤੁਸੀਂ ਗੱਲ ਕੀਤੀ, ਉਹਨੂੰ ਜਾਗਰੂਕ ਹੋਣ ਵਾਸਤੇ ਸਿੱਖਿਆ ਵੀ ਬੜੀ ਜ਼ਰੂਰੀ ਹੈ ਉਹਦੇ ਵਾਸਤੇ। ਪਰ ਤੁਹਾਨੂੰ ਸਿੱਖਿਆ ਤਾਂ ਹੋਣ ਹੀ ਨਹੀਂ ਦਿੰਦੇ। ਤੁਸੀਂ ਆ ਦੇਖੋ ਹੁਣ ਕਿੰਨਾ ਰੌਲਾ ਪਿਆ ਆਪਣਾ ਐਜੂਕੇਸ਼ਨ ਦਾ, ਕਿ ਪ੍ਰਾਈਵੇਟ ਸਕੂਲਾਂ ਦਾ ਖਾਸ ਕਰਕੇ ਫੀਸ ਦਾ। ਵੈਸੇ ਤਾਂ ਜਿਹੜਾ ਗਵਰਨਮੈਂਟ ਵਾਲਾ ਨਾ ਉਹਦੇ 'ਚ ਵੀ ਬੇਈਮਾਨੀ ਕੀਤੀ ਇਹਨਾਂ ਨੇ। ਇਹਨਾਂ ਨੇ ਕਹਿਤਾ ਵੀ ਪਹਿਲੀ ਤੋਂ ਲੈ ਕੇ 12ਵੀਂ ਤੱਕ ਸਾਰੀ ਸਿੱਖਿਆ ਫ੍ਰੀ ਜੀ। ਉਹਦੇ 'ਚ ਹੋਇਆ ਕਿ ਅਸਲ 'ਚ ਕਿ ਇਹ ਨਾਲ ਅੱਗੇ ਵਰਡ ਲਿਖਤਾ ਕਿ ਜਿਹੜੇ ਪੈਸੇ ਤਾਂ ਗਵਰਨਮੈਂਟ ਦੇ ਖਾਤੇ 'ਚ ਜਾਂਦੇ ਨੇ ਉਹ ਫ੍ਰੀ ਨੇ, ਬਾਕੀ ਫ੍ਰੀ ਨਹੀਂ ਹੈ। ਉਹਦੇ 'ਚ ਇੱਕ ਐਮੈਲਗਮੇਟ ਫੰਡ ਦੀ ਗੱਲ ਸੀਗੀ, ਇੱਕ ਰੀਕ੍ਰੀਏਸ਼ਨ ਫੰਡ ਸੀਗਾ, ਇੱਕ ਕੋਈ ਸਪੋਰਟਸ ਫੰਡ ਸੀਗਾ। ਉਹ ਮੈਂ ਐਵਰੇਜ ਕੱਢ ਰਿਹਾ ਸੀਗਾ ਕਿ 8ਵੀਂ 9ਵੀਂ ਤੱਕ ਤਾਂ ਉਹ 600 ਰੁਪਇਆ ਹੈਗਾ, +1 +2 ਦਾ 640 ਰੁਪਏ ਨੇ ਵਿੱਚ, ਜਿਹੜੀ ਪਰ ਸਟੂਡੈਂਟ ਦੇ ਹਿਸਾਬ ਨਾਲ, ਜਿਹਨੇ ਫ੍ਰੀ ਨਹੀਂ ਹੈ ਉਹ। ਪਰ ਇਹ ਉਹਨਾਂ ਨੂੰ ਵੀ ਫ੍ਰੀ ਕਹਿਤਾ ਵਿੱਚ। ਸਿਮਿਲਰਲੀ ਹੁਣ ਤੁਸੀਂ ਦੇਖੋ ਵੀ ਐਜੂਕੇਸ਼ਨ ਸਿਸਟਮ ਚੱਲ ਰਿਹਾ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜਾ ਪ੍ਰਾਈਵੇਟ ਸੈਟਅਪ ਹੈ ਇਹ ਮਹਿੰਗਾ ਸੈਟਅਪ ਹੈ। ਕੁਆਲਿਟੀ ਜਿਹੜੀ ਹੈਗੀ ਹੈ ਉਹ
ਸ਼ੋਅ ਕੀਤਾ ਜਾ ਰਿਹਾ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਵੱਡੀ ਕੁਆਲਿਟੀ ਹੈਗੀ ਹੈ, ਲੇਕਿਨ ਉਹਦਾ ਆਮ ਬੰਦੇ ਨੂੰ ਕਿੰਨਾ ਕੁ ਫਾਇਦਾ ਹੋ ਰਿਹਾ? ਜਿਹੜਾ ਗਰੀਬ ਬੰਦਾ ਉਹ ਉੱਥੇ ਜਾ ਸਕਦਾ? ਕਦੇ ਵੀ ਨਹੀਂ ਜਾ ਸਕਦਾ ਉੱਥੇ ਵਿੱਚ। ਅੱਜ ਜਿਹੜੀ ਹੈਗੀ ਪ੍ਰਾਈਵੇਟ ਵਾਲੇ ਹਾਊਸ ਜਿਹੜੀ ਫੀਸਾਂ ਦੀ ਜਦੋਂ ਗੱਲ ਹੋ ਰਹੀ ਹੈ, ਚਲੋ ਮੈਂ ਇਹ ਗੱਲ ਕਹਾਂਗਾ ਕਿ ਪ੍ਰਾਈਵੇਟ ਜਿੰਨੇ ਵੀ ਇੰਸਟੀਟਿਊਸ਼ਨ ਨੇ, ਸਕੂਲ ਨੇ ਜਿਹੜੇ ਹੈਗੇ ਆ, ਉਹ ਇਹ ਕਹਿੰਦੇ ਆ ਜੀ ਸਾਡਾ ਸੈਟਅਪ ਨਹੀਂ ਚੱਲਦਾ। ਕਿਵੇਂ ਸੈਟਅਪ ਨਹੀਂ ਚੱਲਦਾ? ਇੱਕ ਸਕੂਲ ਅੱਜ ਬੰਦਾ, ਸਾਲ ਬਾਅਦ ਤਾਂ ਉਹਨਾਂ ਦਾ ਦੂਸਰਾ ਸਕੂਲ ਪੈ ਰਿਹਾ, 5 ਸਾਲਾਂ 'ਚ ਉਹਨਾਂ ਦੇ 3 ਸਕੂਲ ਬਣ ਜਾਏ। ਇਹਦਾ ਮਤਲਬ ਉਹਨਾਂ ਦੀ ਕਮਾਈ ਬਹੁਤ ਵੱਡੀ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪ੍ਰਾਈਵੇਟ ਸਕੂਲਾਂ ਦਾ ਤਾਂ ਖਾਸ ਕਰਕੇ ਇਹ ਹਾਲ ਹੈ ਕਿ ਪੇਰੈਂਟਸ ਰੋਂਦੇ ਆ ਕਿ ਫੀਸਾਂ ਬਹੁਤ ਨੇ, ਤੇ ਟੀਚਰ ਰੋਂਦੇ ਨੇ ਕਿ ਸਾਨੂੰ ਤਨਖਾਹ ਨਹੀਂ ਮਿਲਦੀ। ਫਿਰ ਇਹਦਾ ਮਤਲਬ ਖਾ ਕੌਣ ਰਿਹਾ? ਇੱਕ ਸਿਸਟਮ ਉੱਪਰ ਬੈਠਾ ਹੋਇਆ ਜਿਹਨੂੰ ਇਹ ਲੋਕ ਪ੍ਰਮੋਟ ਕਰ ਰਹੇ ਨੇ। ਯੂਨੀਵਰਸਿਟੀਆਂ ਬਣਾਤੀਆਂ, ਤੁਸੀਂ ਦੇਖੋ ਕਿਹੜੀਆਂ ਯੂਨੀਵਰਸਿਟੀ ਦੀਆਂ ਇਹ ਗੱਲਾਂ ਕਰਦੇ ਨੇ। ਸਾਡੇ ਆਸੇ-ਪਾਸੇ ਕਿੰਨੀਆਂ ਸਾਰੀਆਂ ਯੂਨੀਵਰਸਿਟੀਆਂ ਬਣੀਆਂ। ਬਿਲਕੁਲ। ਕੌਣ ਨੇ ਉਹਦੇ ਚਾਂਸਲਰ? ਜਿਹੜੇ ਉੱਥੇ ਜਿਹੜੀ ਯੂਨੀਵਰਸਿਟੀ ਦੇ ਚਾਂਸਲਰ ਨੇ ਨਾ, ਉਹਨਾਂ ਨੇ ਆਪ ਸਕੂਲ ਨਹੀਂ ਦੇਖਿਆ ਹੋਇਆ। ਬਿਲਕੁਲ। ਜਿਸ ਬੰਦੇ ਨੇ ਆਪ ਹੀ ਸਕੂਲ ਨਹੀਂ ਦੇਖਿਆ, ਉਹ ਯੂਨੀਵਰਸਿਟੀ ਨੂੰ ਕਿਵੇਂ ਚਲਾਊਗਾ? ਇਹਨਾਂ ਕੋਲ ਪੁੱਛੋ ਕਿ ਉਹ ਕਿਵੇਂ ਚਲਾਏਗਾ। ਇਹਦਾ ਮਤਲਬ ਹੈਗਾ ਵੀ ਇਹ ਇੱਕ ਕਮਰਸ਼ੀਅਲ ਅਦਾਰੇ ਬਣ ਗਏ, ਲੋਕਾਂ ਨੂੰ ਠੱਗਣ ਵਾਲੇ ਅਦਾਰੇ ਬਣ ਗਏ। ਆਪਾਂ ਗੱਲ ਕੀਤੀ ਹੈ ਕਿ ਆਪਾਂ ਕਿਸਾਨ ਜਿਹੜਾ ਹੈਗਾ ਉਹ ਪੜ੍ਹਿਆ ਲਿਖਿਆ ਨਹੀਂ ਹੈ। ਇਹ ਕਿਸਾਨ ਪੜ੍ਹਿਆ ਲਿਖਿਆ ਬਣ ਹੀ ਨਹੀਂ ਸਕਦਾ ਜੋ ਤੁਸੀਂ ਸਾਰੇ ਥਾਂ 'ਤੇ ਠੱਗੀ ਲਾਈ ਹੋਈ ਹੈ। ਹੁਣ ਤੁਸੀਂ ਦੇਖੋ ਨਾ, ਤੁਸੀਂ ਵੀ ਸ਼ਰਟ ਚੰਗੀ ਪਾਉਣਾ ਚਾਹੁੰਦੇ ਹੋ, ਮੈਂ ਵੀ ਚੰਗੀ ਪਾਉਣਾ ਚਾਹੁੰਦਾ, ਪਰ ਜੇ ਫਿਰ ਉਹ ਰੇਸ ਲੱਗੇਗੀ ਤਾਂ ਉਹ ਰੇਸ ਦੇ ਵਿੱਚ ਆਪਾਂ ਕਈ ਵਾਰੀ ਇਹ ਹੈਗਾ ਵੀ ਆਪਣੀ ਬਾਹ ਤੋਂ ਥੋੜ੍ਹਾ ਅੱਗੇ ਵੀ ਚਲੇ ਜਾਵਾਂਗੇ ਵਿੱਚ। ਇਸੇ ਤਰ੍ਹਾਂ ਹੀ ਹੋ ਰਿਹਾ ਹੁਣ ਗਵਰਨਮੈਂਟ ਸਕੂਲਾਂ ਦੇ ਵਿੱਚ। ਮੈਨੂੰ ਪਰਸੋਂ ਦੀ ਗੱਲ ਯਾਦ ਹੈ, ਇੱਕ ਟੀਚਰ ਨੇ ਲਿਖਿਆ ਵੀ ਜਦੋਂ ਟੀਚਰ ਆਪਣੇ ਬੱਚਿਆਂ ਨੂੰ ਗਵਰਨਮੈਂਟ ਸਕੂਲਾਂ ਦੇ ਵਿੱਚ ਨਹੀਂ ਪੜ੍ਹਾਉਂਦੇ ਤਾਂ ਫਿਰ ਉਹ ਕਿਵੇਂ ਸ਼ੋਅ ਕਰ ਸਕਦੇ ਆ ਕਿ ਆਪਾਂ ਜਿਹੜੀ ਹੈਗੀ ਹੈ ਨੈਤਿਕ ਤੌਰ 'ਤੇ ਆਪਾਂ ਸੱਚੇ ਹੈਗੇ ਹਾਂ ਵਿੱਚ? ਕਿਵੇਂ ਲੋਕਾਂ ਨੂੰ ਕਿਵੇਂ ਸਿਖਾਵਾਂਗੇ? ਬਿਲਕੁਲ। ਬਹੁਤੀ ਵਾਰੀ ਇਹ ਹੋ ਰਿਹਾ ਨਾ ਕਿ ਟੀਚਰ ਜਿਹੜੇ ਹੈਗੇ ਨੇ ਉਹ ਸਟੂਡੈਂਟਸ ਨੂੰ ਲੈ ਕੇ ਸਰਕਾਰੀ ਸਕੂਲਾਂ 'ਚ, ਉੱਥੇ ਉਹ ਅਗਲਾ ਕਹਿੰਦਾ ਜੀ ਤੂੰ ਆਪ ਤਾਂ ਜਿਹੜਾ ਹੈਗਾ, ਤੇਰਾ ਬੱਚਾ ਤਾਂ ਜਿਹੜਾ ਉਹ ਕਨਵੈਂਟ ਸਕੂਲ 'ਚ ਪੜ੍ਹਦਾ, ਤੇ ਮੇਰੇ ਵਾਲੇ ਨੂੰ ਕਹੂੰਗਾ ਤੂੰ ਸਰਕਾਰੀ ਸਕੂਲ 'ਚ। ਨੌਕਰੀਆਂ ਤੁਸੀਂ ਸਰਕਾਰ ਦੀਆਂ ਕਰਦੇ ਹੋ ਤੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ। ਹਾਂ, ਔਰ ਜੋ ਫੈਸਿਲਿਟੀਜ਼ ਉਹਦੇ, ਕਿਉਂਕਿ ਜਿਹੜਾ ਆਲਮੋਸਟ ਨਾ ਜਿਹੜਾ ਹੈਲਥ ਡਿਪਾਰਟਮੈਂਟ ਅਤੇ ਐਜੂਕੇਸ਼ਨ ਡਿਪਾਰਟਮੈਂਟ ਇਹ ਆਲਮੋਸਟ ਬਰਾਬਰ ਚੱਲ ਰਹੇ ਹਨ। ਹੁਣ ਦੀ ਘੜੀ ਡਿਟੀਰੀਏਸ਼ਨ ਬਹੁਤ ਜ਼ਿਆਦਾ ਹੋ ਚੁੱਕੀ ਹੈ ਦੋਨਾਂ 'ਚ, ਔਰ ਉੱਪਰੋਂ ਠੱਗੀ ਵੀ ਜ਼ਿਆਦਾ ਵੱਧ ਚੁੱਕੀ ਹੋਈ ਹੈ। ਜਿਹੜਾ ਹੁਣ ਸਾਡੇ ਕਲੀਨਿਕਲ ਐਸਟੈਬਲਿਸ਼ਮੈਂਟ ਬਿੱਲ ਆਇਆ, ਇੱਥੇ ਤੁਸੀਂ ਦੇਖੋ ਰਾਈਟ ਟੂ ਐਜੂਕੇਸ਼ਨ ਆਇਆ ਸੀਗਾ, ਕੋਈ ਨਹੀਂ ਸੁਣਦਾ। ਕਿੰਨੇ ਬੱਚੇ ਆਪਣੇ ਜਿਹੜੇ ਹੈਗੇ ਅੰਡਰ ਰਾਈਟ ਟੂ ਐਜੂਕੇਸ਼ਨ ਦੇ ਵਿੱਚ, ਜਿਹੜੇ ਗਰੀਬ ਬੱਚੇ ਹੈਗੇ ਨੇ ਉਹਨਾਂ ਨੂੰ ਇਹ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਲੈਂਦੇ ਆ, ਕੁਛ ਵੀ ਨਹੀਂ ਹੈ। RTE ਦੀ ਇੱਕ ਇਨਫੋਰਮੇਸ਼ਨ ਪਾ ਦਿਓ। ਅੱਜ ਕੱਲ੍ਹ ਤਾਂ RTE ਐਕਟ ਵੀ ਇੰਨਾ ਜ਼ਿਆਦਾ ਡਿਲੂਟ ਹੋ ਗਿਆ, ਮੈਂ ਜ਼ੋਰ ਲਾਉਂਦਾ ਰਹਿ ਗਿਆ, ਪਤਾ ਨਹੀਂ ਮੈंने ਹਜ਼ਾਰਾਂ ਐਪਲੀਕੇਸ਼ਨਾਂ ਪਾਈਆਂ ਹੋਈਆਂ ਸੀਗੀਆਂ। ਜੋ ਅੱਜ ਹਾਲਾਤ ਬਣੇ ਹੋਏ ਹੈ, ਜਾਂ ਤਾਂ ਤੁਹਾਨੂੰ RTE ਦੀ ਇਨਫੋਰਮੇਸ਼ਨ ਨਹੀਂ ਦਿੰਦੇ, ਜੇ ਦਿੰਦੇ ਆ ਤਾਂ ਅੱਧੀ ਕੁ ਦੇ ਦੇਣਗੇ ਬਸ, ਭਾਈ ਜੀ ਰੌਲਾ ਬੈਠੇ ਉੱਥੇ ਕੋਈ ਨਹੀਂ ਸੁਣਦਾ ਜਿਹੜੀ ਹੈਗੀ। ਸੋ ਮੇਰਾ ਇੱਕ ਟਰਾਂਸਪੇਰੈਂਸੀ ਐਕਟ ਆਇਆ ਸੀਗਾ ਜਿਹੜਾ RTE ਐਕਟ 'ਚ, ਉਹਦੇ 'ਚ ਲੱਗਦਾ ਸੀਗਾ ਕੋਈ ਪਾਰਦਰਸ਼ਤਾ ਹੋ ਜਾਏਗੀ। ਪਾਰਦਰਸ਼ਤਾ ਕਾਹਦੀ ਹੋਈ? ਅੱਜ ਮੈਂ ਤੁਹਾਨੂੰ ਦੱਸਾਂ, ਮੇਰੇ ਵਰਗਾ ਬੰਦਾ ਵੀ ਉੱਥੇ ਜਿਹੜਾ ਹੈਗਾ, ਜਿਹਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਵੀ ਹੈ, ਉਹਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੰਦਾ। ਆਮ ਬੰਦਾ ਜਿਹੜਾ ਹੈਗਾ ਉਹਨੂੰ ਕਦੀ ਇਨਫੋਰਮੇਸ਼ਨ ਦੇਣੀ ਹੈ ਉਹਨਾਂ ਨੇ ਵਿੱਚ ਜਿਹੜੀ ਹੈਗੀ। ਜਿਹੜਾ ਹੁਣ ਬੰਦਾ ਜਿਹੜਾ ਹੈਗਾ ਬਾਈ ਚਾਂਸ ਉਹਨੂੰ ਇੱਥੋਂ ਚੰਡੀਗੜ੍ਹ ਆਉਣਾ ਪੈ ਜਾਵੇ, ਕਹਿੰਦੇ ਜੀ ਕੰਪਲੇਂਟ ਪਾ ਦਿਓ, ਆਹੀ ਵਰਡ ਯੂਜ਼ ਹੁੰਦਾ ਨਾ, ਕੰਪਲੇਂਟ ਪਾ ਦਿਓ। ਦੇਖੋ ਫਾਜ਼ਿਲਕਾ ਬੰਦਾ ਬੈਠਾ ਹੋਇਆ ਬੰਦਾ ਜਿਹੜਾ ਹੈਗਾ ਉਹ ਚੰਡੀਗੜ੍ਹ ਕੰਪਲੇਂਟ ਪਾਉਣ ਆਏਗਾ ਹੁਣ ਵਿੱਚ, ਕੀ ਉਸ ਨੂੰ ਲੋਕ ਦੀਆਂ ਉਹ ਗੱਲਾਂ ਕਰੇਗਾ ਵਿੱਚ ਜਿਹੜੀ ਹੈਗੇ ਨੇ। ਸੋ ਅੱਜ ਇਹ ਜਿਹੜਾ ਸੀਗਾ ਸਿਸਟਮ ਆਪਣਾ, ਪਾਰਦਰਸ਼ਤਾ ਖਤਮ ਹੋ ਚੁੱਕੀ ਹੈ। ਸਿਰ ਦੇ ਸਿਰ ਲੁੱਟ ਖਸੁੱਟ ਹੈਗੀ ਹੈ। ਚਾਹੇ ਤੁਸੀਂ ਕਿਸੇ ਮਹਿਕਮੇ ਦਾ ਵੀ ਨਾਮ ਲੈ ਲਓ, ਜਿਹਦਾ ਮਰਜ਼ੀ ਲਾ ਲਓ ਤੁਸੀਂ, ਬਸ ਉਹ ਕਹਿੰਦੇ ਹੁੰਦੇ ਆ ਕਿ ਕੋਈ ਗੱਲ ਨਾ ਕਰੋ ਤਾਂ ਜ਼ਿਆਦਾ ਠੀਕ ਹੈ, ਕਿਉਂਕਿ ਜਿੰਨਾ ਉਹਦਾ ਖਲਾਰਾ ਪਾਵਾਂਗੇ ਸਾਰਾ ਵਿੱਚੋਂ ਨਿਕਲਣਾ ਤਾਂ ਗੰਦ ਹੀ ਹੈ ਵਿੱਚ, ਜਿੱਧਰਲੇ ਪਾਸੇ ਤੁਸੀਂ ਮਰਜ਼ੀ ਚਲੇ ਜਾਓ। ਪਰ ਜ਼ਿੰਮੇਵਾਰੀ ਜਿਹੜੀ ਹੈਗੀ ਆ ਫਿਰ ਵੀ ਸਰਕਾਰ ਦੀ, ਸਿਆਸੀ ਲੀਡਰ ਜਿਹੜੇ ਇਸ ਗੱਲਾਂ ਦੀਆਂ ਮੌਜਾਂ ਮਾਣਦੇ ਨੇ, 25-25 30 ਕਾਰਾਂ ਤੇ 25-25 30 ਨੌਕਰ ਤੇ ਲੱਖਾਂ ਕਰੋੜਾਂ ਰੁਪਏ ਦੀ ਜਿਹੜੀਆਂ ਹੈਗੀਆਂ ਨੇ ਪ੍ਰਾਪਰਟੀਆਂ ਬਣਾਈ ਕਰਦੇ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਗੱਲ ਵਾਸਤੇ। ਤੇ ਸਰ ਜਾਂਦੇ ਕੋਈ ਸੁਝਾਅ, ਕੋਈ ਸੰਦੇਸ਼ ਤੁਹਾਡਾ? ਦੇਖੋ ਮੈਂ ਤਾਂ ਹੁਣ ਲੋਕਾਂ ਨੂੰ ਇਹੀ ਗੱਲ ਕਹਾਂਗਾ ਕਿ ਜਿੰਨੀ ਦੇਰ ਤੱਕ ਇਹ ਸਿਆਸੀ ਬਦਲਾਵ ਨਹੀਂ ਹੁੰਦਾ, ਉਨੀ ਦੇਰ ਤੱਕ ਕਿਸੇ ਚੰਗੀ ਚੀਜ਼ ਦੀ ਆਸ ਨਾ ਕਰਿਓ। ਸੋ ਮੇਰਾ ਤਾਂ ਇੱਕ ਨਾਰਾ ਵੀ ਬਣਿਆ ਹੋਇਆ ਕਿ ਉਹਦੇ 'ਚ ਹਮੇਸ਼ਾ ਸਿਹਤ ਤੇ ਸਿੱਖਿਆ ਵਧਾਵਾਂਗੇ। ਬਦਲਾਵ ਸਾਡਾ ਨਾਰਾ ਹੈ, ਸਿਹਤ ਤੇ ਸਿੱਖਿਆ ਵਧਾਉਣਾ ਹੈ। ਕੰਮ ਕੀਤਾ ਹੈ, ਕੰਮ ਕਰਾਂਗੇ। ਲੜਾਈ ਲੜੀ ਹੈ, ਲੜਾਈ ਲੜਾਂਗੇ ਬਸ। ਜੋ ਹੁਣ ਦੀ ਘੜੀ ਇਹ ਰਿਸ਼ਵਤਖੋਰੀ ਚੱਲ ਰਹੀ ਹੈ, ਲੋਕਾਂ ਦੀ ਲੁੱਟ ਖਸੁੱਟ ਚੱਲ ਰਹੀ ਹੈ, ਹੁਣ ਗਵਰਨਮੈਂਟ ਦੀ ਨੌਕਰੀ ਤਾਂ ਹੈ ਨਹੀਂ। ਸੋ ਲੋਕਾਂ ਨਾਲ ਰਲ ਕੇ ਇਹ ਲੜਾਈ ਜ਼ਰੂਰ ਲੜਾਂਗੇ।
ਇੱਕ ਅਵਤਾਰ ਜੀ ਆਪਾਂ ਨੂੰ ਜਿਹੜੀ ਹੈਗੀ ਕਾਫੀ ਸਾਰੀ ਲੰਬੀ ਚੌੜੀ ਆਪਾਂ ਡਿਸਕਸ਼ਨਸ ਕੀਤੀ, ਕਈ ਸਾਰੇ ਮੁੱਦਿਆਂ ਤੇ ਵੀ ਕੀਤੀ, ਪਰ ਅੱਜ ਜਿਹੜਾ ਹੈਗਾ ਹੁਣ ਜਿਹੜੀ ਮਹਾਮਾਰੀ ਦੇ ਵਿੱਚ ਅਸੀਂ ਫਸੇ ਹੋਏ ਆ, ਉਸ ਦੇ ਵਿੱਚ ਭਾਵੇਂ ਵੱਖਰੀਆਂ ਥਿਊਰੀਆਂ ਆਈਆਂ ਨੇ ਬਹੁਤ ਸਾਰੀਆਂ ਵੀ ਇਹ ਹਵਾ ਰਾਹੀਂ ਨਹੀਂ ਫੈਲਦੀ, ਇਹ ਵੀ ਗੱਲ ਠੀਕ ਹੈਗੀ ਹੈ, ਟੱਚ ਰਾਹੀਂ ਜਿਹੜੀ ਹੈਗੀ ਹੈ ਜ਼ਿਆਦਾ ਫੈਲਦੀ ਹੈ, ਉਹ ਗੱਲ ਹੋਈ ਹੈ। ਪਰ ਇੱਕ ਗੱਲ ਪੱਕੀ ਹੈਗੀ ਹੈ ਕਿ ਜੇ ਆਪਾਂ ਆਪਣੇ ਡਿਸਟੈਂਸ ਬਣਾ ਕੇ ਰੱਖਾਂਗੇ ਥੋੜ੍ਹਾ, ਇੱਕ ਤਾਂ ਉਹ ਜ਼ਰੂਰੀ ਹੈ। ਨੰਬਰ 2, ਭੀੜ ਵਾਲੀ ਜਗ੍ਹਾ ਤੇ ਜਦੋਂ ਆਪਾਂ ਜਾਣਾ ਉੱਥੇ ਮਾਸਕ ਪਾ ਲੈਣਾ, ਕਿਉਂਕਿ ਮਾਸਕ ਜਿਹੜਾ ਹੈਗਾ ਨਾ, ਇਹ ਇਕੱਲਾ ਸਿਰਫ ਇਹ ਨਹੀਂ ਹੈ ਕਿ ਜਿਵੇਂ ਮੈਂ ਕਿਹਾ ਕਿ ਇਹ ਹਵਾ ਰਾਹੀਂ ਨਹੀਂ ਫੈਲਦੀ, ਇਹ ਇੱਕ ਬੈਰੀਅਰ ਵੀ ਹੈਗਾ, ਕਿਉਂਕਿ ਇਹ ਟੱਚ ਰਾਹੀਂ ਫੈਲ ਕੇ ਤੁਹਾਡੇ ਹੱਥ ਰਾਹੀਂ ਜਾ ਕੇ ਤੁਹਾਡੇ ਜਿਹੜੀ ਹੈਗੀ ਹੈ ਮੂੰਹ 'ਚ, ਨੱਕ 'ਚ, ਅੱਖਾਂ 'ਚ ਜਿਹੜੀ ਹੈਗੀ ਉਦੋਂ ਲੱਗੇਗੀ। ਜੇ ਆਪਾਂ ਉਹਦੇ 'ਤੇ ਮਾਸਕ ਪਾਇਆ ਹੋਇਆ ਤਾਂ ਉਹ ਇੱਕ ਬੈਰੀਅਰ ਬਣ ਜਾਊਗਾ, ਤੁਸੀਂ ਉਸ ਨੂੰ ਘੱਟ ਟੱਚ ਕਰੋਗੇ, ਵਿੱਚ ਸਪਰੈਡ ਜਿਹੜਾ ਹੈਗਾ ਉਹ ਘਟੇਗਾ ਵਿੱਚ। ਇਸੇ ਤਰ੍ਹਾਂ ਹੀ ਆਪਾਂ ਕਹਿੰਦੇ ਹਾਂ ਵੀ ਇਹ ਜਿਵੇਂ ਕਿ ਮੈਂ ਕਿਹਾ ਹੱਥ 'ਤੇ ਲੱਗਿਆ ਹੋਇਆ ਤਾਂ ਤੁਹਾਡੇ ਮੂੰਹ 'ਤੇ, ਨੱਕ 'ਤੇ, ਅੱਖਾਂ 'ਚ ਚਲਾ ਗਿਆ, ਇਸ ਨੂੰ ਸਾਫ਼ ਕਰਨਾ ਜ਼ਰੂਰੀ ਹੈ। ਸਾਫ਼ ਵਾਸਤੇ ਵੀ ਜਿਹੜੀ ਹੈਗੀ ਹੈ ਨਾ, ਉਹ ਸਾਬਣ ਜਿਹੜਾ ਹੈਗਾ ਉਹ ਜ਼ਿਆਦਾ ਜ਼ਰੂਰੀ ਹੈ। ਹੈਂਡ ਸੈਨੀਟਾਈਜ਼ਰ ਜਿਹੜੇ ਹੈਗੇ ਆ ਉਹ ਉੱਥੇ ਜਿੱਥੇ ਆਪਾਂ ਹੋਰ ਕੋਈ ਚੀਜ਼ ਆਪਣੇ ਕੋਲ ਸਾਬਣ ਜਿਹੜਾ ਹੈਗਾ ਨਹੀਂ ਅਵੇਲੇਬਲ ਹੈਗਾ ਜਾਂ ਸੋਪ ਵਾਟਰ ਨਹੀਂ ਅਵੇਲੇਬਲ, ਲੇਕਿਨ ਘੱਟ ਵਰਤਣਾ ਅਸੀਂ, ਕਿਉਂਕਿ ਉਹਦੇ ਨਾਲ ਸਭ ਹੱਥ ਦੀ ਜਿਹੜੀ ਨੈਚੁਰਲ ਜਿਹੜੀ ਇਮਿਊਨਿਟੀ ਬਣੀ ਹੋਈ ਹੈ ਉਹ ਘਟੇਗੀ ਵਿੱਚੋਂ, ਜਿਹੜੀ ਹੋਰ ਵੀ ਉਹਦੇ ਸਾਈਡ ਇਫੈਕਟ ਵੀ ਹੈਗੇ ਨੇ, ਸੈਂਸਿਟੀਵਿਟੀ ਹੁੰਦੀ ਹੈ, ਐਲਰਜਿਕ ਰਿਐਕਸ਼ਨਸ ਹੋ ਸਕਦੇ ਨੇ ਵਿੱਚ। ਇੱਕ ਜਿਹੜਾ ਨਾ ਲੋਕੀ ਹੁੰਦੀ ਘੜੀ ਬਾਜ਼ਾਰਾਂ 'ਚ, ਧਾਰਮਿਕ ਸਥਾਨਾਂ 'ਤੇ ਜਿਹੜੇ ਸੋਸ਼ਲ ਫੰਕਸ਼ਨਸ ਨੇ ਉੱਥੇ ਭੱਜੇ ਫਿਰਦੇ ਆ, ਲੋਕਾਂ ਨੂੰ ਚਾਹੀਦਾ ਕਿ ਇਹਦੇ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰਨ ਵਿੱਚੋਂ, ਕਿਉਂਕਿ ਜੇ ਅੱਜ ਆਪਾਂ ਨਹੀਂ ਵੀ ਮੱਸਿਆ ਨਹਾਉਣ ਗਏ ਤਾਂ ਕੀ ਫਰਕ ਪੈਣ ਲੱਗਾ, ਪਰ ਲੋਕਾਂ ਦੇ ਦਿਮਾਗ 'ਚੋਂ ਕੱਢਣਾ ਪਏਗਾ ਨਾ ਵਿੱਚ ਜਿਹੜੀ ਹੈਗੀ ਹੈ। ਧਰਮ ਇੱਕ ਜੀਵਨ ਜਾਂਚ ਹੈ, ਉਹਨੂੰ ਆਪਾਂ ਨੂੰ ਸਿੱਖਣਾ ਚਾਹੀਦਾ ਹੈ। ਆਪਾਂ ਉਸ ਨੂੰ ਨਾ ਸੈਲੀਬ੍ਰੇਟ ਕਰੀ ਜਾਂਦੇ ਹਾਂ, ਬਸ ਮੈਂ 5 ਮੱਸਿਆ ਨਹਾ ਲਈਆਂ ਅਤੇ ਮੇਰਾ ਸਾਰਾ ਕੁਝ ਭੁੱਲ ਗਿਆ, ਇੱਦਾਂ ਨਹੀਂ ਹੋਣਾ ਕੁਝ ਵੀ ਵਿੱਚ। ਜਿਸ ਨੇ ਧਰਮ ਜਿਹੜਾ ਹੈਗਾ ਉਹ ਬਹੁਤ ਵਧੀਆ ਸਾਫ਼ ਸੁਥਰੀਆਂ ਸੱਚੀਆਂ ਗੱਲਾਂ ਨੇ, ਲੇਕਿਨ ਉਹ ਜੀਵਨ ਜਾਂਚ ਵਾਸਤੇ ਨੇ, ਲੇਕਿਨ ਸੈਲੀਬ੍ਰੇਸ਼ਨ ਕਰਨ ਵਾਸਤੇ ਨਹੀਂ ਹੈ। ਸੋ ਧਾਰਮਿਕ ਸਥਾਨਾਂ ਦੇ ਉੱਤੇ 10 ਦਿਨ 15 ਦਿਨ ਜਾਂ ਮਹੀਨੇ ਬਾਅਦ ਜਾਣਾ, ਮੱਸਿਆ ਸਕਰਾਂਦਾ ਜਾਣਾ ਕੋਈ ਜ਼ਰੂਰੀ ਨਹੀਂ ਹੈ। ਕੋਈ ਸੈਲੀਬ੍ਰੇਸ਼ਨਸ ਕਰਨੀਆਂ ਜਿਹੜੀਆਂ ਹੈਗੀਆਂ ਨੇ ਉਹ ਜ਼ਰੂਰੀ ਨਹੀਂ ਹੈ। ਤੁਸੀਂ ਘਰ ਬੈਠ ਕੇ ਆਪਣਾ ਜਿਹੜਾ ਹੈਗਾ ਪਾਠ ਵੀ ਕਰ ਸਕਦੇ ਹੋ ਵਿੱਚ, ਜਿਹੜੀ ਹੈਗੀ ਹੈ ਜੋ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਿਸ ਢੰਗ ਦੇ ਨਾਲ ਵੀ। ਫੰਕਸ਼ਨਸ ਦੇ ਵਿੱਚ ਮੈਂ ਦੇਖਿਆ ਵੀ ਇਸ ਤਰ੍ਹਾਂ ਦੌੜੇ ਜਾ ਰਹੇ ਹਾਂ ਜਿਵੇਂ ਕਰੋਨਾ ਨਾਂ ਦੀ ਕੋਈ ਚੀਜ਼ ਨਹੀਂ ਹੈ, ਜਦੋਂ ਕਿ ਕਰੋਨਾ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਜਿਸ ਨੂੰ ਭੁਗਤਣੀ ਪੈਂਦੀ ਹੈ, ਉਸ ਨੂੰ ਫਿਰ ਪਤਾ ਲੱਗਦਾ ਵਿੱਚ ਜਿਹੜੀ ਹੈਗੀ ਹੈ। ਸੋ ਲੋਕਾਂ ਨੇ ਸੋਸ਼ਲ ਡਿਸਟੈਂਸ ਰੱਖਣਾ, ਮਾਸਕ ਭੀੜ ਵਾਲੀ ਜਗ੍ਹਾ 'ਤੇ ਜ਼ਰੂਰ ਪਾ ਕੇ ਰੱਖਣਾ, ਸੈਰ ਕਰਨੀ ਹੈ, ਹੱਥ ਸਾਬਣ ਨਾਲ ਧੋਣੇ ਹੈ, ਔਰ ਬਿਨਾਂ ਵਜ੍ਹਾ ਤੋਂ ਬਾਜ਼ਾਰਾਂ ਦੇ ਵਿੱਚ ਨਹੀਂ ਘੁੰਮਣਾ, ਜਾਂ ਸੋਸ਼ਲ ਫੰਕਸ਼ਨਸ ਜਾਂ ਦੂਜੇ ਤੀਜੇ ਜਿਹੜੇ ਹੈਗੇ ਉਹਨਾਂ 'ਚ ਨਹੀਂ ਘੁੰਮਣਾ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਵਿੱਚ। ਇੱਕ ਗੱਲ ਮੈਂ ਤੁਹਾਨੂੰ ਜਾਂਦੇ ਜ਼ਰੂਰ, ਕਿਉਂਕਿ ਮੇਰੇ ਕੋਲ ਨਾ ਮੈਨੂੰ ਹੁਣੇ ਯਾਦ ਆਇਆ, ਮੇਰੇ ਕੋਲ ਇੱਕ ਪੋਸਟ ਆਈ ਸੀ, ਬੜੀ ਵਧੀਆ ਪੋਸਟ ਜੀ। ਉਹਦੇ 'ਚ ਇਹ ਪੋਸਟ ਸੀਗਾ, ਜਿਵੇਂ ਆਪਾਂ ਫਾਰਮਰਸ ਆਰਡੀਨੈਂਸਿਸ ਦੀ ਗੱਲ ਕੀਤੀ ਸੀ, ਆਪਾਂ ਕਈ ਸਾਰੇ ਲੋਕਾਂ ਨੇ ਇਹ ਗੱਲ ਕਹੀ ਕਿ ਉਹ ਫਲਾਣੇ ਚੀਜ਼ ਨਹੀਂ ਖਰੀਦਣੀ ਫਲਾਣੇ। ਉਹਦੇ 'ਚ ਬੜੀ ਵਧੀਆ ਗੱਲ ਸੀਗੀ ਕਿ ਜਿੱਦਣ ਲੋਕਡਾਊਨ ਲੱਗਿਆ ਹੋਇਆ ਸੀ ਉਦੋਂ ਤਾਂ ਕੋਈ ਇਹ ਜਿਹੜਾ ਐਮਾਜ਼ੋਨ ਹੋਵੇ ਚਾਹੇ ਦੂਜਾ ਜ਼ੋਨ ਹੋਵੇ, ਜਿਹੜੀ ਔਨਲਾਈਨ ਸ਼ਾਪਿੰਗ ਦੀਆਂ ਗੱਲਾਂ ਸੀ ਸਾਰੀਆਂ ਬੰਦ ਹੋਈਆਂ ਸੀ, ਕੁਛ ਨਹੀਂ ਸੀ ਆਇਆ। ਕੌਣ ਉਸ ਦਿਨ ਆਪਣੀ ਮਦਦ ਕਰ ਰਿਹਾ ਸੀਗਾ? ਜਿਹੜਾ ਤੁਹਾਡੇ ਪਿੰਡ ਦਾ ਛੋਟੇ ਤੋਂ ਛੋਟਾ ਦੁਕਾਨਦਾਰ ਹੈ। ਅੱਜ ਕਿਉਂ ਨਹੀਂ ਆਪਾਂ ਉਹਨੂੰ ਪ੍ਰਮੋਟ ਕਰਦੇ ਤਾਂ ਕਿ ਉਹਨੂੰ ਰੁਜ਼ਗਾਰ ਮਿਲਿਆ ਰਹੇ। ਔਰ ਇਹ ਜਿਹੜਾ ਪ੍ਰਧਾਨ ਮੰਤਰੀ ਨੇ ਵੀ ਇੱਕੋ ਗੱਲ ਕਹੀ ਸੀ ਕਿ ਵੋਕਲ ਫਾਰ ਲੋਕਲ ਵਾਲੀ ਗੱਲ ਜਿਹੜੀ ਹੈਗੀ ਹੈ, ਕਰੋਨਾ ਦੇ ਦੌਰਾਨ ਜਿਨ੍ਹਾਂ ਲੋਕਾਂ ਨੇ, ਛੋਟੇ ਦੁਕਾਨਦਾਰਾਂ ਨੇ ਸਾਡੀ ਮਦਦ ਕੀਤੀ ਸੀ, ਰੋਜ਼ਮਰਾ ਦੀ ਜ਼ਿੰਦਗੀ 'ਚ ਜਿਹੜੀਆਂ ਚੀਜ਼ਾਂ ਚਾਹੀਦੀਆਂ ਸੀ, ਬਜਾਏ ਕਿ ਆਪਾਂ ਅੱਜ ਵੀ ਕਿਸੇ ਵੱਡੇ ਬ੍ਰਾਂਡਸ ਵੱਲ ਭੱਜੀਏ, ਆਪਾਂ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ, ਉਹਨਾਂ ਕੋਲੋਂ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਤਾਂ ਕਿ ਉਹਦਾ ਰੋਜ਼ੀ ਰੋਟੀ ਹੋ ਜਾਵੇ ਔਰ ਆਪਣਾ ਸਰਕਲ ਸਾਰਾ ਜਿਹੜਾ ਹੈਗਾ, ਆਪਣਾ ਭਾਈਚਾਰਾ ਵੀ ਬਣਿਆ ਰਹੇ। ਇਹ ਜਿਹੜਾ ਵੋਕਲ ਫਾਰ ਲੋਕਲ ਵਾਲਾ ਜਿਹੜਾ ਸਲੋਗਨ ਹੈ ਉਹ ਵੀ ਉੱਥੇ ਫਿੱਟ ਹੁੰਦਾ ਹੈ। ਸੋ ਲੋਕਾਂ ਨੂੰ ਚਾਹੀਦਾ ਕਿ ਆਪਾਂ ਨੂੰ ਸੋਚ ਸਮਝ ਕੇ, ਠੀਕ ਹੈ, ਪ੍ਰੋਟੈਸਟ ਕਰਨਾ ਵੀ ਹਰ ਇੱਕ ਦਾ ਹੱਕ ਬਣਦਾ, ਪਰ ਸੋਚ ਸਮਝ ਕੇ ਵਿੱਚ ਜਿਹੜੀ ਹੈਗੀ ਹੈ, ਪਹਿਲਾਂ ਆਪਾਂ ਕਿਹੜੀ ਚੀਜ਼ ਨੂੰ ਪ੍ਰਾਇੋਰਟੀ ਕਿਸ ਚੀਜ਼ ਨੂੰ ਦੇਣੀ ਹੈ, ਨੰਬਰ 2 ਵਾਲੇ ਨੂੰ ਆਪਾਂ ਨੰਬਰ 2 ਤੇ ਰੱਖਣਾ, ਨੰਬਰ 1 ਵਾਲੇ ਨੂੰ ਨੰਬਰ 1 ਤੇ ਰੱਖਣਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੁਸੀਂ ਇੰਨਾ ਕੀਮਤੀ ਸਮੇਂ ਦੇ ਵਿੱਚੋਂ ਆਪਣਾ ਸਾਨੂੰ ਕੀਮਤੀ ਸੁਝਾਅ ਸਾਨੂੰ ਦਿੱਤੇ ਨੇ ਆਪਣੇ ਰੁਝੇਵੇਂ ਭਰਿਆਂ ਵਿੱਚੋਂ। ਸੋ ਦੋਸਤੋ, ਡਾਕਟਰ ਸਾਹਿਬ ਨੇ ਬਹੁਤ ਅਲੱਗ-ਅਲੱਗ ਵਿਸ਼ਿਆਂ ਨੂੰ ਛੂਹਿਆ ਅਤੇ ਬਹੁਤ ਅਹਿਮ ਜਾਣਕਾਰੀ ਆਪਣੇ ਦੇ ਨਾਲ ਸਾਂਝੀ ਕੀਤੀ ਹੈ। ਸੋ ਤੁਹਾਨੂੰ ਪ੍ਰੋਗਰਾਮ ਕਿਵੇਂ ਲੱਗਿਆ ਇਹਦੇ ਬਾਰੇ ਜ਼ਰੂਰ ਦੱਸਣਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਪ੍ਰੋਗਰਾਮ ਬਾਰੇ ਸੁਝਾਅ ਵੀ ਜ਼ਰੂਰ ਦਿਓ। ਅਗਲਾ ਪ੍ਰੋਗਰਾਮ ਨਵੀਂ ਗੱਲ ਜਲਦੀ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਂਗੇ। ਅੱਜ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।